ਫਿਕਰ ਕਰਨ ਵਾਲੇ ਦੀ ਪਛਾਣ ਤੁਹਾਨੂੰ ਹੀ ਕਰਨੀ ਪਏਗੀ। ਸੋਨਮ ਕੰਗ ਜੀ ਬਸ ਇਹੀ ਦੌੜ ਦੇ ਵਿੱਚ ਲੱਗੀ ਹੋਈ ਹੈ ਜੀ, ਮੇਰੀ ਫਿਕਰ ਕੌਣ ਕਰਦਾ। ਚਲੋ ਜੀ, ਅੱਛਾ ਜੀ, ਹਾਂਜੀ ਉੱਪਲ ਸਾਹਿਬ, ਰਜਿੰਦਰ ਕੌਰ ਉੱਪਲ ਜੀ, ਸੁਣਿਓ ਫਿਰ ਅੱਜ ਦੇ ਦਿਨ ਨੂੰ। और स्वागत कर लिए जी डॉक्टर तेजपाल सिंह जी, तुहाडा बहुत ही प्यार भरी सत श्री अकाल। अज के दिन दे विच शामिल हो जी, तुसीं वेलकम है जी तुहाडा। सत श्री अकाल जी मनजीत मान जी, तुहानू भी ते प्रवास रेडियो के सारे श्रोतिਆਂ ਨੂੰ बहुत बहुत प्यार भरी सत श्री अकाल। हाँ जी, स्वागत है जी तुहाडा अज दे दिन दे विच। हाँ जी हाँ जी, अज दा साडा विषा जिहड़ा कि श्रोतिਆਂ ਵੱਲੋਂ तय कीता गया जी, ਜਾਂ ਪ੍ਰਵਾਸ ਰੇਡੀਓ ਵੱਲੋਂ ਮੈਨੂੰ ਕਿਹਾ ਗਿਆ ਕਿ ਇਸ ਵਿਸ਼ੇ ਤੇ ਗੱਲ ਕਰਨੀ ਹੈ, ਤਾਂ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਖੁੱਲ੍ਹ ਕੇ ਹੱਸਣਾ ਤੇ ਖੁੱਲ੍ਹ ਕੇ ਰੋਣਾ ਕਿਉਂ ਜ਼ਰੂਰੀ ਹੈ। ਹਾਂਜੀ, ਸੋ ਇਹ ਜ਼ਰੂਰੀ ਵੀ ਸੀ ਜੀ, ਇਹ ਜ਼ਰੂਰੀ ਵੀ ਸੀ ਡਾਕਟਰ ਸਾਹਿਬ, ਕਿਉਂਕਿ ਇਸ ਮੰਚ ਦੇ ਨਾਲ ਇੱਕ ਨਹੀਂ ਹਜ਼ਾਰਾਂ ਲੋਕ ਜੁੜੇ ਨੇ। ਕਈਆਂ ਦੇ ਤਜਰਬੇ ਬੋਲ ਜਾਂਦੇ ਆ, ਕਈਆਂ ਦਾ ਹੁਨਰ ਬੋਲ ਜਾਂਦਾ ਹੈ, ਪਰ ਕਈਆਂ ਦੇ ਜਦੋਂ ਰੋਣੇ ਬੋਲਦੇ ਆ ਨਾ, ਇੱਥੇ ਉਹਨਾਂ ਰੋਣਿਆਂ ਦੇ ਵਿੱਚ ਕੁਝ ਗੀਤ ਬੋਲ ਜਾਂਦੇ ਹੈਗੇ, ਕਈ ਹਾਸੇ ਵਿੱਚ ਕਈਆਂ ਨੂੰ ਬਹੁਤ ਕੁਝ ਕਹਿ ਜਾਂਦੇ ਆ। ਸੋ ਫਿਰ ਜ਼ਰੂਰੀ ਬਣ ਗਿਆ ਸੀ ਇਸ ਸਵਾਲ ਨੂੰ ਰੱਖਣਾ, ਕਿਉਂਕਿ ਆਪਾਂ ਕੁਦਰਤੀ ਇਲਾਜ ਵੱਲ ਨਾ, ਔਰ ਨੈਚੁਰਲਪੈਥੀ ਦੇ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਨੈਚੁਰਲਿਟੀ ਕਿੰਨੀ ਆਪਣੇ ਵਿੱਚ ਰੱਖਦੇ ਹੋ, ਹੱਸ ਲੈਂਦੇ ਹੋ, ਰੋ ਲੈਂਦੇ ਹੋ, ਕਿ ਸਿਰਫ ਦਿਖਾਵਾ ਕਰਦੇ ਹੋ, ਦੋਨਾਂ ਚੀਜ਼ਾਂ ਦਾ। ਹਾਂਜੀ ਜੀ ਜੀ ਜੀ, ਮਤਲਬ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਕੁਦਰਤ ਨੇ ਇਹ ਚੀਜ਼ ਰੋਣਾ ਤੇ ਹੱਸਣਾ ਜੀ ਇਹ ਇਨਸਾਨ ਨੂੰ ਹੀ ਬਖਸ਼ੀ ਹੈ। ਹਾਂਜੀ, ਮਤਲਬ ਤੁਸੀਂ ਦੇਖਿਆ ਹੋਣਾ, ਹਾਲਾਂਕਿ ਕਿਹਾ ਜਾਂਦਾ ਹੈ ਪਸ਼ੂ ਵੀ ਰੋਂਦੇ ਨੇ ਜਾਂ ਫੀਲਿੰਗਸ ਹੁੰਦੀਆਂ ਨੇ ਥੋੜ੍ਹੀਆਂ ਬਹੁਤ, ਉਹਨੀਆਂ ਨਹੀਂ, ਥੋੜ੍ਹੀਆਂ ਬਹੁਤ ਫੀਲਿੰਗਸ ਜਾਨਵਰਾਂ ਦੇ ਅੰਦਰ ਵੀ ਹੁੰਦੀਆਂ ਨੇ ਜੀ, ਲੇਕਿਨ ਖੁੱਲ੍ਹ ਕੇ ਹੱਸਣਾ, ਤੁਸੀਂ ਕਿਸੇ ਮੱਝ ਨੂੰ ਹੱਸਦੇ ਨਹੀਂ ਦੇਖਿਆ ਹੋਣਾ, ਕਿਸੇ ਗਾਂ ਨੂੰ ਹੱਸਦੇ ਨਹੀਂ ਦੇਖਿਆ ਹੋਣਾ ਜੀ। ਮਤਲਬ ਇੱਕ ਆਪਣੇ ਦੋਨਾਂ ਬੁੱਲਾਂ ਨੂੰ ਪਿੱਛੇ ਨੂੰ ਕਰਕੇ ਚਿਹਰੇ ਦੇ ਉੱਤੇ ਖਿੜਖੜਾਹਟ, ਮੁਸਕਰਾ ਲੈ ਕੇ ਆਉਣਾ, ਇਹ ਇਨਸਾਨ ਦੇ ਹਿੱਸੇ ਹੀ ਆਇਆ। ਬਿਲਕੁਲ ਜੀ। ਤੇ ਜਿਹੜੀ ਚੀਜ਼ ਕੁਦਰਤ ਨੇ ਸਾਨੂੰ ਬਖਸ਼ੀ ਹੈ, ਅਸੀਂ ਉਹਦੇ ਤੋਂ ਮਤਲਬ ਕਿਵੇਂ ਪਾਸੇ ਹੋ ਸਕਦੇ ਹਾਂ ਜੀ, ਹੋਣਾ ਨਹੀਂ ਚਾਹੀਦਾ ਜੀ। ਜਦੋਂ ਆਪਾਂ ਰੋਣ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹੁੰਦੇ ਨੇ ਕਿ ਇਨਸਾਨ ਧਰਤੀ ਤੇ ਆਉਣਾ ਹੀ ਰੋਂਦਾ ਹੋਇਆ ਜੀ। ਕਹਿੰਦੇ ਜਦੋਂ ਬੱਚਾ ਪੈਦਾ ਹੁੰਦਾ, ਜੇ ਉਹ ਨਾ ਰੋਵੇ ਤਾਂ ਉਹਨੂੰ ਐਬਨੋਰਮਲ ਸਮਝਿਆ ਜਾਂਦਾ। ਜੀ ਬਿਲਕੁਲ ਜੀ। ਹਾਂ, ਡਾਕਟਰ ਜਾਂ ਨਰਸ ਜਿਹੜੇ ਉਹਦੇ ਮਾਰ ਕੇ ਥਪੇੜੇ ਉਹਨੂੰ ਰੋਣ ਦੀ ਕੋਸ਼ਿਸ਼ ਕਰਦੇ ਨੇ। ਹਾਂਜੀ, ਇਸ ਕਰਕੇ ਰੋਣਾ ਵੀ ਸਾਡੇ ਜੀਵਨ ਦਾ ਇੱਕ ਹਿੱਸਾ ਹੈ ਜੀ। ਲੇਕਿਨ ਇਹਨੂੰ ਸਾਨੂੰ ਨਾ ਥੋੜਾ ਜਿਹਾ ਬਰੀਕੀ ਨਾਲ ਸਮਝਣਾ ਪਏਗਾ ਜੀ। ਜਿਹੜੀ ਹੱਸਣ ਦੀ ਗੱਲ ਆ, ਹੱਸਣ ਤੇ ਰੋਣ ਦੇ ਵਿੱਚ ਥੋੜਾ ਜਿਹਾ ਫਰਕ ਆਊਗਾ। ਹੱਸਣ ਦਾ ਮਤਲਬ ਤਾਂ ਇਹ ਹੈ ਕਿ ਤੁਹਾਨੂੰ ਬਿਨਾਂ ਵਜ੍ਹਾ ਵੀ ਹੱਸਣਾ ਚਾਹੀਦਾ। ਅੱਛਾ ਜੀ, ਕਿਉਂਕਿ ਹੱਸਣ ਦੇ ਨਾਲ ਸਾਡੇ ਸਰੀਰ ਦੇ ਅੰਦਰ, ਸਾਡੇ ਬ੍ਰੇਨ ਦੇ ਅੰਦਰ ਕੁਝ ਹਾਰਮੋਨ ਹੁੰਦੇ ਨੇ ਜਿਹੜੇ ਸਾਨੂੰ ਤਣਾਅ ਵੱਲ ਲੈ ਕੇ ਜਾਂਦੇ ਨੇ, ਜਿਹੜੇ ਸਾਨੂੰ ਸਾਡੀ ਸਰੀਰ ਦੇ ਵਿੱਚ ਦਰਦ ਪੈਦਾ ਕਰਦੇ ਨੇ, ਕੁਝ ਇਸ ਕਿਸਮ ਦੀਆਂ ਮਤਲਬ ਸਥਿਤੀਆਂ ਪੈਦਾ ਕਰਦੇ ਨੇ ਹਾਰਮੋਨ ਜਿਹੜੇ। ਉਹ ਹਾਰਮੋਨ ਜਿਹੜੇ ਆ ਉਹ ਬਣਨੇ ਘਟ ਜਾਂਦੇ ਨੇ, ਬੰਦ ਹੋ ਜਾਂਦੇ ਜੀ। ਹੱਸਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਜੀ, ਔਰ ਖੁੱਲ੍ਹ ਕੇ ਹੱਸਣਾ ਬਹੁਤ ਜ਼ਰੂਰੀ ਹੈ। ਕਿਉਂਕਿ ਮਤਲਬ ਤੁਸੀਂ ਇਹ ਸਮਝ ਸਕਦੇ ਹੋ, ਜੇ ਕੋਈ ਬੰਦਾ ਸਵੇਰੇ ਸੈਰ ਨਹੀਂ ਕਰਨ ਜਾਂਦਾ, ਕੋਈ ਐਕਸਰਸਾਈਜ਼ ਨਹੀਂ ਕਰਦਾ, ਉਹ 1 ਘੰਟਾ ਖੁੱਲ੍ਹ ਕੇ ਹੱਸ ਲੈਂਦਾ ਜੀ, ਤਾਂ ਉਹ ਉਹਨਾਂ ਲਾਭ ਜਾਂ ਉਸ ਤੋਂ ਜ਼ਿਆਦਾ ਲਾਭ ਜਿਹੜਾ ਉਹਨੂੰ ਮਿਲ ਸਕਦਾ ਹੈ। ਕਿਉਂਕਿ ਹੱਸਣ ਨਾਲ ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ, ਸਾਡੇ ਸਰੀਰ ਦੇ ਕਾਫੀ ਸਾਰੇ ਹਿੱਸੇ ਦੀ ਐਕਸਰਸਾਈਜ਼ ਹੁੰਦੀ ਹੈ ਜੀ। ਖਾਸ ਤੌਰ ਜਦੋਂ ਅਸੀਂ ਹੱਸਦੇ ਹਾਂ, ਖੁੱਲ੍ਹ ਕੇ ਹੱਸਦੇ ਹਾਂ, ਤੁਸੀਂ ਦੇਖੋਗੇ ਤੁਹਾਡਾ ਪੇਟ ਅੰਦਰ ਜਾਂਦਾ ਹੈ। ਹਾਂਜੀ, ਪੇਟ ਦੁਖਣ ਲੱਗ ਪੈਂਦਾ ਹੈ। ਹਾਂ, ਸੱਚੀ ਹੈ ਜੀ, ਹੈ ਨਾ। ਕਹਿੰਦੇ ਨਹੀਂ ਮੇਰਾ ਇੰਨਾ ਹੱਸਿਆ ਮੈਂ ਪੇਟ ਦੁਖਣ ਲੱਗ ਪਿਆ। ਹਾਂਜੀ, ਦੁਖਣ ਦਾ ਮਤਲਬ ਹੈ ਕਿ ਸਾਡੇ ਪੇਟ ਦੇ ਮਸਲ ਜਿਹੜੇ ਅੰਦਰ ਬਾਹਰ ਹੁੰਦੇ ਨੇ ਲਗਾਤਾਰ,
ਤੇ ਉਹਨਾਂ ਦੀ ਐਕਸਰਸਾਈਜ਼ ਹੁੰਦੀ ਹੈ। ਇਹ ਕਹਿ ਲਓ ਕਿ ਅਸੀਂ ਪ੍ਰਾਣਾਯਾਮ ਇੱਕ ਤਰ੍ਹਾਂ ਦਾ ਕਰ ਲੈਂਦੇ ਹਾਂ ਜਦੋਂ ਹੱਸਦੇ ਹਾਂ ਜੀ। ਜਦੋਂ ਹੱਸਦੇ ਆ ਤਾਂ ਮਤਲਬ ਲੰਬੇ ਸਾਹ ਆਉਂਦੇ ਨੇ ਸਾਨੂੰ, ਆਕਸੀਜਨ ਦੀ ਭਰਪੂਰ ਮਾਤਰਾ ਸਾਡੇ ਅੰਦਰ ਜਾਂਦੀ ਹੈ ਔਰ ਕਾਰਬਨ ਡਾਈਆਕਸਾਈਡ ਜਿਹੜੀ ਉਹ ਬਾਹਰ ਨਿਕਲਦੀ ਹੈ। ਕੀ ਬਾਤ ਹੈ। ਤੇ ਆਪਾਂ ਸਾਰੇ ਜਾਣਦੇ ਆ ਜੀ, ਸਾਰੇ ਜਾਣਦੇ ਆ ਕਿ ਆਕਸੀਜਨ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਹਾਂਜੀ। ਜਦੋਂ ਕੋਈ ਇਨਸਾਨ ਸਾਹ ਲੈਂਦਾ, ਨਾਰਮਲੀ ਆਪਾਂ ਜਦੋਂ ਸਾਹ ਲੈਂਦੇ ਆ ਜੀ ਤਾਂ ਸਾਡੇ ਫੇਫੜੇ ਜਿਹੜੇ ਆ ਉਹ ਪੂਰੀ ਤਰ੍ਹਾਂ ਨਹੀਂ ਖੁੱਲਦੇ। ਮਤਲਬ ਸਾਡੇ ਫੇਫੜਿਆਂ ਦੇ ਅੰਦਰ ਛੋਟੇ ਛੋਟੇ ਗੁਬਾਰੇ ਹੁੰਦੇ ਨੇ ਜੀ, ਬਹੁਤ ਸਾਰੇ। ਉਹਨਾਂ ਗੁਬਾਰਿਆਂ 'ਚ ਹਵਾ ਭਰਦੀ ਹੈ, ਨਿਕਲਦੀ ਹੈ, ਹਵਾ ਭਰਦੀ ਹੈ, ਫੁੱਲਦੇ ਪਿਚਕਦੇ ਨੇ ਉਹ ਜੀ। ਜਦੋਂ ਅਸੀਂ ਇੱਕ ਨਾਰਮਲ ਜ਼ਿੰਦਗੀ ਜਿਉਂਦੇ ਆ, ਪੈਦਲ ਤੁਰਦੇ ਆ ਜਾਂ ਮਤਲਬ ਆਮ ਘਰ ਦੇ ਛੋਟੇ ਛੋਟੇ ਕੰਮਕਾਰ ਕਰਦੇ ਆ ਤਾਂ ਸਾਡੇ ਉਹ ਫੇਫੜੇ ਨਾ ਥੋੜਾ ਜਿਹਾ ਖੁੱਲਦੇ ਨੇ, ਥੋੜਾ ਜਿਹਾ ਫੁੱਲਦੇ ਨੇ, ਥੋੜਾ ਸੁੰਗੜਦੇ ਨੇ, ਥੋੜਾ ਫੁੱਲਦੇ ਨੇ, ਥੋੜਾ ਸੁੰਗੜਦੇ ਨੇ ਜੀ। ਜਦੋਂ ਅਸੀਂ ਲੰਬੇ ਸਾਹ ਲੈਂਦੇ ਆ, ਜਦੋਂ ਅਸੀਂ ਦੌੜਦੇ ਆ, ਜਦੋਂ ਅਸੀਂ ਕੋਈ ਭਾਰੀ ਕੰਮ ਕਰਦੇ ਆ ਜਾਂ ਜਦੋਂ ਅਸੀਂ ਜ਼ੋਰ ਕੇ ਹੱਸਦੇ ਆ ਤਾਂ ਜਦੋਂ ਅਸੀਂ ਲੰਬਾ ਸਾਹ ਆਉਂਦਾ ਸਾਨੂੰ ਤਾਂ ਉਹ ਸਾਡੇ ਫੇਫੜੇ ਜਿਹੜੇ ਆ ਉਹ ਗੁਬਾਰੇ ਜਿਹੜੇ ਆ ਪੂਰਾ ਭਰਦੇ ਨੇ ਤੇ ਪੂਰਾ ਟੱਬ ਕਰਦੇ ਨੇ ਜੀ। ਤਾਂ ਇੱਕ ਤਰ੍ਹਾਂ ਨਾਲ ਉਹਨਾਂ ਦੀ ਐਕਸਰਸਾਈਜ਼ ਹੁੰਦੀ ਹੈ। ਤੇ ਦੂਸਰੀ ਗੱਲ ਜਿਹੜੀ ਹੈ ਕਿ ਹੱਸਣਾ ਕਦੀ ਵੀ ਕਿਸੇ ਵੀ ਸਥਿਤੀ ਵਿੱਚ ਨੁਕਸਾਨਦਾਇਕ ਨਹੀਂ ਹੋ ਸਕਦਾ ਜੀ। ਮਤਲਬ ਜਿਵੇਂ ਆਪਾਂ ਕਹਿੰਦੇ ਵੀ ਆਪਾਂ ਇੱਕ ਗੋਲੀ ਖਾਂਦੇ ਉਹਦੇ ਕੁਝ ਸਾਈਡ ਇਫੈਕਟ ਹੁੰਦੇ ਨੇ ਜੀ, ਕੋਈ ਅੰਗਰੇਜ਼ੀ ਦਵਾ ਖਾਂਦੇ ਉਹਦੇ ਸਾਈਡ ਇਫੈਕਟ ਹੁੰਦੇ ਨੇ, ਕਿਸੇ ਆਯੁਰਵੇਦ ਦੇ ਵੀ ਕਿਸੇ ਬੰਦੇ ਨੂੰ ਕੋਈ ਸਾਈਡ ਇਫੈਕਟ ਆ ਸਕਦੇ ਨੇ। ਮਤਲਬ ਗਰਮ ਚੀਜ਼ ਖਾ ਲਈ, ਉਸ ਬੰਦੇ ਦੀ ਤਸੀਰ ਗਰਮ ਹੈ, ਉਹਨੂੰ ਇਹ ਲੱਗ ਸਕਦਾ ਹੈ ਜੀ। ਲੇਕਿਨ ਹੱਸਣ ਦੇ ਕੋਈ ਸਾਈਡ ਇਫੈਕਟ ਜਿਹੜੇ ਆ ਬੈਡ ਸਾਈਡ ਇਫੈਕਟ ਨਹੀਂ ਆਉਂਦੇ। ਠੀਕ ਹੈ। ਇਸ ਕਰਕੇ ਬਹੁਤ ਸਾਰੇ ਕੰਮ ਅੱਜ ਦੀ ਤਾਰੀਖ 'ਚ ਅਸੀਂ ਇਸ ਕਰਕੇ ਨਹੀਂ ਕਰਦੇ ਕਿ ਲੋਕ ਕੀ ਕਹਿਣਗੇ। ਹਾਂ, ਸਭ ਤੋਂ ਵੱਡੀ ਬਿਮਾਰੀ ਤਾਂ ਇਹੀ ਹੈ ਵੀ ਲੋਕ ਕੀ ਕਹਿਣਗੇ। ਮਤਲਬ ਇੱਕ ਕਹਾਵਤ ਹੈ ਜੀ, ਸਭ ਤੋਂ ਬੜਾ ਰੋਗ ਕਿਆ ਕहेंगे ਲੋਕ। ਹਾਂਜੀ। ਇਹ ਵਿਚਾਰ ਜਿਹੜਾ ਹੈ ਨਾ ਇਹ ਆਪਣੇ ਆਪ 'ਚ ਸਭ ਤੋਂ ਵੱਡੀ ਬਿਮਾਰੀ ਹੈ ਜੀ। ਤੁਸੀਂ ਯਕੀਨ ਕਰਿਓ ਜੀ ਵੀ ਮੇਰੇ ਤੋਂ ਵੱਡੇ ਬ੍ਰਦਰ ਨਵਾਂ ਸ਼ਹਿਰ ਰਹਿੰਦੇ ਨੇ, ਬਿਜਲੀ ਬੋਰਡ ਦੇ ਵਿੱਚ ਐਸਡੀਓ ਰਿਟਾਇਰ ਹੋਏ ਨੇ। ਉਹਨਾਂ ਕੋਲੇ ਸਰਕਾਰੀ ਕੁਆਟਰ ਸੀਗਾ। ਅੱਛਾ ਜੀ। ਜਦੋਂ ਮੈਂ ਉੱਥੇ ਜਾਣਾ ਤਾਂ ਉਹ ਮੈਨੂੰ ਭਰਜਾਈ ਹੁਣੀ ਕਹਿੰਦੇ ਹੁੰਦੇ ਸੀ ਵੀ ਕਹਾਣੀ ਬੋਲਿਆ ਕਰ, ਸਾਡੇ ਆਲੇ ਦੁਆਲੇ ਸਾਰੇ ਗੁਆਂਢੀ ਨੂੰ ਪਤਾ ਲੱਗ ਜਾਂਦਾ ਵੀ ਤੇਜਪਾਲ ਆਏ। ਮੇਰਾ ਸ਼ੁਰੂ ਤੋਂ ਹੀ ਮਤਲਬ ਉੱਚੀ ਬੋਲਣਾ, ਉੱਚੀ ਹੱਸਣਾ ਸ਼ੁਰੂ ਤੋਂ ਸੁਭਾਅ। ਇਵੇਂ ਵੱਡੇ ਭਾਈ ਸਾਹਿਬ ਨੇ, ਉਹਨਾਂ ਦੇ ਵੀ ਮੋਹਾਲੀ 'ਚ ਕੋਠੀ ਹੈ, ਉੱਪਰ ਕਿਰਾਏਦਾਰ ਰਹਿੰਦੇ ਨੇ ਤੇ ਉੱਥੇ ਸਾਰੇ ਆਲੇ ਦੁਆਲੇ ਗੁਆਂਢੀਆਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਛੋਟਾ ਭਰਾ ਆਇਆ ਹੋਇਆ। ਦੱਸਣ ਦੀ ਲੋੜ ਹੀ ਨਹੀਂ, ਸਾਡੀ ਛਾਪ ਹੀ ਇਦਾਂ ਦੀ ਹੈ ਕਿ ਪਤਾ ਲੱਗ ਜਾਂਦਾ ਕੋਈ ਆ ਗਿਆ। ਤਾਂ ਮੈਨੂੰ ਇਹ ਲੱਗਦਾ ਜੀ ਮੇਰੀ ਤੰਦਰੁਸਤੀ ਦਾ ਰਾਜ ਜਿਹੜਾ ਇਹੀ ਹੈ ਵੀ ਹੱਸਣ ਜਾਂ ਬੋਲਣ ਵੇਲੇ ਕੋਈ ਸੰਕੋਚ ਨਹੀਂ। ਬੋਲਣ ਤੋਂ ਭਾਵ ਇਹ ਨਹੀਂ ਹੈ ਕਿ ਸ਼ਬਦਾਂ ਦਾ ਚੁਣਾਵ 'ਚ ਸੰਕੋਚ ਨਹੀਂ ਹੈ। ਸ਼ਬਦਾਂ ਦਾ ਚੁਣਾਵ ਤਾਂ ਤੁਹਾਨੂੰ ਕਰਨਾ ਹੀ ਪੈਣਾ ਹੈ ਨਾ। ਉੱਥੇ ਤਾਂ ਸੰਕੋਚ ਹੁੰਦਾ ਹੀ ਹੈ ਕਿ ਮਾੜੇ ਸ਼ਬਦ ਤੁਹਾਡੇ ਮੂੰਹ ਤੋਂ ਨਾ ਨਿਕਲਣ, ਉਹ ਜ਼ਰੂਰੀ ਹੈ। ਲੇਕਿਨ ਮਤਲਬ ਦਬੀ ਹੋਈ ਆਵਾਜ਼ 'ਚ ਹੋਣ, ਤੁਸੀਂ ਆਪਣੇ ਆਪ ਨੂੰ ਇਸ ਕਰਕੇ ਘੁੱਟ ਕੇ ਰੱਖੋ ਵੀ ਯਾਰ ਲੋਕੀ ਕੀ ਕਹਿਣਗੇ, ਇਹ ਮਾੜੀ ਗੱਲ ਹੈ, ਇਹ ਗਲਤ ਗੱਲ ਹੈ। ਲੋਕਾਂ ਦੀ ਪਰਵਾਹ ਨਾ ਕਰੋ ਜੀ। ਕਿਉਂਕਿ ਜਦੋਂ ਤੁਸੀਂ ਬਿਮਾਰ ਹੁੰਦੇ ਹੋ, ਜਦੋਂ ਤੁਹਾਡੇ ਨਾਲ ਕੁਝ ਵੀ ਮਾੜਾ ਵਾਪਰਦਾ ਤੇ ਤੁਸੀਂ ਖੁਦ ਪ੍ਰਭਾਵਿਤ ਹੁੰਦੇ ਹੋ, ਲੋਕ ਕੋਈ ਪਰਵਾਹ ਨਹੀਂ ਕਰਦਾ। ਬਿਲਕੁਲ ਸਹੀ ਗੱਲ ਹੈ ਜੀ। ਇਸ ਕਰਕੇ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣ ਲਈ, ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਇਸ ਗੱਲ ਦੀ ਪਰਵਾਹ ਨਾ ਕਰੋ ਕਿ ਲੋਕ ਕੀ ਕਹਿਣਗੇ ਜੀ। ਤਾਂ ਖੁੱਲ੍ਹ ਕੇ ਹੱਸਣਾ ਹੈਗਾ। ਤੁਸੀਂ ਦੇਖੋ ਅੱਜ ਕੱਲ੍ਹ ਤਾਂ ਪਹਿਲਾਂ ਸਿਹਤ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ ਜਾਂ ਇੰਨੀਆਂ ਡੀਪ ਖੋਜਾਂ ਨਹੀਂ ਸੀ ਹੋਈਆਂ ਵੀ ਲੋਕਾਂ ਨੂੰ ਇਹ ਨਹੀਂ ਸੀ ਪਤਾ ਵੀ ਹੱਸਣ ਦੇ ਕੀ ਫਾਇਦੇ ਹੁੰਦੇ ਨੇ ਜਾਂ ਹੋਰ। ਹੁਣ ਤਾਂ ਕੱਲੀ ਚੀਜ਼, ਹਰ ਹਾਰਮੋਨ ਦਾ ਨਾਮ ਵੀ ਦੱਸ ਦਿੰਦੇ ਨੇ ਵੀ ਆਹ ਵਾਲੇ ਹਾਰਮੋਨ ਜਿਹੜੇ ਰਿਲੀਜ਼ ਹੁੰਦੇ ਨੇ, ਆਹ ਵਾਲੇ ਹਾਰਮੋਨ ਘਟ ਜਾਂਦੇ ਨੇ, ਜਿਹਦੇ ਕਰਕੇ ਸਾਡੇ ਸਰੀਰ ਨੂੰ
ਉਹ ਟੈਕਨੀਕਲ ਚੀਜ਼ਾਂ ਨੇ ਜੀ, ਉਹ ਹਾਰਮੋਨ ਦੇ ਨਾਮ ਬੜੇ ਉਹਨੇ, ਨਾ ਹੀ ਮੈਨੂੰ ਲੱਗਦਾ ਲੋੜ ਹੈ ਤੇ ਨਾ ਹੀ ਉਹਦੇ ਮੈਨੂੰ ਸਾਰਿਆਂ ਦੇ ਨਾਮ ਪਤਾ ਨੇ ਜੀ। ਤਾਂ ਹੱਸਣ ਵੇਲੇ ਜਦੋਂ ਅਸੀਂ ਹੱਸਦੇ ਹਾਂ ਤਾਂ ਸਾਡੇ ਸਰੀਰ ਦੇ ਅੰਦਰ, ਸਾਡੇ ਬ੍ਰੇਨ ਦੇ ਅੰਦਰ ਕੁਝ ਇਹੋ ਜਿਹੇ ਹਾਰਮੋਨ ਪੈਦਾ ਹੁੰਦੇ ਨੇ ਜਿਹੜੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਨੇ, ਤੇ ਉਹ ਹਾਰਮੋਨ ਜਿਹੜੇ ਆ ਉਹ ਪੈਦਾ ਹੋਣੇ ਬੰਦ ਹੋ ਜਾਂਦੇ ਨੇ ਜਿਹੜੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਨੇ, ਜਦੋਂ ਸਾਨੂੰ ਸਟ੍ਰੈਸ 'ਚ ਰੱਖਦੇ ਨੇ। ਸਟ੍ਰੈਸ ਹਾਰਮੋਨ ਕੀ ਆਮ ਤੌਰ ਤੇ ਕਿਹਾ ਜਾਂਦਾ ਉਹਨਾਂ ਨੂੰ, ਸਟ੍ਰੈਸ ਹਾਰਮੋਨ ਨੇ ਜਿਹੜੇ ਉਹ ਬਣਨੇ ਬੰਦ ਹੋ ਜਾਂਦੇ ਜੀ। ਇਸ ਲਈ ਜਦੋਂ ਕੋਈ ਇਦਾਂ ਦਾ ਮਰੀਜ਼ ਆਉਂਦਾ ਆ ਜੋ ਕਿਸੇ ਕਾਰਨ ਡਿਪਰੈਸ਼ਨ ਦੇ ਵਿੱਚ ਹੁੰਦਾ ਜਾਂ ਦੁੱਖ ਦੀ ਘੜੀ ਦੇ ਵਿੱਚ ਹੁੰਦਾ, ਤਾਂ ਫਿਰ ਉਹਨੂੰ ਵੱਧ ਤੋਂ ਵੱਧ ਐਕਸਰਸਾਈਜ਼ ਦੇ ਰੂਪ ਦੇ ਵਿੱਚ ਬੁਲਾਇਆ ਜਾਂਦਾ ਹੈ, ਬੁਲਾ ਕੇ ਵਧੀਆ ਵਧੀਆ ਗੱਲਾਂ ਕੀਤੀਆਂ ਜਾਂਦੀਆਂ ਤਾਂ ਕਿ ਉਹ ਕਿਸੇ ਵੀ ਗੱਲ ਤੇ ਆਪਣੀ ਰਿਐਕਸ਼ਨ ਜਿਹੜਾ ਉਹ ਦੇਵੇ, ਉਹ ਹੱਸੇ ਜਾਂ ਉਹ ਬੋਲੇ। ਤਾਂ ਇਸ ਲਈ ਇਹ ਥੈਰੇਪੀ ਜ਼ਿਆਦਾ ਜਿਹੜੀ ਅੱਜ ਦੇ ਸਮਾਜ ਦੇ ਵਿੱਚ ਵਰਤੀ ਜਾਂਦੀ ਹੈ। ਬਿਲਕੁਲ, ਤੁਸੀਂ ਦੇਖੋ ਵੀ ਤੁਸੀਂ ਆਮ ਪਾਰਕਾਂ ਦੇ ਵਿੱਚ ਲਾਫਟਰ ਥੈਰੇਪੀ ਜਿਹੜੀ ਹੈ, ਲੋਕ ਨਕਲੀ ਹਾਸਾ ਹੱਸਦੇ। ਹਾਂਜੀ, ਹੈ ਨਾ, ਨਕਲੀ ਹਾਸਾ ਹੱਸਣ ਦੇ ਪਿੱਛੇ, ਕਿਉਂਕਿ ਅਸਲ ਦੇ ਵਿੱਚ ਇਹ ਇੱਕ ਸੱਚਾਈ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਹੈ, ਜਿਹੜਾ ਪੂੰਜੀਵਾਦੀ ਮਾਡਲ ਹੈ ਨਾ ਜੀ, ਵਿਕਾਸ ਦਾ ਜਿਹੜਾ ਪੂੰਜੀਵਾਦੀ ਮਾਡਲ ਹੈ, ਇਹ ਮਾਡਲ ਜਿਹੜਾ ਹੈ ਸਿਰਫ ਤੇ ਸਿਰਫ ਪੈਸੇ ਤੇ ਫੋਕਸ ਹੁੰਦਾ ਹੈ, ਪ੍ਰੋਫਿਟ ਤੇ ਮੁਨਾਫੇ ਤੇ ਫੋਕਸ ਹੁੰਦਾ ਜੀ ਜੀ ਬਿਲਕੁਲ। ਇਹਦੇ ਵਿੱਚ ਲੋਕਾਂ ਦੀ ਸਿਹਤ ਕਿੱਦਾਂ ਦੀ ਹੋਵੇ, ਉਹ ਕਿਹੋ ਜਿਹੇ ਮਤਲਬ ਵਿਚਾਰਾਂ ਦੇ ਹੋਣ, ਇਸ ਗੱਲ ਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਜਿਹੜੇ ਲੋਕ ਇਹਦੇ ਤੇ ਰਾਜ ਕਰਦੇ ਨੇ ਜਾਂ ਕਹਿ ਲਓ ਜਿਹੜੇ ਨੂੰ ਚਲਾ ਰਹੇ ਨੇ ਸਿਸਟਮ ਨੂੰ, ਉਹਨਾਂ ਦਾ ਇੱਕੋ ਹੀ ਫੋਕਸ ਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਪੈਸਾ ਜਿਹੜਾ ਉਹ ਕਿਵੇਂ ਆਮ ਲੋਕਾਂ ਦੀਆਂ ਜੇਬਾਂ ਚੋਂ ਕੱਢ ਕੇ ਸਾਡੀਆਂ ਜੇਬਾਂ 'ਚ ਆ ਸਕਦਾ। ਬਿਲਕੁਲ ਜੀ। ਇਸ ਕਰਕੇ ਇਸ ਪੂੰਜੀਵਾਦੀ ਮਾਡਲ ਨੇ ਇਸ ਤਰ੍ਹਾਂ ਦਾ ਮਾਹੌਲ ਸਿਰਜ ਦਿੱਤਾ ਹੈ ਕਿ ਲੋਕਾਂ ਕੋਲ ਹੱਸਣ ਦੇ ਕਾਰਨ ਘਟ ਗਏ ਨੇ। ਸਹੀ ਗੱਲ ਹੈ, ਬਹੁਤ ਜ਼ਿਆਦਾ ਚੀਜ਼ਾਂ ਇਦਾਂ ਦੀਆਂ ਆਲੇ ਦੁਆਲੇ ਆ ਰਹੀਆਂ ਨੇ, ਪਰ ਆਪਾਂ ਉਹਨਾਂ ਸਾਰੇ ਸਿਸਟਮ ਦੇ ਵਿੱਚ ਹੈ, ਹਾਸੇ ਹੁਣ ਨਹੀਂ ਲੱਭਦੇ। ਖੁੱਲ ਕੇ ਹੱਸਣ ਵਾਲਾ ਨਹੀਂ ਤੁਹਾਨੂੰ ਛੇਤੀ ਛੇਤੀ ਕਿਤੇ ਨਹੀਂ ਮਿਲੇਗਾ। ਹਾਂ, ਮਤਲਬ ਤੁਸੀਂ ਦੇਖੋ ਵੀ ਮਤਲਬ ਛੋਟੀ ਛੋਟੀ ਗੱਲ ਤੇ ਹੱਸਣਾ, ਖੁਸ਼ ਹੋਣਾ, ਕਿਉਂਕਿ ਟੈਨਸ਼ਨਾਂ ਹੀ ਇੰਨੀਆਂ ਨੇ, ਤੁਹਾਨੂੰ ਇਸ ਲੈਵਲ ਤੱਕ ਉਹ ਲੈ ਆਏ ਨੇ ਕਿ ਤੁਹਾਨੂੰ ਸਰਵਾਈਵ ਕਰਨ ਲਈ। ਤੁਸੀਂ ਦੇਖੋ ਪਿਛਲੇ ਸਮੇਂ 'ਚ ਆਪਾਂ ਦੇਖਦੇ ਵੀ ਇੱਕ ਮੈਂਬਰ ਕਮਾਉਂਦਾ ਸੀ ਤਾਂ ਸਾਰਾ ਟੱਬਰ ਖਾਈ ਜਾਂਦਾ ਸੀ। ਬਿਲਕੁਲ ਜ਼ਰੂਰੀ ਨਹੀਂ ਸੀਗਾ ਕਿ ਪਰਿਵਾਰ ਦੇ ਸਾਰੇ ਮੈਂਬਰ ਕੰਮ ਕਰਨ। ਅੱਜ ਅਸੀਂ ਇਸ ਲੈਵਲ ਤੇ ਪਹੁੰਚ ਗਏ ਹਾਂ ਕਿ ਜੇ ਸਾਰੇ ਜੀ ਕੰਮ ਨਹੀਂ ਕਰਦੇ ਤਾਂ ਗੁਜ਼ਾਰਾ ਨਹੀਂ ਹੁੰਦਾ। ਬਿਲਕੁਲ ਸਹੀ ਕਿਹਾ ਤੁਸੀਂ, ਹੈ ਨਾ। ਆਪਾਂ ਫਿਰ ਉਸੇ ਗੱਲ ਤੇ ਆਵਾਂਗੇ, ਇਹਦੇ ਪਿੱਛੇ ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਅਸੀਂ ਉਦੋਂ, ਕਿਉਂਕਿ ਉਦੋਂ ਟੈਲੀਵਿਜ਼ਨ ਨਹੀਂ ਸੀ, ਉਦੋਂ ਪ੍ਰਚਾਰ ਮਾਧਿਅਮ ਹੈ ਨਹੀਂ ਸੀ, ਮੋਬਾਈਲ ਨਹੀਂ ਸੀ, ਉਦੋਂ ਐਡਵਰਟਾਈਜ਼ਮੈਂਟ ਨਹੀਂ ਸੀ, ਇਸ ਕਰਕੇ ਅਸੀਂ ਉਹੀ ਚੀਜ਼ਾਂ ਖਰੀਦਦੇ ਸੀ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਸੀ। ਹਾਂਜੀ ਬਿਲਕੁਲ ਜੀ। ਬਾਕੀ ਪੈਸਾ ਅਸੀਂ ਬਚਾ ਕੇ ਰੱਖਦੇ ਸੀ। ਛੋਟੀ ਮੋਟੀ ਬੱਚਤ ਮਤਲਬ ਸਾਡੀ ਹੁੰਦੀ ਸੀ, ਕਿਉਂਕਿ ਸਾਡੇ ਕੋਲ ਸਾਡੇ ਖਰਚੇ ਬਹੁਤ ਘੱਟ ਸੀਗੇ ਜੀ। ਅੱਜ ਕੀ ਹੋ ਗਿਆ ਕਿ ਐਡਵਰਟਾਈਜ਼ਮੈਂਟ ਦਾ ਦੌਰ ਹੈ, ਪੂੰਜੀਵਾਦ ਨੇ ਇਹਨੂੰ, ਮਤਲਬ ਤੁਸੀਂ ਦੇਖੋ ਵੀ ਇੱਕ ਘਰ ਦੇ ਵਿੱਚ ਰੋਟੀ ਪੱਕਦੀ ਹੈ ਕਿ ਨਹੀਂ ਪੱਕਦੀ, ਇਹ ਮਸਲਾ ਨਹੀਂ ਹੈ। ਉਸ ਘਰ 'ਚ ਟੀਵੀ ਹੈਗਾ ਕਿ ਨਹੀਂ ਹੈਗਾ, ਇਹ ਮਸਲਾ ਹੈ। ਸੱਚੀ ਹੈ, ਸਹੂਲਤਾਂ ਤੁਹਾਡੇ ਕੋਲੇ ਸਾਰੀਆਂ ਨੇ, ਇਹ ਬਹੁਤ ਜ਼ਰੂਰੀ ਹੈ। ਔਰ ਮਤਲਬ ਰੋਟੀ ਪੱਕਦੀ ਹੈ ਕਿ ਨਹੀਂ ਪੱਕਦੀ ਇਹ ਜ਼ਰੂਰੀ ਨਹੀਂ ਹੈ। ਮੋਬਾਈਲ ਸਾਰੇ ਮੈਂਬਰਾਂ ਕੋਲ ਹੈਗਾ ਕਿ ਨਹੀਂ ਹੈਗਾ, ਇਹ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਹਾਂਜੀ ਬਿਲਕੁਲ ਸਹੀ ਕਿਹਾ। ਮਤਲਬ ਇਹ ਚੀਜ਼ ਐਵੇਂ ਸਹਿਜ ਸੁਭਾਵਕ ਨਹੀਂ ਵਾਪਰੀ ਹੈ, ਇਹ ਬਕਾਇਦਾ ਮਤਲਬ ਪੂੰਜੀਵਾਦ ਦਾ ਇੱਕ ਤਰੀਕਾ ਹੈ ਕੰਮ ਕਰਨ ਦਾ, ਵੈਲ ਪਲਾਨਡ ਹੋਇਆ ਸਭ ਕੁਝ ਜੋ ਵੀ ਹੋਇਆ। ਹਾਂ, ਕਿ ਬੇਲੋੜੀਆਂ ਚੀਜ਼ਾਂ ਖਰੀਦਣ ਲਈ ਤੁਹਾਨੂੰ ਲਲਾਇਤ ਕੀਤਾ ਜਾਵੇ, ਤੁਹਾਨੂੰ ਮਤਲਬ ਲਲਚਾਇਆ ਜਾਵੇ ਕਿ ਮੈਂ ਆ ਵੀ ਖਰੀਦ ਲਾਂ, ਮੈਂ ਆ ਵੀ ਖਰੀਦ ਲਾਂ, ਮੈਂ ਆ ਵੀ। ਤੁਸੀਂ ਅੱਜ ਦੀ ਤਰੀਕ ਦੇਖੋਗੇ ਲੋਕ ਵੱਡੇ ਵੱਡੇ ਸ਼ਾਪਿੰਗ ਮਾਲ ਨੇ ਜੀ। ਹੁਣ ਸ਼ਾਪਿੰਗ ਮਾਲ ਦਾ ਕੰਸੈਪਟ ਕੀ ਹੈ ਜੀ? ਜਦੋਂ ਤੁਸੀਂ ਇੱਕ ਛੋਟੀ ਦੁਕਾਨ ਤੇ ਜਾਂਦੇ ਹੋ ਤਾਂ ਤੁਸੀਂ ਦੁਕਾਨਦਾਰ ਨੂੰ ਇੱਕ ਲਿਸਟ ਦਿੰਦੇ ਹੋ ਵੀ ਮੈਨੂੰ ਆਹ ਚਾਹੀਦਾ, ਉਹ ਆਪ ਕੱਢ ਕੇ ਦਿੰਦਾ ਤੁਹਾਨੂੰ, ਠੀਕ ਹੈ। ਲੇਕਿਨ ਮਾਲ ਕੀ ਹੈ, ਤੁਸੀਂ ਜਾਂਦੇ ਹੋ ਟਰਾਲੀ ਲੈ ਕੇ, ਘੁੰਮ ਕੇ ਦੇਖਦੇ ਹੋ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਦਿਮਾਗ 'ਚ ਆ ਜਾਂਦੀਆਂ, ਮੈਂ ਆ ਵੀ ਖਰੀਦ ਲਾਂ, ਮੈਂ ਆ ਵੀ ਖਰੀਦ ਲਾਂ, ਮੈਂ ਆ ਵੀ। ਮਤਲਬ ਤੁਸੀਂ ਅਗਰ ਤੁਹਾਡਾ ਘਰ ਦਾ ਬਜਟ ਜਿਹੜਾ ਹੈ
ਜੇ ਤੁਸੀਂ ਛੋਟੀ ਦੁਕਾਨ ਤੋਂ ਸਮਾਨ ਖਰੀਦੋਗੇ ਤਾਂ ਅਗਰ ਉਹ 2000 ਰੁਪਏ ਚ ਪੂਰਾ ਹੋ ਜਾਂਦਾ ਤਾਂ ਮਾਲ ਤੇ ਜਾ ਕੇ ਤੁਸੀਂ ਮੰਨੋ ਮੰਨੀ 3-4 ਦਾ ਸਮਾਨ ਖਰੀਦ ਕੇ ਲਿਆਓ। ਬਿਲਕੁਲ ਨਾਰਮਲੀ ਗੱਲ ਹੈ, ਉੱਥੇ ਦੇਖ ਕੇ ਹੋਰ ਲੱਗਦਾ ਵੀ ਇਹ ਵੀ ਲੋੜ ਪੈ ਸਕਦੀ ਆ, ਇਹ ਨਹੀਂ ਵੀ ਲੋੜ ਹੈਗੀ ਆ, ਲੋੜ ਇਸ ਦੀ ਵੀ ਜ਼ਰੂਰਤ ਹੋ ਸਕਦੀ ਆ, ਅਸੀਂ ਇਦਾਂ ਸੋਚ ਕੇ ਲੈ ਕੇ ਆਉਣੇ ਆ ਸਮਾਨ। ਤੇ ਹੁਣ ਸਾਡਾ ਪੈਸਾ ਜਿਹੜਾ ਹੈ ਨਾ ਉਹ ਬਹੁਤ ਸਾਰੀਆਂ ਬੇਲੋੜੀਆਂ ਚੀਜ਼ਾਂ ਤੇ ਅਸੀਂ ਖਰਚਾ ਕਰਨਾ ਸ਼ੁਰੂ ਕਰ ਦਿੱਤਾ ਜੀ, ਜਿਹਦੇ ਕਰਕੇ ਮਤਲਬ ਅਸੀਂ ਸੰਕਟ ਚ ਫਸੇ ਆ। ਤੁਸੀਂ ਦੇਖੋ ਮਤਲਬ ਕਿਸਾਨੀ ਸੰਕਟ ਚ ਜਿਵੇਂ ਹੈ, ਮਤਲਬ ਜੇ ਆਪਾਂ ਕਿਸਾਨੀ ਦੇ ਸੰਕਟ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਪਹਿਲਾਂ ਇਹ ਸੁਵਿਧਾ ਦਿੱਤੀ ਗਈ ਕਿ ਜਿੰਨਾ ਮਰਜ਼ੀ ਲੈ ਲਓ ਜੀ ਲੋਨ, ਜਿੰਨਾ ਮਰਜ਼ੀ ਲੋਨ ਲੈ ਲਓ ਜੀ। ਅੱਛਾ ਹੁਣ ਉਹ ਕੀ ਹੈ, ਬੰਦੇ ਨੇ ਲੋਨ ਲਿਆ, ਫਸਲ ਵੀ ਨਹੀਂ ਢੰਗ ਦੀ ਹੋਈ ਤੇ ਗਾਂ ਮੁੰਡੇ ਦਾ ਵਿਆਹ ਕਰ ਲਿਆ ਜਾਂ ਕੁੜੀ ਦਾ ਵਿਆਹ ਕਰ ਲਿਆ, ਪੈਸਾ ਉੱਥੇ ਖਰਚਿਆ ਗਿਆ, ਹੁਣ ਉਹ ਵਾਪਸ ਕਰਨਾ, ਵਾਪਸ ਹੋ ਨਹੀਂ ਰਿਹਾ ਜੀ। ਮਤਲਬ ਸਾਡੇ ਅਸੀਂ ਜਾਣ ਬੁੱਝ ਕੇ ਇਸ ਕੁਚੱਕਰ ਚ ਫਸੇ ਹਾਂ। ਅਸੀਂ ਪੂੰਜੀਵਾਦ ਦੀ ਇਸ ਚਾਲ ਨੂੰ ਸਮਝ ਨਹੀਂ ਸਕੇ ਐ ਕਹਿ ਲਈਏ, ਤਾਂ ਉਹਨਾਂ ਨੇ ਸਾਨੂੰ ਇਸ ਚੀਜ਼ ਤੇ ਫਸਾ ਲਿਆ ਜੀ। ਮਤਲਬ ਤੁਸੀਂ ਇਹ ਦੇਖੋ ਵੀ ਅੱਜ ਇੱਕ ਘਰ ਹੈ ਕਿਸੇ ਕੋਲ ਬਣਿਆ ਹੋਇਆ, ਉਹਦੇ ਤੇ ਬਾਲੇ ਤੇ ਗਾਡਰ ਪਏ ਹੋਏ ਨੇ, ਉਹ ਘਰ ਠੀਕ ਹੈ, ਚੁੰਦਾ ਵੀ ਨਹੀਂ, ਸਾਰਾ ਕੁਝ ਠੀਕ ਹੈ, ਲੇਕਿਨ ਉਹਦੀ ਕੋਸ਼ਿਸ਼ ਕੀ ਮੈਂ ਉਹਨੂੰ ਹਟਾ ਕੇ ਲੈਂਟਰ ਪਾ ਦਵਾਂ ਜੀ, ਜੇ ਮੈਂ ਵੀ 2 ਮੰਜ਼ਿਲਾ ਬਣਾ ਲਵਾਂ। ਹਾਂ ਬਿਲਕੁਲ, ਮੈਂ ਇਹੋ ਜਿਹੇ ਘਰ ਦੇਖੇ ਨੇ ਵੀ ਜਿੱਥੇ 10 ਸਾਲ ਤੋਂ ਘਰ ਉਹ ਬਣਿਆ ਹੋਇਆ, ਕਰੋੜ 2 ਕਰੋੜ ਦਾ ਘਰ, ਕੋਈ ਨਹੀਂ ਰਹਿੰਦਾ ਜੀ, ਉਦਾਂ ਹੀ ਬੰਦ ਪਿਆ ਜੀ। ਜਾਂ 3 ਮੰਜ਼ਿਲਾਂ ਬਣਾਈਆਂ ਹੋਈਆਂ ਨੇ, 1 ਮੰਜ਼ਿਲ ਥੱਲੇ ਉਹ ਰਹਿੰਦੇ ਨੇ, 2 ਮੰਜ਼ਿਲਾਂ ਉੱਪਰ ਸਫਾਈ ਵੀ ਨਹੀਂ ਹੁੰਦੀ। ਸਹੀ ਕਿਹਾ ਤੁਸੀਂ, ਪੈਸਾ ਲਾਇਆ ਹਾਂਜੀ। ਤਾਂ ਅਸਲ ਦੇ ਵਿੱਚ ਅਸੀਂ ਹੱਸਣ ਦੇ ਕਾਰਨਾਂ ਨੂੰ ਜਿਹੜਾ ਖੁਦ ਹੌਲੀ ਕਰਕੇ ਖਤਮ ਕਰ ਦਿੱਤਾ। ਅਸੀਂ ਇੰਨੇ ਰੁੱਝ ਗਏ ਉਹਨਾਂ ਚੀਜ਼ਾਂ ਨੂੰ ਮੈਨੇਜ ਕਰਨ ਦੇ ਵਿੱਚ। ਹੁਣ ਮੈਨੂੰ ਰੋਜ਼ ਫੋਨ ਆਉਂਦਾ ਜੀ ਬੈਂਕ ਤੋਂ, ਕ੍ਰੈਡਿਟ ਕਾਰਡ ਲੈ ਲਓ ਹਾਂਜੀ, ਇਹ ਫ੍ਰੀ ਹੈ ਜੀ। ਮੇਰਾ ਇੱਕੋ ਜਵਾਬ ਹੁੰਦਾ ਕਿ ਮੈਂ ਨਹੀਂ ਲੈਣਾ। ਕਿਉਂ ਨਹੀਂ ਲੈਣਾ ਜੀ? ਮੁਫਤ ਦੀ ਫੈਸਿਲਿਟੀ ਮਿਲਦੀ ਹੈ ਤੁਹਾਨੂੰ, ਤੁਸੀਂ 2 ਲੱਖ ਰੁਪਇਆ ਖਰਚ ਲਓ ਫਿਰ ਦੇ ਦਿਓ। ਮੈਂ ਕਿਹਾ ਮੇਰਾ ਅਸੂਲ ਹੈ ਵੀ ਜਿੰਨੇ ਮੇਰੀ ਜੇਬ ਚ ਨੇ ਉਹਨੇ ਹੀ ਮੈਂ ਖਰਚ ਲਿਆ, ਉਹਨੇ ਹੀ ਖਰਚਨੇ ਜੀ। ਬਿਲਕੁਲ, ਮੈਂ ਉਧਾਰ ਲੈ ਕੇ ਨਹੀਂ ਖਰਚਨੇ। ਅੱਜ ਤੁਸੀਂ ਕਹਿੰਦੇ ਹੋ ਕ੍ਰੈਡਿਟ ਕਾਰਡ ਫ੍ਰੀ ਹੈ, ਤੁਸੀਂ 50 ਦਿਨ ਦੀ ਲਿਮਿਟ ਦਿੰਦੇ ਹੋ, ਜੇ 50 ਦਿਨ ਤੋਂ ਬਾਅਦ ਮੈਂ ਨਹੀਂ ਦੇ ਸਕਦਾ ਤੇ 3% ਜਾਂ 2% ਤੁਸੀਂ ਮਹੀਨੇ ਦਾ ਵਿਆਜ ਲਾਉਂਦੇ ਹੋ, ਕਿੱਥੋਂ ਪੂਰਾ ਹੋਊਗਾ? ਨਿੱਤ ਫੋਨ ਆਉਂਦੇ ਆ ਬੈਂਕ ਦੇ, ਤੁਹਾਡਾ ਸਿਵਲ ਬਹੁਤ ਵਧੀਆ ਜੀ, ਤੁਸੀਂ 10 ਲੱਖ ਦਾ ਪਰਸਨਲ ਲੋਨ ਤੁਹਾਨੂੰ ਮਿਲ ਸਕਦਾ। ਨਹੀਂ ਲੈਣਾ ਹਾਂਜੀ, ਕਿਉਂਕਿ ਅਸਲ ਚ ਕੀ ਆ ਵੀ ਅਸੀਂ ਗੱਡੀ ਵੀ ਲੈ ਲਈ ਲੋਨ ਤੇ, ਘਰ ਵੀ ਲੋਨ ਲੈ ਕੇ ਬਣਾ ਲਿਆ, ਅਸੀਂ ਫਰਿੱਜ ਵੀ ਲੈ ਲਈ ਕਿਸ਼ਤਾਂ ਤੇ, ਅਸੀਂ ਟੀਵੀ ਵੀ ਕਿਸ਼ਤਾਂ ਤੇ ਲੈ, ਟੀਵੀ ਸੀਗਾ ਬੜਾ ਸੋਹਣਾ ਚੱਲਦਾ, ਉਹਨੂੰ ਵੇਚਤਾ ਜਾਂ ਉਹਨੂੰ ਵਿਕਦਾ ਥੋੜੀ ਆ, ਉਹਨੂੰ ਉੱਦੇ ਚੁਕਾਤਾ ਕਿਸੇ ਨੂੰ, ਤੇ ਨਵੀਂ LED ਅਸੀਂ ਕਿਸ਼ਤਾਂ ਤੇ ਲੈ ਲਈ ਹੈ। ਹੁਣ ਹਰ ਮਹੀਨੇ ਜਿਹੜੀਆਂ ਕਿਸ਼ਤਾਂ ਆਉਂਦੀਆਂ ਨੇ ਉਹਨੂੰ ਪੂਰਾ ਕਰਨ ਲਈ ਤੁਹਾਨੂੰ ਜ਼ਰੂਰਤ ਹੈ ਹਰ ਵੇਲੇ ਕੰਮ ਤੇ ਭੱਜਣ ਦੀ, ਐਕਸਟਰਾ ਕੰਮ ਲੱਭਣ ਦੀ, ਓਵਰ ਟਾਈਮ ਲਾਉਣ ਦੀ, ਤੇ ਫਿਰ ਹੱਸੋਗੇ ਕਦੋਂ ਤੁਸੀਂ? ਹਾਸੇ ਗਵਾ ਲਏ ਅਸੀਂ ਚੀਜ਼ਾਂ ਦੇ ਚੱਕਰਾਂ 'ਚ, ਹਾਸੇ ਅਸੀਂ ਗਵਾ ਲਏ ਹਾਂਜੀ। ਉਹ ਕੀ ਅੱਜ ਸਾਨੂੰ ਪਿੰਡਾਂ ਦੇ ਵਿੱਚ ਜਿਹੜੀਆਂ ਸੱਥਾਂ ਹੁੰਦੀਆਂ ਸੀਗੀਆਂ, ਜਿੱਥੇ ਇੱਕ ਚਬੂਤਰਾ ਬਣਿਆ ਹੁੰਦਾ ਸੀ ਦਰਖਤ ਦੇ ਥੱਲੇ, ਜਿੱਥੇ ਬਹਿ ਕੇ ਲੋਕ ਵਿਹਲੇ ਸਮੇਂ ਹਾ ਹੋ ਹੁੰਦੀ ਸੀ, ਇੱਧਰ ਉੱਧਰ ਦੀਆਂ ਗੱਲਾਂ, ਹਾਸੇ ਖੇਡੇ, ਉਹ ਸਾਰਾ ਕੁਝ ਗਾਇਬ ਹੋ ਗਿਆ ਜੀ। ਅੱਜ ਤੁਸੀਂ ਪਿੰਡਾਂ 'ਚ ਵੀ ਜਾ ਕੇ ਦੇਖੋਗੇ ਤਾਂ ਇਹੋ ਜਿਹਾ ਮਾਹੌਲ ਨਹੀਂ ਮਿਲਦਾ ਤੁਹਾਨੂੰ। ਪਿੰਡ ਵੀ ਸ਼ਹਿਰਾਂ ਦੀ ਨਕਲ ਕਰ ਰਹੇ ਨੇ ਹਾਂਜੀ। ਤਾਂ ਹੱਸਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸਾਨੂੰ ਹੁਣ ਕੀ ਕਰਨਾ ਪਊਗਾ ਕਿ ਹੱਸਣ ਦੇ ਕਾਰਨ ਲੱਭਣੇ ਪੈਣਗੇ ਜੀ। ਬਿਲਕੁਲ, ਅਗਰ ਤੁਸੀਂ ਟੀਵੀ ਦੇ ਉੱਤੇ 1 ਘੰਟਾ ਮੰਨ ਲਓ ਤੁਸੀਂ ਰੋਜ਼ ਟੀਵੀ ਦੇਖਦੇ ਹੋ, ਬਜਾਏ ਇਹਦੇ ਕੋਈ ਰੋਂਦੂ ਜਿਹਾ ਸੀਰੀਅਲ ਦੇਖਣ ਦੇ ਕੋਈ ਕਾਮੇਡੀ ਸੀਰੀਅਲ ਦੇਖ ਲਓ ਹਾਂਜੀ, ਤਾਂ ਕਿ ਤੁਸੀਂ ਖੁੱਲ ਕੇ ਹੱਸ ਸਕੋ। ਪਰ ਅਸੀਂ ਕਿਹੜੇ ਦੇਖਣੇ ਹੁੰਦੇ ਆ? ਅਸੀਂ ਕਿਹੜੇ ਦੇਖਣੇ ਹੁੰਦੇ ਆ? ਅਸੀਂ ਉਹ ਸੱਸ ਨੂੰਹਾਂ ਵਾਲੇ ਵੇਖਣੇ ਹੁੰਦੇ ਆ, ਅਸੀਂ 2 ਘਰਾਂ ਦੀ ਲੜਾਈ ਵੇਖਣੀ ਹੁੰਦੀ ਆ, ਅਸੀਂ ਬਿਗ ਬੌਸ ਵੇਖਣਾ ਹੁੰਦਾ ਵੀ ਅਸੀਂ ਇੱਥੇ ਕਿੱਦਾਂ ਫਾਈਟ ਕਰਨਾ, ਪੁੱਠਾ ਸਿੱਧਾ ਲੜਾਈਆਂ ਕਿੱਦਾਂ ਕਰਨੀਆਂ ਨੇ। ਅਕਸਰ ਹੀ ਮੇਰੇ ਆਲੇ ਦੁਆਲੇ ਲੋਕ ਮੈਨੂੰ ਪੁੱਛ ਲੈਂਦੇ ਕਦੇ ਬਿਗ ਬੌਸ ਦੇਖਿਆ? ਮੈਂ ਕਿਹਾ ਮੈਂ ਬਿਗ ਬੌਸ ਜ਼ਰੂਰ ਵੇਖਿਆ, ਮੀਨਸ ਇਉਂ ਵੇਖਿਆ ਕਿ ਇਹ ਬਿਗ ਬੌਸ ਹੁੰਦਾ ਹੈਗਾ, ਪਰ ਐ ਹੁੱਬ ਕੇ ਨਹੀਂ ਵੇਖਿਆ
ਤੇ ਕਈਆਂ ਦੇ ਮੂੰਹ ਚੋਂ ਫਿਰ ਇਹ ਸੁਣਨ ਨੂੰ ਮਿਲਦਾ ਜੀ ਜੇ ਅਸੀਂ ਇਹਨੂੰ ਨਾ ਵੇਖੀਏ ਨਾ, ਇਹ ਜੇ ਸੀਰੀਅਲ ਸੱਸ ਨੂੰ ਵਾਲੇ, ਅੱਜ ਸੱਸ ਨੇ ਉਹਨੂੰ ਬੜਾ ਚੈਲੰਜ ਦਿੱਤਾ ਹੋਇਆ ਦਾ ਸ਼ਾਮ ਨੂੰ ਮੂਹਰੇ ਕੁਝ ਕਰਕੇ ਦਿਖਾਉਣਾ। ਮਤਲਬ ਮੇਰੇ ਨਾਲ ਦੀਆਂ ਕੁਲੀਗਸ ਹਮੇਸ਼ਾ ਮੈਂ ਜਦੋਂ ਵੀ ਦੇਖਦੀ ਹਾਂ ਉਹ ਸੀਰੀਅਲ ਦੀਆਂ ਗੱਲਾਂ ਚ ਹੁੰਦੀਆਂ, ਡੀਪ ਪੂਰੀਆਂ ਗੁੱਡੀਆਂ ਹੋਈਆਂ, ਉਹਨੇ ਇਹ ਚੈਲੰਜ, ਉਹਨੇ ਇਹ ਉੱਥੇ ਅੱਜ ਆਏ ਹੋਣਾ, ਉੱਥੇ ਮਤਲਬ ਉਸ ਨੂੰ ਵੇਖਣ ਦੀ ਜੱਦੋ-ਜਹਿਦ ਦੇ ਵਿੱਚ ਆਪਣਾ ਸਾਰੇ ਦਿਨ ਦਾ ਰਿਲੈਕਸ ਗਵਾ ਲੈਂਦੀਆਂ ਨੇ। ਇਹ ਮੈਂ ਕੱਲੀਆਂ ਬੀਬੀਆਂ ਦੀ ਗੱਲ ਨਹੀਂ ਕਰਦੀ, ਇਹ ਓਵਰਆਲ ਸਾਰੇ ਲੋਕਾਂ ਦੀ ਗੱਲ ਹੈ ਵੀ ਉਹ ਜਿਹੜੇ ਇਸ ਸਾਰੇ ਕਰਦੇ ਆ। ਜੀ ਜੀ ਬਿਲਕੁਲ। ਮਤਲਬ ਅਸੀਂ ਅਸਲ ਚ ਜਦੋਂ ਇਹ ਗੱਲ ਪੁਰਾਣੀ ਕਹਾਵਤ ਹੈ ਕਿ ਜੈਸੀ ਸੰਗਤ ਵੈਸੀ ਰੰਗਤ, ਰੰਗਤ ਬਿਲਕੁਲ ਜੀ ਹੈ ਨਾ। ਸੰਗਤ ਦਾ ਅਸਰ ਜਿਹੜਾ ਤੁਹਾਡੇ ਜੀਵਨ ਦੇ ਉੱਤੇ ਇਕੱਲਾ ਮਨ ਤੇ ਨਹੀਂ ਹੁੰਦਾ, ਪੂਰੇ ਦੇ ਪੂਰੇ ਸਰੀਰ ਤੇ, ਸਿਹਤ ਤੇ, ਸਾਰੀਆਂ ਚੀਜ਼ਾਂ ਤੇ ਅਸਰ ਹੁੰਦਾ। ਹਾਂਜੀ। ਮਤਲਬ ਇੱਕ ਬੰਦਾ ਕਹਿੰਦਾ ਵੀ ਮੈਂ ਹਰ ਵਿਅਕਤੀ ਬਾਰੇ ਦੱਸ ਸਕਦਾ ਕਿ ਆਉਣ ਵਾਲੇ 5 ਸਾਲਾਂ ਬਾਅਦ ਕੀ ਬਣੂਗਾ ਇਹ। ਅੱਛਾ। ਮਤਲਬ ਇਹ ਭਵਿੱਖਬਾਣੀ ਹਰ ਕੋਈ ਕਰ ਸਕਦਾ ਔਰ ਹਰ ਕਿਸੇ ਬਾਰੇ ਕੀਤੀ ਜਾ ਸਕਦੀ ਹੈ। ਸਿਰਫ ਤੁਸੀਂ ਇਹ ਦੇਖਣਾ ਕਿ ਉਹਦਾ ਵਿਹਲਾ ਸਮਾਂ ਕਿੱਥੇ ਬੀਤਦਾ। ਸਹੀ। ਜੇ ਆਪਣਾ ਵਿਹਲਾ ਸਮਾਂ ਸ਼ਰਾਬੀਆਂ 'ਚ ਬਹਿ ਕੇ ਬਿਤਾਉਂਦਾ, ਸ਼ਰਾਬੀ ਬਣ ਜਾਏਗਾ। ਜੋ ਵਿਹਲਾ ਸਮਾਂ ਜੁਆਰੀਆਂ 'ਚ ਬੈਠਦਾ ਤਾਂ ਜੁਆਰੀ ਬਣ ਜਾਏਗਾ। ਜੋ ਵਿਹਲਾ ਸਮਾਂ ਰੋਂਦੂ ਲੋਕਾਂ 'ਚ ਬਹਿੰਦਾ ਤਾਂ ਖੁਦ ਵੀ ਰੋਂਦੂ ਬਣ ਜਾਏਗਾ। ਜੋ ਹੱਸਣ ਵਾਲੇ ਲੋਕਾਂ 'ਚ ਬਹਿੰਦਾ ਖੁਦ ਵੀ ਹੱਸਣ ਵਾਲਾ ਬਣ ਜਾਏਗਾ ਜੀ। ਹੁਣ ਅੱਜ ਕੱਲ ਸਾਡੀ ਸੰਗਤ ਤਾਂ ਹੈ ਨਹੀਂ, ਮਤਲਬ ਆਪਾਂ ਇਹ ਤਾਂ ਹੈ ਨਹੀਂ ਕਿ 4 ਲੋਕਾਂ 'ਚ ਜਾ ਕੇ ਬਹਿ ਕੇ ਗੱਲ ਕਰ ਪਈਏ, ਜਾਂ ਆਪਾਂ ਸੋਸ਼ਲ ਚੀਜ਼ਾਂ ਤਾਂ ਬਹੁਤ ਘਟ ਗਈਆਂ ਨੇ ਸਾਡੀਆਂ। ਪਰ ਅੱਜ ਅਸੀਂ ਸੰਗਤ ਕਰ ਰਹੇ ਟੀਵੀ ਦੀ, ਉਹ ਵੀ ਇੱਕ ਸੰਗਤ ਹੈ ਜੀ। ਹੁਣ ਟੀਵੀ ਦੇ ਵਿੱਚ ਹੀ ਅਗਰ ਤੁਸੀਂ ਰੋਂਦੂ ਚੀਜ਼ਾਂ ਦੀ ਸੰਗਤ ਕਰੋਗੇ ਤਾਂ ਤੁਸੀਂ ਉਦਾਂ ਨਹੀਂ ਬਣੋਗੇ। ਜੀ ਜੀ ਬਿਲਕੁਲ ਸਹੀ, ਦਰੁਸਤ ਫਰਮਾਇਆ। ਹਾਂਜੀ, ਹੈ ਨਾ। ਤੇ ਜੇ ਤੁਸੀਂ ਮਤਲਬ ਉਹ ਇੱਕ ਵਿਚਾਰ ਹੈ ਜੋ ਤੁਹਾਡੇ ਮਨ 'ਚ ਹਰ ਵੇਲੇ ਚੱਲ ਰਿਹਾ ਜੀ, ਜੋ ਤੁਸੀਂ ਉੱਥੇ ਦੇਖ ਰਹੇ ਹੋ, ਉਹਨਾਂ ਸਮਾਂ ਤੁਹਾਡੇ ਮਨ 'ਚ ਸਾਰਾ ਵਿਚਾਰ ਤੁਹਾਡੇ ਮਨ ਦੇ ਅੰਦਰ ਫੀਡ ਹੋ ਰਹੀਆਂ ਨੇ ਉਹ ਚੀਜ਼ਾਂ। ਜੇ ਉੱਥੇ ਲੜਾਈ ਦੇਖ ਰਹੇ ਹੋ, ਝਗੜਾ ਦੇਖ ਰਹੇ ਹੋ, ਤੁਹਾਡਾ ਸੁਭਾਅ ਹੌਲੀ 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 ਉਸੇ ਤਰੀਕੇ ਦਾ ਬਣ ਜਾਂਦਾ ਜੀ। ਇਸ ਕਰਕੇ ਪਹਿਲੀ ਗੱਲ ਤਾਂ ਅਗਰ ਅਸੀਂ ਤੰਦਰੁਸਤ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਸ਼ੈਡਿਊਲ ਬਣਾ ਲੈਣਾ ਚਾਹੀਦਾ। ਜਾਂ ਕਹਿ ਲਈਏ ਕਿ ਦਿਨ 'ਚ 1 ਘੰਟਾ ਮੈਂ ਹੱਸਣੇ ਆ। ਜੇ ਕੁਛ ਵੀ ਕਾਰਨ ਨਹੀਂ ਲੱਭਦਾ, ਅੰਦਰ ਵੜ ਜਾਓ, ਕੁੰਡੀ ਲਾ ਲਓ, ਹੱਸੀ ਜਾਓ। ਕੀ ਕਹਿੰਦੇ ਨੇ ਗੁਆਂਢੀ, ਕਈ ਦਿਨ ਪਾਗਲ ਹੋ ਗਿਆ। ਗੁਆਂਢੀਆਂ ਨੇ ਤਾਂ ਪੂਰਾ ਮੇਲਾ ਵੇਖਣਾ, ਫਿਰ ਆ ਕੇ ਵੀ ਇਹਨੂੰ ਸੱਚੀ ਕਮਲ ਹੀ ਹੋ ਗਿਆ। ਸਹੀ ਹੈ। ਹਾਂ, ਕੁਝ ਸਮੇਂ ਬਾਅਦ ਤੁਸੀਂ ਦੇਖੋਗੇ, ਹਾਂਜੀ, ਕੁਝ ਸਮੇਂ ਬਾਅਦ ਉਹ ਵੀ ਉੱਥੇ ਲੱਗ ਪੈਣਗੇ। ਇਹ ਹੁੰਦਾ ਆ। ਆਪਾਂ ਕਹਿੰਦੇ ਨਾ ਕਈ ਨੌਟੰਕੀ ਕਰਦੇ ਆ, ਕਈ ਤਾਂ ਜਾਲੀ ਜਾਂ ਹੱਸਦੇ ਆ, ਕਈ ਵਾਰ ਉਹਨਾਂ ਨੂੰ ਵੇਖ ਕੇ ਆਪਣੀ ਹਾਸੀ ਛੁੱਟ ਜਾਂਦੀ ਹੈ। ਹਾਂ ਵੀ ਹਾਂ ਠੀਕ ਹੈ, ਬਿਲਕੁਲ ਜੀ। ਇੱਕ ਹਾਸੀ ਮਤਲਬ ਫਿਰ ਤਾਂ ਤੁਹਾਨੂੰ ਪੁੰਨ ਲੱਗੂਗਾ ਇਸ ਗੱਲ ਦਾ ਵੀ ਤੁਹਾਡੇ ਕਾਰਨ ਇਹ ਲੋਕ ਵੀ ਹੱਸ ਰਹੇ ਨੇ। ਹਾਂਜੀ, ਫਿਰ ਤਾਂ ਤੁਸੀਂ ਇੱਕ ਹੋਰ ਪੁੰਨ ਦਾ ਕੰਮ ਕਰ ਲਿਆ। ਆਪਣੀ ਸਿਹਤ ਤਾਂ ਠੀਕ ਰੱਖੀ ਉਹਨਾਂ ਦੀ ਵੀ ਸਿਹਤ ਠੀਕ ਕਰ ਦਿਓਗੇ ਤੁਸੀਂ। ਕੀ ਬਾਤ ਹੈ ਜੀ। ਤਾਂ ਇਸ ਕਰਕੇ ਮਤਲਬ ਹੱਸਣਾ ਜਿਹੜਾ ਨਾ ਸਾਡੇ ਸਰੀਰ ਲਈ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦਾ। ਹਾਂਜੀ, ਹੱਸਣਾ ਸਾਡੇ ਸਰੀਰ ਲਈ ਟੌਨਿਕ ਦੇ ਤੌਰ ਤੇ ਕੰਮ ਕਰਦਾ ਜੀ। ਖੁੱਲ ਕੇ ਹੱਸਣਾ ਚਾਹੀਦਾ ਤੇ ਹੱਸਣ ਦੇ ਬਹਾਨੇ ਲੱਭਣੇ ਚਾਹੀਦੇ ਜਾਣ ਬੁੱਝ ਕੇ ਜੀ। ਸਾਨੂੰ ਮਤਲਬ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਵੀ ਯਾਰ ਅੱਜ ਮੈਂ ਹੱਸਿਆ ਹੀ ਨਹੀਂ। ਜਿਵੇਂ ਇਹ ਹੁੰਦਾ ਵੀ ਅੱਜ ਮੈਂ ਰੋਟੀ ਨਹੀਂ ਖਾਧੀ, ਯਾਰ ਪਤਾ ਨਹੀਂ ਟਾਈਮ ਨਹੀਂ ਲੱਗਾ, ਬਿਜ਼ੀ ਰਿਹਾ ਮੈਂ ਜੀ, ਹੈ ਨਾ। ਇਹ ਸਾਨੂੰ ਸੋਚਣਾ ਚਾਹੀਦਾ ਇਸ ਗੱਲ ਬਾਰੇ ਕਿ ਅੱਜ ਹੱਸੇ ਹੀ ਨਹੀਂ, ਚਲੋ ਹੱਸੀਏ। ਪਰਿਵਾਰ 'ਚ ਰਲ ਕੇ ਕੋਈ ਇਹੋ ਜਿਹੀ ਗੱਲ ਸ਼ੁਰੂ ਕਰ ਲਓ ਜਿਹਦੇ ਨਾਲ ਤੁਸੀਂ ਸਾਰੇ ਖਿੜਖੜਾ ਕੇ ਹੱਸੋ। ਤਾਂ ਅਸਲ ਦੇ ਵਿੱਚ ਤੁਸੀਂ ਦੇਖੋਗੇ ਅਗਰ ਤੁਸੀਂ ਹੱਸਦੇ ਹੋ, ਤੁਹਾਡੇ ਆਲੇ ਦੁਆਲੇ ਵਾਲੇ ਬੰਦੇ ਜਿੰਨੇ ਮਰਜ਼ੀ ਦੁਖੀ ਨੇ ਉਹਨਾਂ ਦਾ ਦੁੱਖ ਵੀ ਹਲਕਾ ਹੋ ਜਾਂਦਾ ਹੈ, ਉਹਨਾਂ ਦਾ ਮਨ ਵੀ ਉਧਰ ਲੱਗ ਜਾਂਦਾ ਹੱਸਣ ਵਾਲੇ ਪਾਸੇ। ਤੇ ਜੇ ਤੁਹਾਡੀ ਆਪਣੀ ਸੂਰਤ ਰੋਣੀ ਹੈ ਤੇ ਤੁਸੀਂ 4 ਬੰਦਿਆਂ 'ਚ ਬੈਠੇ ਤੁਸੀਂ ਕੀ ਦੇ ਦਿਓਗੇ ਉਹਨਾਂ ਨੂੰ? ਹੈ ਨਾ। ਤੁਸੀਂ ਖੁਦ ਉਸ ਮਾਹੌਲ ਨੂੰ ਮਤਲਬ ਸੋਗ ਭਰਿਆ ਬਣਾ ਦਿਓਗੇ, ਖੁਦ ਉਸ ਮਾਹੌਲ ਨੂੰ ਦੁੱਖ ਭਰਿਆ ਬਣਾ ਦਿਓਗੇ। ਇੱਕ ਛੋਟਾ ਜਿਹਾ ਵਿਚਾਰ ਆਇਆ ਇਸੇ ਹੀ ਗੱਲ ਤੇ, ਇੱਕ ਛੋਟਾ ਜਿਹਾ ਵਿਚਾਰ ਆਇਆ। ਸੋਨਮ ਕੰਗ ਜੀ ਲਿਖਦੇ ਨੇ, ਕਹਿੰਦੇ ਜਦੋਂ ਇੱਕ ਛੋਟੀ ਜਿਹੀ ਮੁਸਕਰਾਹਟ ਤੁਹਾਡੀ ਫੋਟੋ ਨੂੰ 4 ਚੰਦ ਲਾ ਦਿੰਦੀ ਹੈ, ਕਿਉਂਕਿ ਅਕਸਰ ਹੀ ਫੋਟੋਗ੍ਰਾਫਰ ਇਹੀ ਕਹਿੰਦੇ ਆ ਜੀ ਸਮਾਈਲ ਪਲੀਜ਼, ਹਨਾ।
ਤੇ ਜਦੋਂ ਅਸੀਂ ਉਹ ਸਮਾਈਲ ਕਰਦੇ ਹਾਂ ਸਾਡੀ ਫੋਟੋ ਇੰਨੀ ਸੋਹਣੀ ਆ ਜਾਂਦੀ ਹੈ ਤੇ ਜੇ ਕਹਿੰਦੇ ਅਸੀਂ ਖਿੜ ਕੇ ਜਾਂ ਮੁਸਕਰਾ ਉੱਚੀ ਅਸੀਂ ਹੱਸਦੇ ਹਾਂ ਜਾਂ ਖੁੱਲ ਕੇ ਜਿਹਨੂੰ ਹੱਸਣਾ ਕਹਿੰਦੇ ਆ ਉਹ ਕਰਦੇ ਆ ਤਾਂ ਫਿਰ ਸਾਡੀ ਜ਼ਿੰਦਗੀ ਕਿੰਨੀ ਖੂਬਸੂਰਤ ਬਣ ਜਾਂਦੀ ਹੈ। ਵਾਕਈ ਇਹ ਸੋਚਣ ਦੀ ਗੱਲ ਹੈ ਜੀ। ਸੋ ਇਸ ਕਰਕੇ ਕਮਾਲ ਦੀ ਗੱਲ ਕਹੀ ਹੈ ਜੀ, ਬਹੁਤ ਕਮਾਲ ਦੀ ਗੱਲ ਹੈ ਕਿ ਅਸਲ ਅਗਰ ਸਾਡੀ ਛੋਟੀ ਜੀ ਸਮਾਈਲ ਸਾਡੀ ਫੋਟੋ ਨੂੰ 4 ਚੰਨ ਲਾ ਸਕਦੀ ਹੈ ਤੇ ਸਾਡਾ ਖੁੱਲ ਕੇ ਹੱਸਣਾ ਜਿਹੜਾ ਸਾਡੀ ਜ਼ਿੰਦਗੀ ਨੂੰ 4 ਚੰਨ ਨਹੀਂ 1000 ਚੰਨ ਲਾ ਸਕਦਾ। 1000 ਚੰਨ ਲਾਉਂਦਾ ਜੀ। ਇਸ ਕਰਕੇ ਮਤਲਬ ਕੋਈ ਆਬਜੈਕਸ਼ਨ ਨਹੀਂ ਕਰੇਗਾ ਤੁਹਾਨੂੰ, ਕੋਈ ਸਰਕਾਰ ਨੇ ਅਜੇ ਤੱਕ ਟੈਕਸ ਨਹੀਂ ਲਾਇਆ ਕਿਉਂਕਿ ਜਿੱਦਣ ਇਹ ਲੱਗ ਗਿਆ ਉਦੋਂ ਤਾਂ ਔਖਾ ਹੋ ਜੂਗਾ। ਬਿਲਕੁਲ ਜੀ। ਮੈਨੂੰ ਲੱਗਦਾ ਵੀ ਅੱਜ ਮੈਂ ਇੱਕ ਨਿਊਜ਼ ਤੁਹਾਡੇ ਆਉਣ ਤੋਂ ਪਹਿਲਾਂ ਲੱਗੀ ਸੀ ਪੜ੍ਹਨ, ਉਹ ਬੜੇ ਸਾਰੇ ਸੀਰੀਅਸ ਜਿਹੜੇ ਟੈਕਸ ਲੱਗ ਰਹੇ ਆ ਹੁਣ, ਇਹ ਸਾਡੇ ਸਰੋਤਿਆਂ ਦੀ ਨੌਲੇਜ ਦੇ ਵਿੱਚ ਰੱਖਣਾ ਚਾਹੁੰਦੇ ਕਿ ਬੜੇ ਸਾਰੇ ਟੈਕਸ ਲੱਗ ਰਹੇ ਹੈਗੇ ਹਨਾ। ਤਾਂ ਕਹਿੰਦੇ ਇੱਕ ਮੈਰਿਜ ਤੇ ਵੀ ਟੈਕਸ ਲੱਗਿਆਗਾ, ਉਹ ਬੜੇ ਸਾਰੇ ਆਪਾਂ ਨੂੰ ਟੈਕਸ ਦੇਣਾ ਪਏਗਾ ਵਿਆਹ ਦੇ ਖਰਚੇ ਦੇ ਉੱਪਰ। ਹੁਣ ਅਸੀਂ ਖੁੱਲ ਕੇ ਲਾ ਲੈਂਦੇ ਸੀ ਨਾ ਵੀ 20 ਲੱਖ ਲਾਤਾ 50 ਲੱਖ ਲਾਤਾ, ਹੁਣ ਸਾਡੇ ਉਹਨਾਂ ਲੱਖਾਂ ਦੇ ਵੀ ਟੈਕਸ ਲੱਗਣਗੇ। ਉਹ ਬਾਅਦ ਦੀ ਗੱਲ ਹੈ ਕਿ ਇਹਨਾਂ ਟੈਕਸਾਂ ਤੋਂ ਵਿੱਚੋਂ ਕੋਈ ਚੋਰ ਮੋਰੀ ਵੀ ਹੁੰਦੀ ਹੈ ਜਿੱਥੋਂ ਬਚ ਕੇ ਨਿਕਲਿਆ ਜਾ ਸਕਦਾ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਡਾਕਟਰ ਸਾਹਿਬ ਦੀ ਗੱਲ ਮੰਨ ਲਓ ਸਰੋਤਿਓ ਕਿ ਜੇ ਕਿਤੇ ਹਾਸੇ ਤੇ ਟੈਕਸ ਲੱਗ ਗਿਆ ਨਾ ਤੇ ਮਨਜੀਤ ਤਾਂ ਫਿਰ ਕੰਗਾਲ ਹੀ ਸਮਝੋ। ਮੈਨੂੰ ਤਾਂ ਰੋਜ਼ ਹੀ ਪਿਆ ਕਰਨਗੇ ਇੱਥੇ ਟੈਕਸ ਤੇ ਉਹ ਆਪਾਂ ਤਾਂ ਦਿੱਤੇ ਨਹੀਂ ਜਾਣੇ। ਤੁਹਾਡੇ ਦਾ ਘਰ ਬਿੱਲ ਆ ਹੀ ਲਿਆ ਕਰੂਗਾ। ਸਾਡਾ ਤਾਂ ਸਾਰੀ ਆਮਦਨ ਹਾਸੇ ਦਾ ਟੈਕਸ ਦੇ ਉੱਤੇ ਦਿੱਤੀ ਜਾਣੀ ਹੈ। ਮੈਂ ਤਾਂ ਹੀ ਤਾਂ ਕਹਿੰਦੀ ਵੀ ਸਾਡਾ ਤਾਂ ਕੁੰਡਾ ਖੜ ਕੇ ਰਹਿ ਕਰੂਗਾ ਵੀ ਹਾਂਜੀ ਵੀ ਭਾਜੋ ਅੱਜ ਸਾਰੇ ਦਿਨ ਚ ਇੰਨਾ ਹਾਸਾ ਹੱਸੇ ਹੋ। ਤੇ ਉਹ ਇੱਕ ਬਾਈਕ ਦੇ ਉੱਪਰ ਲੱਗਦਾ ਹੁੰਦਾ ਨਾ ਸਰ, ਉਹ ਕਿਹੜਾ ਸਿਸਟਮ ਹੁੰਦਾ ਹੈਗਾ ਜਿਹਦੇ ਨਾਲ ਤੁਹਾਡੀ ਦੂਰੀ ਤੈਅ ਕੀਤੀ ਜਾਂਦੀ ਹੈ ਵੀ ਤੁਸੀਂ ਹੁਣ ਅੱਜ ਇੰਨੇ ਕਿਲੋਮੀਟਰ ਗਏ ਹੋ, ਜੀਪੀ ਸਿਸਟਮ ਕੁਛ ਏਦਾਂ ਦਾ। ਟਰੈਕਰ ਕਹਿੰਦੇ ਨੇ ਉਹਨੂੰ, ਟਰੈਕਰ ਕਹਿ ਦਿੰਦੇ ਆ ਟਰੈਕਿੰਗ ਸਿਸਟਮ। ਉਹ ਫਿਰ ਨਾ ਕਿਸੇ ਨੇ ਕੋਈ ਵੀ ਇਹੋ ਜਿਹੀ ਕਾਰਡ ਕੱਢਣਗੇ, ਇਹ ਦੇਖੀ ਜਾਇਓ ਸਾਡੇ ਮਾਈਂਡ 'ਚ ਸੈਟਅਪ ਕਰਿਆ ਕਰਨਗੇ ਹੈਨਾ, ਸਾਡੇ ਸਿਸਟਮ ਸਾਡੇ ਸਰੀਰ 'ਚ ਸੈਟਅਪ ਕਰ ਦੇਣਗੇ ਵੀ ਅੱਜ ਮਨਜੀਤ ਇੰਨੇ ਕਿਲੋ ਹੱਸੀ ਹੈ ਤੇ ਇੰਨਾ ਇਹਨੂੰ ਟੈਕਸ ਦੇਣਾ ਪਊਗਾ। ਸੋ ਇਸ ਕਰਕੇ ਸਰੋਤਿਓ ਹਲੇ ਇਹ ਚੀਜ਼ਾਂ ਫ੍ਰੀ ਨੇ, ਇਹਨਾਂ ਤੇ ਕੋਈ ਟੈਕਸ ਨਹੀਂ ਲੱਗਿਆ, ਸੋ ਖੁੱਲ੍ਹ ਕੇ ਹੱਸ ਲਿਆ ਕਰੋ। ਹਾਂਜੀ ਡਾਕਟਰ ਸਾਹਿਬ। ਬਿਲਕੁਲ ਜੀ। ਤੇ ਅੱਛਾ ਹੁਣ ਆਪਾਂ ਰੋਣ ਵਾਲੇ ਪਾਸੇ ਆਈਏ। ਹਾਂਜੀ। ਰੋਣਾ ਜਿਹੜਾ ਹੈ ਜੀ ਮਤਲਬ ਤੁਸੀਂ ਇਹ ਸੁਣਿਆ ਹੋਣਾ ਵੀ ਜਿਹੜਾ ਬੰਦਾ ਕੁਛ ਲੋਕਾਂ ਦਾ ਵੀ ਗੱਲ ਤੇ ਰੋਂਦਾ ਰਹਿੰਦਾ। ਹਾਂਜੀ। ਇਹ ਵੀ ਮਾੜੀ ਗੱਲ ਤੇ ਰੋਂਦਾ ਰਹਿੰਦਾ। ਹਾਂਜੀ। ਅਸਲ ਦੇ ਵਿੱਚ ਇਹ ਆਮ ਤੌਰ ਤੇ ਕਿਹਾ ਜਾਂਦਾ, ਪ੍ਰਚਲਿਤ ਹੈ ਕਿ ਜਾਂ ਫੈਕਟ ਹੈ ਇਹ ਕਿ ਜਿਹੜੇ ਲੋਕ ਛੇਤੀ ਰੋਣਾ ਆ ਜਾਂਦਾ ਜਿਹਨਾਂ ਲੋਕਾਂ ਨੂੰ ਜੀ ਉਹ ਦਿਲ ਦੇ ਸਾਫ਼ ਹੁੰਦੇ ਨੇ, ਉਹ ਭਾਵਨਾਤਮਕ ਹੁੰਦੇ ਨੇ, ਉਹ ਜ਼ਿਆਦਾ ਪ੍ਰਵਾਹ ਕਰਨ ਵਾਲੇ ਹੁੰਦੇ ਨੇ ਜੀ, ਉਹ ਜ਼ਿਆਦਾ ਮਤਲਬ ਅੰਦਰੋਂ ਸਾਫ਼ਟ ਹੁੰਦੇ ਨੇ, ਉਹਨਾਂ ਦੇ ਅੰਦਰ ਛਲ ਕਪਟ ਜਿਹੜਾ ਉਹ ਨਹੀਂ ਹੁੰਦਾ ਜੀ। ਕਿਉਂਕਿ ਤੁਸੀਂ ਇੱਕ ਗੱਲ ਧਿਆਨ ਚ ਰੱਖੋ ਜੀ ਵੀ ਹਾਸਾ ਨਕਲੀ ਹੱਸਿਆ ਜਾ ਸਕਦਾ ਜੀ, ਰੋਣਾ ਨਹੀਂ ਨਕਲੀ ਹੋ ਸਕਦਾ ਜੀ। ਤੁਸੀਂ ਕੋਸ਼ਿਸ਼ ਕਰਕੇ ਦੇਖੋ ਰੋਣ ਦੀ, ਮਤਲਬ ਨਹੀਂ ਹੋਇਆ ਜਾਂਦਾ। ਹਾਲਾਂਕਿ ਚਲੋ ਫਿਲਮਾਂ 'ਚ ਐਕਟਿੰਗ ਕਰਦੇ ਨੇ ਲੋਕ, ਮਤਲਬ ਅੱਖਾਂ 'ਚ ਕੁਛ ਨਾ ਕੁਛ ਪਾਉਣਾ ਪੈਂਦਾ ਉਹਨਾਂ ਨੂੰ ਤਾਂ ਜਾ ਕੇ ਹੰਝੂ ਆਉਂਦੇ ਨੇ, ਗਲਿਸਰੀਨ ਪਾ ਲੈਂਦੇ ਆ ਜੀ। ਹਾਂਜੀ ਤੁਹਾਡੀ ਮਰਜ਼ੀ ਨਾਲ ਨਹੀਂ ਆ ਸਕਦੇ। ਜਿਵੇਂ ਤੁਸੀਂ ਮਤਲਬ ਇਹ ਕਹੋਗੇ ਵੀ ਮਤਲਬ ਮੈਂ ਹੁਣੇ ਰੋਣ ਲੱਗ ਪਵਾਂ ਹੁਣੇ ਹੱਸਣ, ਏਦਾਂ ਨਹੀਂ ਹੋ ਸਕਦਾ ਜੀ। ਵੀ ਜਿਵੇਂ ਹੱਸਿਆ ਜਾ ਸਕਦਾ ਆਪਣੀ ਮਰਜ਼ੀ ਨਾਲ, ਜਦੋਂ ਮਰਜ਼ੀ ਤੁਸੀਂ ਨਕਲੀ ਹਾਸਾ ਹੱਸ ਲਓ ਜੀ। ਨਕਲੀ ਰੋਣ ਦਾ ਮਤਲਬ ਤੁਸੀਂ ਆਵਾਜ਼ ਕੱਢ ਸਕਦੇ ਹੋ, ਅੱਖਾਂ ਤੋਂ ਹੰਝੂ ਨਹੀਂ ਮਤਲਬ ਕੱਢ ਸਕਦੇ ਨਕਲੀ ਜੀ ਜੀ ਬਿਲਕੁਲ। ਤਾਂ ਇਸ ਕਰਕੇ ਜਿਹੜੇ ਲੋਕ ਵਾਰ-ਵਾਰ ਛੋਟੀ ਗੱਲ ਤੇ ਰੋਂਦੇ ਨੇ, ਉਹ ਲੋਕ ਜਿਹੜੇ ਆ ਉਹ ਥੋੜੇ ਸੈਂਸਿਟਿਵ ਹੁੰਦੇ ਨੇ, ਬਿਨਾਂ ਛਲ ਕਪਟ ਤੋਂ ਹੁੰਦੇ ਨੇ, ਉਹ ਮਤਲਬ ਪ੍ਰਵਾਹ ਕਰਨ ਵਾਲੇ ਹੁੰਦੇ ਨੇ। ਤੁਸੀਂ ਦੇਖੋਗੇ ਆਮ ਤੌਰ ਤੇ ਕੀ ਹੁੰਦਾ ਕਿ ਇੱਕ ਬੰਦਾ ਰੋਂਦਾ ਤਾਂ ਉਹਦੇ ਵੱਲ ਦੇਖ ਕੇ ਦੂਜੇ ਨੂੰ ਵੀ ਰੋਣ ਆ ਜਾਂਦਾ ਹਾਂਜੀ। ਤੇ ਉਹ ਰੋਣ ਉਸੇ ਨੂੰ ਆਉਂਦਾ ਜਿਹੜਾ ਬੰਦਾ ਥੋੜਾ ਜਿਹਾ ਮਤਲਬ ਸੈਂਸਿਟਿਵ ਹੈ ਜੀ। ਨਹੀਂ ਤਾਂ ਤੁਸੀਂ ਦੇਖੋਗੇ ਮਤਲਬ ਆਉਂਦਾ ਜੀ, ਮੈਨੂੰ ਬਹੁਤ ਘੱਟ ਆਉਂਦਾ ਜੀ ਰੋਣਾ। ਮੈਂ ਤੁਹਾਨੂੰ ਇੱਕ ਨਾ ਇੱਥੇ ਛੋਟੀ ਜਿਹੀ ਗੱਲ ਦੱਸਦੀ ਹਾਂ ਡਾਕਟਰ ਸਾਹਿਬ, ਮੈਂ ਅਕਸਰ ਹੀ ਆਪਣੇ ਹੀ ਤਜਰਬੇ ਕਰਦੀ ਰਹਿੰਦੀ ਹੈਗੀ ਲਾਈਫ ਦੇ ਵਿੱਚ। ਤਾਂ ਮੈਂ ਬੜੀ ਇਹਨਾਂ ਚੀਜ਼ਾਂ ਨੂੰ ਲੈ ਕੇ ਮੈਂ ਬਹੁਤ ਸੈਂਸਿਟਿਵ ਹੈ। ਮੈਂ ਕਿਸੇ ਦਾ ਦੁੱਖ ਹੈ ਦਰਦ ਹੈ ਉਹ ਦੇਖ ਨਹੀਂ ਸਕਦੀ, ਫਿਰ ਮੈਨੂੰ ਇਉਂ ਹੋ ਜਾਂਦਾ ਵੀ ਜੇ ਤਾਂ ਮੈਂ ਉਹਦਾ ਕੁਝ ਕਰ ਸਕਦੀ ਹਾਂ ਤਾਂ ਕਰਦੀ ਨਹੀਂ, ਤਾਂ ਫਿਰ ਮੈਂ ਉਹ ਤੋਂ 2 ਅੰਜੂ ਡੇਕ ਕੇ ਗਾਂਹ ਤੁਰ ਜਾਂਦੀ ਵੀ ਮੈਂ ਇਹਦੇ ਲਈ ਕੁਝ ਨਹੀਂ ਕਰ ਸਕੀ। ਪਲੱਸ ਇੱਕ ਕੋਈ ਪੇਰੈਂਟ, ਚਲੋ ਜੀ ਇਹਨਾਂ ਦੀ ਕਾਲ ਡ੍ਰੌਪ ਹੋ ਗਈ ਆ ਤਾਂ ਵਾਪਸ ਲਿਆਉਣੇ ਆ।
ਸੋ ਸਰੋਤਿਓ, ਸਹੀ ਗੱਲ ਕਹੀ ਹੈ ਕਿ ਕਈ ਮਾਈਂਡ ਸੈਟਅਪ ਇਦਾਂ ਦੇ ਬਣੇ ਆ ਕਿ ਕਿਸੇ ਵੱਲ ਵੇਖਦੇ ਆ ਤੇ ਉਹ ਨਾਲ ਦੀ ਨਾਲ ਜਿਹੜਾ ਉਸ ਬਲਾ ਦੇ ਵਿੱਚ ਜਿਹਨੂੰ ਰੋਣਾ ਕਹਿੰਦੇ ਆ ਉਹ ਪਕੜੇ ਜਾਂਦੇ ਆ। ਤੇ ਕਈ ਐਡੇ ਪੱਥਰ ਦਿਲ ਹੁੰਦੇ ਆ ਕਿ ਆਪਣਾ ਵੀ ਕੋਈ ਚਲਾ ਜਾਂਦਾ ਹੈ ਬਸ ਖੜੇ ਰਹਿੰਦੇ ਆ। ਵੈਸੇ ਤਾਂ ਇਹ ਮਾੜਾ ਆ। ਤਾਂ ਡਾਕਟਰ ਸਾਹਿਬ ਗੱਲ ਕਰਦੇ ਸੀਗੇ ਵੀ ਕਈ ਤਾਂ ਦੇਖੋ ਜਿਵੇਂ ਤੁਸੀਂ ਕਿਹਾ ਸੈਂਸਿਟਿਵ ਹੈ, ਕਿਸੇ ਦਾ ਦੂਜੇ ਦਾ ਦੁੱਖ ਦੇਖ ਕੇ ਅੰਜੂ ਕੇਰ ਲੈਂਦੇ ਆ। ਕਈ ਆਪਣਾ ਜਾਂਦਾ ਹੈ ਤੁਰਿਆ, ਹਾਰਡ ਹੁੰਦੇ ਨੇ, ਸਖਤ ਹੁੰਦੇ ਨੇ ਵੀ ਠੀਕ ਹੈ ਇਹ ਨਿਯਤੀ ਹੈ ਜੀ, ਇਹ ਕੁਦਰਤ ਦਾ ਜਿਵੇਂ ਕਹਿੰਦੇ ਕਿ ਵਿਧਾਨ ਹੈ, ਇਹ ਹੋਣਾ ਹੀ ਸੀ, ਠੀਕ ਹੈ। ਮੇਰੇ ਕੋਈ ਪਰਿਵਾਰ ਦੇ ਮੈਂਬਰ ਸੀਗੇ, ਅਕਸਰ ਹੀ ਮੈਨੂੰ ਇਹ ਤੌਹਮਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਇੱਕ ਤਾਂ ਇਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈਗਾ, ਬਿਨਾਂ ਮਤਲਬ ਤੋਂ ਜਿੱਥੇ ਮਰਜ਼ੀ ਇਹ ਦੰਦ ਕੱਢ ਲੈਂਦੀ ਹੈ। ਇਹਨੂੰ ਮਾੜੀ ਜਿਹੀ ਗੱਲ ਤੋਂ ਇੰਨਾ ਹਾਸਾ ਆਉਂਦਾ ਹੈ ਕਿ ਦੁਨੀਆ ਇਹਦੇ ਵੱਲ ਝਾਕਦੀ ਰਹਿੰਦੀ ਤੇ ਇਕੱਲੀ ਹੱਸੀ ਜਾਂਦੀ ਹੈ। ਇਹ ਮੈਨੂੰ ਇੱਕ ਤਰ੍ਹਾਂ ਦੀ ਮਤਲਬ ਬੇਸ਼ਰਮੀ ਦੇਣੀ ਵਾਲੀ ਗੱਲ ਹੋ ਜਾਂਦੀ ਹੈ ਵੀ ਦੰਦੇ ਆ, ਪਰ ਮੈਂ ਉਹ ਮੇਰੀ ਹੈਗੀ ਕਿ ਮੈਂ ਉਹ ਚੀਜ਼ ਨੂੰ ਬਲਾਂ ਨੂੰ ਸਾਈਡ ਤੇ ਕਰ ਦਿੰਦੀ ਹਾਂ। ਦੂਜੀ ਗੱਲ ਹੈ ਵੀ ਇਹ ਕਿਸੇ ਦੇ ਆਂਢੀ ਗੁਆਂਢੀਆਂ ਦੇ ਦੁੱਖ ਸੁੱਖ ਦੇ ਵਿੱਚ ਵਗ ਜੇ, ਇਹ ਇੰਨਾ ਰੋਊਗੀ, ਜਿਹਦਾ ਜਾਂਦਾ ਉਹ ਬਿਠਾ ਰਹਿੰਦਾ, ਇਹ ਇਕੱਲੀ ਉੱਥੇ ਚੀਕੀ ਜਾਂਦੀ ਹੈ। ਦੋਨੋਂ ਚੀਜ਼ਾਂ ਸਿਮਿਲਰ ਨੇ ਮੇਰੇ ਦੇ ਵਿੱਚ, ਪਰ ਮੈਂ ਇੱਕ ਚੀਜ਼ ਦੇਖੀ ਕਿ ਉਸੇ ਹੀ ਜੋ ਮੇਰੇ ਤੇ ਇਦਾਂ ਦੀਆਂ ਸਿਸਟਮ ਲਾਗੂ ਕਰਦੇ ਉਹਨਾਂ ਦੇ ਹੀ ਆਪਣੇ ਬਹੁਤ ਹੀ ਨੇੜੇ, ਜਿਹਨੂੰ ਭੈਣ ਭਰਾ ਦਾ ਰਿਸ਼ਤਾ ਕਹਿ ਦਈਏ। ਹੁਣ ਜਿੰਨੇ ਮਰਜ਼ੀ ਆਪਾਂ ਕਿਸੇ ਨਾਲ ਨਾ ਬੋਲੀਏ, ਕੁਛ ਨਾ ਹੋਵੇ, ਪਰ ਆਖਰ ਨੂੰ ਸਾਡਾ ਖੂਨ ਦਾ ਰਿਸ਼ਤਾ ਹੁੰਦਾ। ਉਹ ਗਿਆ ਤੇ ਅਸੀਂ ਘਰ ਸੀਗੇ, ਚਲੋ ਅਸੀਂ ਮੈਸੇਜ ਕਨਵੇ ਕੀਤਾ ਵੀ ਇਦਾਂ ਕਰਕੇ ਜੀ ਆਹ ਭਾਣਾ ਵਰਤ ਗਿਆ, ਤੇ ਉਸ ਤੋਂ ਪਹਿਲਾਂ ਮੈਂ ਰੋ ਰੋ ਕੇ ਆਪਣਾ ਆਪ ਗਵਾ ਲਿਆ ਸੀਗਾ ਵੀ ਉਹ ਚਲੇ ਗਏ, ਠੀਕ ਹੈ। ਜਦੋਂ ਉਹ ਇਨਸਾਨ ਦੀ ਘਰੇ ਐਂਟਰੀ ਹੋਈ ਜਿਨ੍ਹਾਂ ਨੂੰ ਮੈਂ ਉਹ ਖਬਰ ਦੱਸਣੀ ਸੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਆਹ ਭਾਣਾ ਵਰਤ ਗਿਆ, ਕਹਿੰਦੇ ਫਿਰ ਕੀ ਹੋ ਗਿਆ, ਜਾਣਾ ਹੀ ਸੀ, ਉਮਰ ਹੀ ਸੀ ਉਹਦੀ, ਖਾ ਪੀ ਲਿਆ, ਹੰਢਾ ਲਿਆ, ਟੱਬਰ ਹੈ ਉਹਦਾ, ਜਾਣਾ ਹੀ ਸੀ। ਜਦੋਂ ਇਹ ਚੀਜ਼ ਕਹੀ ਤਾਂ ਕੁਝ ਟਾਈਮ ਲਈ ਮੈਂ ਵੀ ਸੋਚਿਆ ਵੀ ਯਾਰ ਮੇਰੇ ਤੋਂ ਪਹਿਲਾਂ ਇਹਦਾ ਉਹ ਸ਼ਰੀਕ ਹੈ, ਇਹਦਾ ਉਹ ਸ਼ਰੀਕਾ ਆ, ਇਹਦਾ ਬਲੱਡ ਆ, ਇਹਨੂੰ ਉਸਦੇ ਜਾਣ ਦਾ ਇੰਨਾ ਦੁੱਖ ਨਹੀਂ ਹੈ। ਮੈਂ ਦੂਸਰੇ ਘਰੋਂ, ਜਿਵੇਂ ਇੱਕ ਲੜਕੀ ਨੂੰ ਕਹਿੰਦੇ ਨੇ ਵੀ ਬਗਾਨੇ ਘਰੋਂ ਆਈ ਹੈ ਹਨਾ, ਇਹ ਤਾਂ ਬਗਾਨੀ ਹੈ, ਵੀ ਇੱਕ ਬਗਾਨੀ ਨੂੰ ਇੰਨਾ ਰੋਣਾ ਆ ਗਿਆ ਤੇ ਆਪਣਿਆਂ ਨੂੰ ਆਇਆ ਨਹੀਂ। ਇਹ ਕੁਝ ਰੋਣੇ ਆ ਜੀ, ਦੇਖੋ ਉਦਾਹਰਨਾਂ ਸਾਡੇ ਘਰ ਦੇ ਵਿੱਚ ਕੁਝ ਮਿੰਟੋ ਮਿੰਟ ਹੀ ਹੱਸਣ ਤੇ ਰੋਣ ਚ ਵਿੱਚ ਆ ਜਾਂਦੇ ਤੇ ਕੁਝ ਖੜੇ ਪੱਥਰ ਬਣ ਜਾਂਦੇ ਵੀ ਚਲੋ ਜੀ ਇਹ ਤਾਂ ਨਹੀਂ ਆਤੀ। ਮਤਲਬ ਜਿਹੜੀ ਆਪਾਂ ਉਹ ਗੱਲ ਕਰਦੇ ਹਾਂ ਖੁੱਲ ਕੇ ਹੱਸਣਾ ਜਾਂ ਖੁੱਲ ਕੇ ਰੋਣਾ, ਮਤਲਬ ਉਹਦੇ ਚ ਕੀ ਆ ਵੀ ਜੇ ਸੱਚਿਓ ਮਾਹੌਲ ਰੋਣ ਵਾਲਾ ਹੈ, ਹਾਂਜੀ, ਕਾਰਨ ਰੋਣ ਵਾਲਾ ਹੈ, ਹਾਂਜੀ, ਉਦੋਂ ਵੀ ਕੋਈ ਬੰਦੇ ਦਾ ਮਨ ਵੀ ਕਰਦਾ ਰੋਣ ਨੂੰ, ਲੇਕਿਨ ਉਹ ਇਸ ਕਰਕੇ ਨਹੀਂ ਰੋ ਰਿਹਾ ਵੀ ਲੋਕ ਕੀ ਕਹਿਣਗੇ, ਹਾਂਜੀ, ਇਹ ਮਾੜੀ ਗੱਲ ਹੈ, ਉਹ ਮਾੜੀ ਗੱਲ ਹੈ ਜੀ। ਕਿਉਂਕਿ ਤੁਸੀਂ ਦੇਖਿਆ ਹੋਣਾ ਜਦੋਂ ਕੋਈ ਇਨਸਾਨ ਸ਼ੌਕ ਚਲਿਆ ਜਾਂਦਾ ਅਚਾਨਕ, ਚੁੱਪਚਾਪ ਹੋ ਜਾਂਦਾ, ਆਮ ਤੌਰ ਤੇ ਫਿਲਮਾਂ 'ਚ ਵੀ ਦਿਖਾਇਆ ਜਾਂਦਾ ਹੈ, ਆਮ ਤੌਰ ਤੇ ਘਰਾਂ 'ਚ ਵੀ ਇਹ ਗੱਲਾਂ ਵਾਪਰਦੀਆਂ ਨੇ, ਸਮਾਜ ਦੇ ਵਿੱਚ ਵੀ ਕੋਈ ਪਤੀ ਦੀ ਮੌਤ ਹੋ ਗਈ ਤੇ ਪਤਨੀ ਨੂੰ ਕਿਹਾ ਜਾਂਦਾ ਉਹ ਰੋ ਨਹੀਂ ਰਹੀ, ਪੱਥਰ ਬਣ ਗਈ, ਹੈ ਨਾ, ਤੇ ਉਹਨੂੰ ਰੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਜੇ ਤੂੰ ਇੱਕ ਵਾਰ ਖੁੱਲ ਕੇ ਰੋ ਲਵੇਂ ਤਾਂ ਠੀਕ ਹੋ ਜਾਏਗੀ, ਨਹੀਂ ਤਾਂ ਪਾਗਲ ਹੋ ਸਕਦਾ ਬੰਦਾ, ਜੀ ਬਿਲਕੁਲ ਮਾਨਸਿਕ ਰੋਗੀ ਬਣ ਸਕਦਾ ਹੈ। ਤਾਂ ਇਹ ਜਿਹੜੀ ਗੱਲ ਆ ਉਹ ਇਹ ਹੈ ਵੀ ਅਸਲ 'ਚ ਜਦੋਂ ਅਸੀਂ ਭਾਵਨਾਵਾਂ ਨੂੰ ਅੰਦਰ ਦੱਬ ਕੇ ਰੱਖਦੇ ਹਾਂ, ਉਹਨੂੰ ਵਿਅਕਤ ਨਹੀਂ ਕਰਦੇ, ਉਦੋਂ ਹੀ ਮਾਨਸਿਕ ਰੋਗੀ ਬਣਦਾ ਹੈ ਇਨਸਾਨ। ਜਦੋਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਨਹੀਂ ਕਰ ਸਕਦੇ, ਮਤਲਬ ਮੈਂ ਫਿਰ ਉਹੀ ਗੱਲ ਇੱਕ ਵਾਰ ਅੱਗੇ ਵੀ ਆਪਾਂ ਗੱਲ ਕੀਤੀ ਵੀ ਸਾਡੀ ਜ਼ਿੰਦਗੀ 'ਚ ਇਹੋ ਜਿਹੇ ਕੁਛ ਲੋਕ ਹੋਣੇ ਚਾਹੀਦੇ ਨੇ, ਘੱਟੋ ਘੱਟ 1% ਤਾਂ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ ਨਾਲ ਅਸੀਂ ਖੁੱਲ ਕੇ ਹੱਸ ਸਕੀਏ, ਖੁੱਲ ਕੇ ਦਿਲ ਦੀ ਗੱਲ ਕਰ ਸਕੀਏ, ਖੁੱਲ ਕੇ ਰੋ ਵੀ ਸਕੀਏ, ਕਿਉਂਕਿ ਖੁੱਲ ਕੇ ਹੱਸਣਾ ਜਿੰਨਾ ਜ਼ਰੂਰੀ ਹੈ, ਖੁੱਲ ਕੇ ਰੋਣਾ ਵੀ ਉਨਾ ਹੀ ਜ਼ਰੂਰੀ ਹੈ। ਅਗਰ ਤੁਸੀਂ ਮਤਲਬ ਉਸ ਗੱਲ ਨੂੰ, ਉਸ ਫੀਲਿੰਗ ਨੂੰ, ਉਸ ਆਪਣੀ ਭਾਵਨਾ ਨੂੰ ਅੰਦਰ ਹੀ ਦਬਾ ਕੇ ਰੱਖ ਲੈਂਦੇ ਹੋ, ਉਹਨੂੰ ਬਾਹਰ ਨਹੀਂ ਆਉਣ ਦਿੰਦੇ, ਤਾਂ ਉਹ ਤੁਹਾਡੇ ਬ੍ਰੇਨ ਨੂੰ, ਤੁਹਾਡੇ ਮਨ ਨੂੰ ਡਿਸਟਰਬ ਕਰ ਸਕਦੀ ਹੈ। ਸਹੀ ਹੈ ਜੀ। ਇਸ ਕਰਕੇ ਬਿਨਾਂ ਕਿਸੇ ਗੱਲ ਦੀ ਪਰਵਾਹ ਕੀਤਿਆਂ ਜੇ ਰੋਣ ਨੂੰ ਮਨ ਕਰਦਾ ਤਾਂ ਰੋ ਲੈਣਾ ਚਾਹੀਦਾ ਹੈ। ਤੁਸੀਂ ਇੱਕ ਹੋਰ ਚੀਜ਼ ਦੇਖੀ ਹੋਣੀ ਹੈ ਕਿ ਸਾਡੀਆਂ ਅੱਖਾਂ 'ਚ ਹੰਝੂ ਕੁਦਰਤੀ ਤੌਰ ਤੇ ਵੀ ਆਉਂਦੇ ਨੇ, ਮਤਲਬ ਜ਼ਰੂਰੀ ਨਹੀਂ ਹੈ ਕਿ ਰੋਣ ਵੇਲੇ ਹੀ ਮਤਲਬ ਹੰਝੂ ਆਉਣ। ਅਸਲ 'ਚ ਕੀ ਹੁੰਦਾ ਹੈ ਕਿ ਸਾਡੀਆਂ ਅੱਖਾਂ ਜਿਹੜੀਆਂ ਨੇ ਜਦੋਂ ਡਰਾਈ ਹੋ ਜਾਂਦੀਆਂ ਨੇ, ਡਰਾਈ ਆਈਜ਼ ਇੱਕ ਪ੍ਰੋਬਲਮ ਦੀ, ਅੱਖਾਂ ਦੀ ਇੱਕ ਸਮੱਸਿਆ ਹੁੰਦੀ ਹੈ,
ਤਾਂ ਉਹਦੇ ਲਈ ਬਾਜ਼ਾਰ ਦੇ ਵਿੱਚ ਇੱਕ ਆਈ ਡ੍ਰੌਪ ਆਉਂਦੇ ਨੇ, ਉਹਨਾਂ ਤੇ ਲਿਖਿਆ ਹੁੰਦਾ ਟੀਅਰ ਡ੍ਰੌਪ। ਹਾਂਜੀ, ਮਤਲਬ ਹੰਝੂਆਂ ਦੇ ਡ੍ਰੌਪ ਹੁੰਦੇ ਨੇ ਅਸਲ 'ਚ ਉਹ, ਤੇ ਅੱਖਾਂ ਨੂੰ ਲੁਬਰੀਕੇਟ ਕਰਨ ਦਾ ਕੰਮ ਕਰਦੇ। ਔਰ ਇੱਕ ਚੀਜ਼ ਹੋਰ ਵੀ ਦੇਖੀ ਗਈ ਹੈ, ਜਦੋਂ ਆਪਾਂ ਹੁੱਬ ਕੇ ਰੋਂਦੇ ਆ, ਅੰਦਰੋਂ ਪੂਰਾ ਰੋਣਾ ਕੱਢਦੇ ਆ, ਨੀਂਦ ਬੜੀ ਸੋਹਣੀ ਆਉਂਦੀ ਹੈ, ਸ਼ਾਂਤੀ ਦੇ ਨਾਲ। ਜਿਵੇਂ ਕਹਿੰਦੇ ਨੇ ਪੰਜਾਬੀ ਆਪਾਂ ਵੀ ਫੁੱਲ ਵਰਗਾ ਸਰੀਰ ਹੋ ਗਿਆ, ਇਉਂ ਹੋ ਜਾਂਦਾ ਹੈ ਵੀ ਨੀਂਦ ਸਾਡੀ ਬੜੀ ਦਰੁਸਤ ਹੁੰਦੀ ਹੈ, ਅੱਖਾਂ ਪੂਰੀਆਂ ਵਧੀਆ ਹੋ ਜਾਂਦੀਆਂ। ਦੇਖੋ ਤੁਹਾਡਾ ਅੰਦਰ ਜਿਹੜਾ ਨਾ ਉਹ ਖਾਲੀ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਮਤਲਬ ਅਗਰ ਜਿੱਦਾਂ ਕਹਿੰਦੇ ਹੁੰਦੇ ਵੀ ਖੁਸ਼ੀ ਵੰਡੋ ਦੁੱਗਣੀ ਹੋ ਜਾਂਦੀ ਹੈ, ਦੁੱਖ ਵੰਡੋਗੇ ਅੱਧਾ ਹੋ ਜਾਂਦਾ ਜੀ। ਇਹਦਾ ਮਤਲਬ ਇਹ ਪੁਰਾਣੇ ਸਮਿਆਂ ਦੀਆਂ ਕਹਾਵਤਾਂ ਨੇ, ਇਹਨਾਂ ਦੇ ਪਿੱਛੇ ਲੌਜਿਕ ਨੇ। ਹਾਂਜੀ, ਮਤਲਬ ਤੁਹਾਡੇ ਮਨ 'ਚ ਇੱਕ ਗੱਲ ਹੈ, ਪਰੇਸ਼ਾਨੀ ਹੈ, ਤੁਸੀਂ ਇਕੱਲੇ ਹੀ ਉਹਦੇ ਬਾਰੇ ਸੋਚੀ ਜਾਂਦੇ ਹੋ, ਤਾਂ ਇੱਕ ਸਟੇਜ ਇਹੋ ਜਿਹੀ ਆਉਂਦੀ ਹੈ, ਨਾ ਤਾਂ ਤੁਹਾਨੂੰ ਰਸਤਾ ਲੱਭਦਾ ਉਹਦੇ ਤੋਂ ਬਾਹਰ ਨਿਕਲਣ ਦਾ। ਆਤਮ ਹੱਤਿਆ ਕਿਉਂ ਕਰਦਾ ਜੀ ਬੰਦਾ? ਉਹਦੇ ਪਿੱਛੇ ਕਾਰਨ ਹੀ ਇਹ ਆ ਵੀ ਉਹ ਆਪਣੇ ਮਨ ਦੀ ਗੱਲ ਕਿਸੇ ਦੂਜੇ ਨਾਲ ਸਾਂਝਾ ਨਹੀਂ ਕਰ ਰਿਹਾ ਜੀ। ਹੁਣ ਇੱਥੇ ਦੇਖੋ ਕਿੰਨਾ ਸੋਹਣਾ ਲਿਖਿਆ ਸੋਨਮ ਕੰਗ ਜੀ, ਆਪਾਂ ਨੂੰ ਨਾਲ ਨਾਲ ਨਾ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਵੀ ਨਾਲ ਨਾਲ ਦੇਈ ਜਾਂਦੇ ਆ। ਡਾਕਟਰ ਹੈ ਆਪਾਂ ਸਾਰੇ ਜਣੇ, ਔਰ ਤੁਸੀਂ ਇੱਕ ਲਹਿਰ ਦੇ ਵਿੱਚ ਤੁਰੇ ਹੋ ਵੀ ਘਰ ਘਰ ਡਾਕਟਰ ਪੈਦਾ ਕਰਨਾ, ਤਾਂ ਮੈਨੂੰ ਲੱਗਦਾ ਆਪਾਂ ਥੋੜਾ ਥੋੜਾ ਤਾਂ ਬਣਨੇ ਸ਼ੁਰੂ ਹੋ ਗਏ। ਕਹਿੰਦੇ ਨਾ ਸਰੀਰ ਦੀਆਂ 12 ਮਾਸਪੇਸ਼ੀਆਂ ਹੱਸਣ ਦੇ ਵਿੱਚ ਆਪਣੇ ਨਾਲ ਖੜਦੀਆਂ ਨੇ। 12 ਬੰਦੇ ਤਾਂ ਇਹ ਖੜ ਗਏ ਜੀ ਜਿਹੜੇ ਹਸਾਉਂਦੇ ਆ, ਉਲਟਾ ਉਧਰ ਫੌਜ ਜ਼ਿਆਦਾ ਹੈ ਜੀ। ਕਹਿੰਦੇ 34 ਮਾਸਪੇਸ਼ੀਆਂ ਸਾਨੂੰ ਗੁੱਸੇ ਦੇ ਵਿੱਚ ਕੰਮ ਕਰਦੀਆਂ, ਸਾਡੇ ਨਾਲ ਗੁੱਸਾ, ਰੋਣਾ, ਦੁੱਖ ਦੇ ਵਿੱਚ ਖੜਦੀਆਂ ਨੇ। ਕੰਪੈਰੀਜ਼ਨ ਦੇਖ ਲਓ ਜੀ, ਕਿੱਥੇ 12 ਤੇ ਕਿੱਥੇ 34। ਮਤਲਬ ਹੱਸਣ ਵਾਲੇ, ਹਸਾਉਣ ਵਾਲੇ ਅਸੀਂ ਘੱਟ ਆ, ਪਰ ਸਾਡੇ ਨਾਲ ਗੁੱਸੇ, ਰਵਾਉਣ ਵਾਲੇ ਬਹੁਤ ਜ਼ਿਆਦਾ ਨੇ। ਇਸ ਕਰਕੇ ਹੁਣ ਇਹ ਅਸੀਂ ਹੀ ਮਾਪਦੰਡ ਕਰਾਂਗੇ ਵੀ ਅਸੀਂ ਇਹ ਮਾਸਪੇਸ਼ੀਆਂ ਕਿਹੜੀਆਂ ਵਧਾਉਣੀਆਂ ਨੇ ਤੇ ਕਿਹਨਾਂ ਦੀ ਹੈਲਪ ਦੇ ਵਿੱਚ ਖੜਨਾ ਜਾ ਕੇ। ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਤੇ ਅਸਲ ਦੇ ਵਿੱਚ ਮਤਲਬ ਅੰਦਰੋਂ ਖਾਲੀ ਹੋਣਾ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ। ਤੁਸੀਂ ਦੇਖੋਗੇ ਕੋਈ ਵੀ ਇਨਸਾਨ ਅਗਰ ਮਤਲਬ ਉਹ ਇੱਕ ਸਮਾਂ ਹੁੰਦਾ ਜਦੋਂ ਖੁਦਕੁਸ਼ੀ ਕਰਦਾ ਹੈ ਜੀ, ਅਗਰ ਉਹ ਇੱਕ ਸੈਕਿੰਡ ਲਈ ਰੁਕ ਲੇ ਔਰ ਆਪਣੀ ਗੱਲ ਕਿਸੇ ਨੂੰ ਸਾਂਝੀ ਕਰ ਲੇ, ਉਹ ਖੁਦਕੁਸ਼ੀ ਟਲ ਸਕਦੀ ਹੈ ਜੀ। ਮਤਲਬ ਇਹਦੇ ਲਈ ਬਹੁਤ ਜ਼ਰੂਰੀ ਹੈ। ਮੈਂ ਤਾਂ ਇਹ ਸਲਾਹ ਦਊਂਗਾ ਕਿ ਤੁਹਾਡੇ ਮਾਤਾ ਪਿਤਾ ਜਿਨ੍ਹਾਂ ਕੋਲੇ ਹੈਗੇ ਆ, ਕੋਈ ਵੀ ਗੱਲ ਤੁਹਾਨੂੰ ਲੁਕਾਉਣ ਦੀ ਲੋੜ ਨਹੀਂ। ਸਭ ਤੋਂ ਪਹਿਲੇ ਸਭ ਤੋਂ ਵਧੀਆ ਦੋਸਤ ਤੁਹਾਡੇ ਮਾਤਾ ਪਿਤਾ ਜੀ। ਅੱਛਾ, ਉਸ ਤੋਂ ਤੁਹਾਡੇ ਭੈਣ ਭਰਾ ਹੋ ਸਕਦੇ ਨੇ, ਪਰ ਅਸੀਂ ਤਾਂ ਹੁਣ ਅੱਗੇ ਜਾ ਕੇ ਗੱਲ ਇਦਾਂ ਦੀ ਹੋ ਜਾਂਦੀ ਵੀ ਅਸੀਂ ਆਪਦੇ ਭਰਾ ਤੋਂ ਬਹੁਤ ਸਾਰੀਆਂ ਚੀਜ਼ਾਂ ਲੁਕਾਉਣਾ ਸ਼ੁਰੂ ਕਰ ਦਿੰਦੇ, ਆਪਣੇ ਭੈਣਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਲੁਕਾਉਣਾ ਸ਼ੁਰੂ ਕਰ ਦਿੰਦੇ ਆ ਜੀ, ਵੀ ਪਤਾ ਨਾ ਲੱਗ ਜੇ। ਹਾਂਜੀ, ਹੈ ਨਾ। ਅਸਲ ਦੇ ਵਿੱਚ ਉਹ ਇਨਸਾਨ ਜਿਹੜਾ ਆਪਣੀਆਂ ਕਮੀਆਂ ਨੂੰ ਉਜਾਗਰ ਨਹੀਂ ਹੋਣ ਦੇਣਾ ਚਾਹੁੰਦਾ, ਉਹ ਵਿਅਕਤੀ ਕਦੀ ਜ਼ਿੰਦਗੀ 'ਚ ਤਰੱਕੀ ਨਹੀਂ ਕਰ ਸਕਦਾ ਜੀ। ਮਤਲਬ ਲਾਲਾ ਹਰਦਿਆਲ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ ਮੈਂ, ਉਹਨੇ ਤਾਂ ਇੱਥੋਂ ਤੱਕ ਲਿਖਿਆ ਜੀ ਵੀ ਉਹ ਮਰਦਾਂ ਨੂੰ ਕਹਿੰਦਾ ਕਿ ਤੁਹਾਡੀ ਇੱਕ ਔਰਤ ਦੋਸਤ ਹੋਣੀ ਚਾਹੀਦੀ ਹੈ। ਅੱਛਾ, ਜਿਹੜੀ ਤੁਹਾਨੂੰ ਇਹ ਦੱਸ ਸਕੇ ਕਿ ਤੁਹਾਡਾ ਔਰਤਾਂ ਨਾਲ ਜੋ ਬਿਹੇਵੀਅਰ ਆ ਉਹਦਾ ਸਾਹਮਣੇ ਵਾਲੀਆਂ ਔਰਤਾਂ ਤੇ ਕੀ ਅਸਰ ਪੈ ਰਿਹਾ ਜੀ। ਕਈ ਵਾਰ ਕੀ ਹੁੰਦਾ, ਆਪਾਂ ਕੋਈ ਗੱਲ ਕਰ ਦਿੰਦੇ ਆ, ਸਾਨੂੰ ਆਪਾਂ ਗੱਲ ਸੁਭਾਵਿਕ ਕਰ ਦਿੰਦੇ ਆ, ਸਾਹਮਣੇ ਵਾਲੇ ਨੂੰ ਬੁਰੀ ਲੱਗਦੀ ਹੈ। ਬਿਲਕੁਲ। ਅੱਛਾ, ਉਹ ਸਾਨੂੰ ਦੱਸਦਾ ਵੀ ਨਹੀਂ ਜੀ ਵੀ ਕੋਈ ਇਹੋ ਜਿਹਾ ਹੋਵੇ ਜਿਹੜਾ ਇਹ ਦੱਸੇ ਵੀ ਆਹ ਗੱਲ ਤਾਂ ਕੀਤੀ ਸੀ ਨਾ, ਇਹ ਸਾਹਮਣੇ ਵਾਲੇ ਨੂੰ ਬੁਰੀ ਲੱਗੀ ਹੈ, ਕਿਉਂਕਿ ਮੈਨੂੰ ਬੁਰੀ ਲੱਗੀ, ਇਸ ਕਰਕੇ ਬੱਚੇ ਨੂੰ ਬੁਰੀ ਲੱਗੀ ਹੋਊਗੀ। ਬਿਲਕੁਲ ਜੀ। ਮਤਲਬ ਇਹ ਚੀਜ਼ ਹੀ ਤੁਹਾਨੂੰ ਤੁਹਾਡੀ ਜ਼ਿੰਦਗੀ 'ਚ ਤਰੱਕੀ ਕਰਨ ਦੇ ਵਿੱਚ, ਤੁਹਾਨੂੰ ਸੁਧਾਰ ਕਰਨ ਦੇ ਵਿੱਚ, ਆਪਣੇ ਆਪ ਨੂੰ ਅਪਡੇਟ ਕਰਨ ਦੇ ਵਿੱਚ, ਇੱਕ ਚੰਗਾ ਇਨਸਾਨ ਬਣਨ ਦੇ ਵਿੱਚ ਸਹਾਇਕ ਹੋ ਸਕਦੀ ਹੈ। ਤੁਹਾਡੀਆਂ ਕਮੀਆਂ ਦੱਸਣ ਵਾਲਾ ਕੋਈ ਇੱਕ ਵਿਅਕਤੀ ਤੁਹਾਡੇ ਜੀਵਨ 'ਚ ਹੋਣਾ ਚਾਹੀਦਾ ਜੀ। ਬਿਲਕੁਲ। ਜਦ ਕਿ ਅਸਲ 'ਚ ਅਸੀਂ ਉਲਟਾ ਕਰਦੇ ਆ, ਜੇ ਕੋਈ ਬੰਦਾ ਸਾਡੀ ਕਮੀ ਕੱਢ ਦਿੰਦਾ ਅਸੀਂ ਉਹਨੂੰ ਗੁੱਸੇ ਹੋ ਜਾਂਦੇ ਆ। ਹਾਂਜੀ, ਬਿਲਕੁਲ। ਆਡੇ ਮੰਨ ਲੈਂਦੇ, ਨਾਰਾਜ਼ ਹੋ ਜਾਂਦੇ ਆ, ਨਾਰਾਜ਼ਗੀ ਹੋ ਜਾਂਦੀ ਹੈ। ਬਿਲਕੁਲ, ਹੈ ਨਾ। ਮਤਲਬ ਇਹ ਗੱਲ ਠੀਕ ਆ
ਵੀ ਹਰ ਵੇਲੇ ਕਿਸੇ ਦੀਆਂ ਕਮੀਆਂ ਨਹੀਂ ਲੱਭਣੀਆਂ ਚਾਹੀਦੀਆਂ। ਇਹ ਠੀਕ ਗੱਲ ਆ, ਉਹਦੇ ਗੁਣ ਵੀ ਦੇਖਣੇ ਚਾਹੀਦੇ ਆ। ਕਿਸੇ 'ਚ 100 ਗੁਣ ਨੇ, ਇੱਕ ਕਮੀ ਹੈ ਤੇ ਉਹਨੂੰ ਆਪਾਂ ਆਰਾਮ ਨਾਲ ਕਹਿ ਸਕਦੇ ਵੀ ਭਾਈ ਜੇ ਇੱਕ ਆਹ ਕਮੀ ਦੂਰ ਹੋ ਜਾਏ ਤਾਂ ਤੂੰ ਹੀਰਾ ਬਣ ਗਿਆ, ਤੂੰ ਤੇ ਮਤਲਬ ਪਰਫੈਕਟ ਇਨਸਾਨ ਬਣ ਜਾਏਗਾ। ਇਧਰ ਤਜਰਬੇ ਆਏ ਨੇ ਜੀ। ਦੇਖੋ ਜਿਆਦਾ ਸੋਨਮ ਕੰਗ ਜੀ ਹੁਣ ਇਸ ਲੜੀ ਦੇ ਵਿੱਚ ਨੇ ਕਿ ਉਹ ਵਧੀਆ ਜਿਹੜੇ ਹੈ ਉਹ ਵਿਊ ਆਪਣੇ ਨਾਲ ਸ਼ੇਅਰ ਕਰ ਰਹੇ ਹੈਗੇ। ਤੁਹਾਡੇ ਵੱਲੋਂ ਸ਼ੋਰ ਬਹੁਤ ਜ਼ਿਆਦਾ ਆ ਰਿਹਾ ਡਾਕਟਰ ਸਾਹਿਬ। ਹਾਂਜੀ ਅੱਛਾ ਚਲੋ ਹੁਣ ਹਟ ਗਿਆ ਹੋਣਾ, ਮੈਂ ਨਾ ਬੜਾ ਜਿਹਾ ਵੀ ਹਿੱਲਾ ਤਾਂ ਹੈਡਫੋਨ ਹੁਣ ਇੱਥੇ ਦੇਖੋ ਜੀ ਇੱਕ ਬੜੀ ਸੋਹਣੀ ਗੱਲਬਾਤ ਹੈ ਕਿ ਜਿਹੜੀਆਂ ਵੈਸੇ ਤਾਂ ਆਪਾਂ ਪਹਿਲਾਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਹਾਸਿਆਂ ਦੇ ਨਾਲ ਬੜੀ ਸਾਰੀ ਐਕਸਰਸਾਈਜ਼ ਸਾਡੇ ਮਾਸਪੇਸ਼ੀਆਂ ਦੀ ਹੁੰਦੀ ਹੈ ਨਾ, ਪੇਟ ਦੀ ਵੀ ਹੁੰਦੀ ਹੈ। ਪਰ ਹੁਣ ਇੱਕ ਜਿਹੜੀ ਚੰਗੀ ਗੱਲ ਇਹਦੇ ਵਿੱਚ ਹੈ ਕਿ ਜਿਹੜੀਆਂ ਔਰਤਾਂ ਨੇ ਕਹਿ ਦਿੰਦੇ ਹੈਗੇ ਕਿ ਹੱਸਦੀਆਂ ਬਹੁਤ ਨੇ, ਪਰ ਜੇ ਇੱਥੇ ਪਰਸੈਂਟੇਜ ਚੈੱਕ ਕੀਤਾ ਜਾਵੇ ਤਾਂ ਕਹਿੰਦੇ ਨਾ 27 ਵਾਰ ਹੀ ਜਿਹੜਾ ਇੱਕ ਮਾਫ ਕਰਨਾ 26% ਵੱਧ ਹੈ ਜਿਹੜਾ ਉਹ ਔਰਤਾਂ ਨੇ ਉਹ ਮਰਦਾਂ ਤੋਂ ਵੱਧ ਹੱਸਦੀਆਂ ਨੇ। ਮਰਦ ਬਹੁਤ ਘੱਟ ਹੱਸਦੇ ਦੇਖੇ ਹੈ। ਹਾਂ ਇਹ ਤਾਂ ਸਿਰਫ ਲੱਟੂ ਹੁੰਦੇ ਹੀ ਦੇਖਿਆ ਦੂਜਿਆਂ ਦੇ ਹਾਸਿਆਂ ਤੇ। ਨਹੀਂ ਮੈਂ ਇੱਥੇ ਤਾਂ ਗੱਲ ਕਹੀ ਹੈ ਨਾ, ਇੱਥੇ ਇੱਕ ਗਾਣਾ ਸੀਗਾ, ਮੈਂ ਗਾਣੇ ਚੂਜ਼ ਕਰੀ ਜਾਂਦੀ ਸੀ ਤੇ ਮੇ ਬੀ ਹੰਸਰਾਜ ਹੰਸਦਾ ਕਿ ਤੇਰਾ ਹੱਸਣਾ ਮੈਨੂੰ ਮਾਰ ਗਿਆ, ਤੇ ਮੈਂ ਕਹਿਣ ਵਾਲੀ ਬਾਬੇ ਜੇ ਤੂੰ ਉਹਦੇ ਤੋਂ ਦੁੱਗਣਾ ਹੱਸ ਪੈਂਦਾ ਤੇ ਸ਼ਾਇਦ ਉਹ ਮਰ ਜਾਂਦੀ ਵਿਚਾਰੀ ਜਿਉਂਦੀ ਜਾਗਦੀ। ਤਾਂ ਕਿਸੇ ਦੇ ਹਾਸਿਆਂ ਤੇ ਮਰਿਆ ਨਾ ਕਰੋ, ਹਿੰਮਤ ਰੱਖਿਆ ਕਰੋ ਆਪਦੇ ਹਾਸਿਆਂ ਤੇ ਕਿਸੇ ਨੂੰ ਲੱਟੂ ਕਰਾਉਣ ਦੀ। ਸੋ ਚਲੋ ਇਹ ਤਾਂ ਸੀ ਇੱਕ ਤਜਰਬਾ ਜੀ। ਤੇ ਦੂਜਾ ਤਜਰਬਾ ਦੇਖੋ ਜੀ ਕੀ ਕਹਿੰਦਾ ਹੈਗਾ, ਕਹਿੰਦੇ ਕਿ ਇੱਕ ਛੋਟਾ ਬੱਚਾ ਹੈ ਨਾ ਜਿਹੜਾ ਉਹ ਦਿਨ ਦੇ ਵਿੱਚ ਲਾ ਲਓ 300 ਵਾਰ ਹੱਸਦਾ। ਜੇ ਕਿਸੇ ਨੇ ਐਕਸਪੈਰੀਮੈਂਟ ਕਰਨਾ ਹੈ ਤਾਂ ਆਪਦੇ ਜਵਾਕ ਦੇ ਮਗਰ ਪੂੰਛ ਬੰਨ ਲਓ, ਬਸ ਫੜੀ ਰੱਖੋ ਤੇ ਮਗਰ ਤੁਰੇ ਰਹੋ ਤੇ ਦੇਖੀ ਜਾਓ ਕਿੰਨੇ ਵਾਰ ਹੱਸੂਗਾ। ਉਹ ਡਿੱਗੂਗਾ ਤਾਂ ਵੀ ਹੱਸੂਗਾ, ਉਹ ਰੋਊਗਾ, ਉਸ ਤੋਂ ਬਾਅਦ ਜੇ ਆਪਾਂ ਉਹਨੂੰ ਕੁਝ ਦੇ ਦਿੰਦੇ ਆ ਚੀਜ਼ ਤਾਂ ਉਹ ਫਿਰ ਵੀ ਹੱਸ ਪੈਂਦਾ। ਕੁੱਲ ਮਿਲਾ ਕੇ ਉਹਦੇ ਹਾਸੇ ਆ ਜਿਹੜੇ 300 ਵਾਰ ਦਿਨ ਦੇ ਵਿੱਚ ਗਿਣੇ ਜਾ ਸਕਦੇ ਆ। ਤੇ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਕਹਿੰਦੀ ਹੈ ਜਾਂ ਅਸੀਂ ਲੋਕ ਆ, ਅਸੀਂ ਕਹਿੰਦੇ ਕਿ ਅਸੀਂ ਜ਼ਿੰਦਗੀ ਦੇ ਵਿੱਚ ਬੜੇ ਸਮਝਦਾਰ ਤੇ ਸੁਲਝੇ ਹੋਏ ਇਨਸਾਨ ਹੈ, ਅਸੀਂ ਕਿੰਨੇ ਕੁ ਵਾਰ ਹੱਸਦੇ ਹੋਵਾਂਗੇ ਡਾਕਟਰ ਸਾਹਿਬ ਦੱਸਿਓ ਖਾਂ। ਕਈ ਲੋਕ ਤਾਂ ਦਿਨ 'ਚ ਇੱਕ ਵਾਰ ਵੀ ਨਹੀਂ ਹੱਸਦੇ, ਹਫ਼ਤੇ ਤੱਕ ਨਹੀਂ ਹੱਸਦੇ, ਮਹੀਨੇ ਤੱਕ ਨਹੀਂ ਹੱਸਦੇ। ਤੇ ਆਪਾਂ ਜਿਹੜੇ ਲੋਕ ਆ ਨਾ, ਜਿਹੜੇ ਨਾਰਮਲ ਪਰਸਨੈਲਿਟੀ ਹੈ, ਬੜੀ ਹੈਂਡਸਮ, ਬੜੇ ਬਿਊਟੀਫੁਲ ਅਸੀਂ ਲੋਕ ਆ, ਅਸੀਂ ਸਿਰਫ ਔਰ ਸਿਰਫ ਜੇ ਪੂਰਾ ਜ਼ੋਰ ਸਾਡੇ ਤੇ ਲਾਇਆ ਜਾਵੇ ਅਸੀਂ 27 ਵਾਰ ਮਸਾਂ ਹੱਸਾਂਗੇ ਦਿਨ ਵਿੱਚ ਦੀ। ਤੁਸੀਂ ਇਹ ਦੇਖੋ ਜੀ, ਠੀਕ ਹੈ ਜੀ। ਇੱਕ ਤਾਂ ਇਹ ਤਜਰਬਾ ਸੀ। ਸੋ ਇਹ ਤਜਰਬੇ ਨਾਲ ਆਪਣੇ ਅੱਜ ਦੇ ਸੈਗਮੈਂਟ ਦੇ ਵਿੱਚ ਸ਼ਾਮਿਲ ਹੋਈ ਜਾਂਦੇ ਨੇ। ਬਹੁਤ ਵਧੀਆ ਜੀ। ਦੇਖੋ ਗੱਲ ਪਤਾ ਕੀ ਆ ਜੀ, ਮਤਲਬ ਮੈਂ ਸ਼ੁਰੂ 'ਚ ਵੀ ਇੱਕ ਗੱਲ ਕਹੀ ਸੀ ਕਿ ਇਹ ਜ਼ਰੂਰੀ ਨਹੀਂ ਹੈ ਕਿ ਮੈਂ ਸਿਖਾਉਣ ਆਇਆ ਕੁਛ। ਤੁਹਾਡੇ ਸਾਰਿਆਂ ਤੋਂ ਬਹੁਤ ਕੁਝ ਮੈਂ ਸਿੱਖ ਕੇ ਵੀ ਜਾਵਾਂਗਾ। ਸੋ ਬਿਲਕੁਲ ਹੈ ਜੀ, ਸਿਖਾਉਣ ਵਾਸਤੇ ਤਤਪਰ ਨੇ ਸਾਰੇ ਜਣੇ। ਸੋ ਇੱਧਰ ਕੈਨੀ ਅਟਵਾਲ ਜੀ ਵੀ ਪਹੁੰਚੇ, ਤੁਹਾਨੂੰ ਸਤਿ ਸ਼੍ਰੀ ਅਕਾਲ ਲੈ ਕੇ। ਸਤਿ ਸ਼੍ਰੀ ਅਕਾਲ ਜੀ। ਸੋ ਕਹਿੰਦੇ ਨਾ ਕਿ ਤਣਾਅ ਦੇ ਕਾਰਨ ਸਰੀਰ ਦੇ ਵਿੱਚ ਖੂਨ ਦਾ ਸੰਚਾਰ 35% ਤੱਕ ਜਿਹੜਾ ਉਹ ਹੌਲੀ ਹੋ ਜਾਂਦਾ ਹੈ, ਜਦੋਂ ਕਿ ਹਾਸਾ ਹੈ ਜਿਹੜਾ ਉਹ 20% ਇਸ ਚੀਜ਼ ਨੂੰ ਵਧਾ ਦਿੰਦਾ ਹੈ। ਵਾਹ ਜੀ ਵਾਹ, ਕਿੰਨੀ ਸੋਹਣੀ ਨੌਲੇਜ ਹੈ। ਦੇਖੋ ਅੰਕੜੇ ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਉਹ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਹੈ ਨਾ ਵੀ ਬੱਚਾ 300 ਵਾਰ ਹੱਸਦਾ ਹੈ, ਹਾਂਜੀ, ਇਹਦੇ ਤੇ ਮੈਂ ਕੁਝ ਗੱਲ ਜਿਹੜੀ ਕਰਨੀ ਚਾਹੁੰਦਾ। ਉਹ ਜ਼ਰੂਰੀ ਕੀ ਆ, ਮੈਂ ਇੱਕ ਸੈਗਮੈਂਟ ਦੇ ਵਿੱਚ ਇਹ ਗੱਲ ਕਹੀ ਸੀ ਵੀ ਤੁਸੀਂ ਛੋਟੇ ਬੱਚੇ ਨੂੰ ਅਗਰ ਦੇਖਦੇ ਹੋ, ਜਿਹੜਾ ਬੱਚਾ ਅਜੇ ਨਾ ਤੁਰ ਸਕਦਾ, ਨਾ ਰੁੜ ਸਕਦਾ, ਨਾ ਕੋਈ ਗੱਲ ਕਰ ਸਕਦਾ, ਲੇਕਿਨ ਜਦੋਂ ਉਹ ਜਾਗਦਾ ਹੁੰਦਾ ਉਹ ਆਪਣੀ ਲੱਤਾਂ ਬਾਹਾਂ ਮਾਰਦਾ ਰਹਿੰਦਾ। ਹਾਂਜੀ ਜੀ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਵੀ ਨੇਚਰ ਨੇ ਇੱਕ ਇਨਬਿਲਟ ਇੰਟੈਲੀਜੈਂਸ ਦਿੱਤੀ ਹੈ ਬਾਡੀ ਨੂੰ ਜੀ। ਹਿਊਮਨ ਬਾਡੀ ਨੂੰ ਨੇਚਰ ਨੇ ਇੱਕ ਇਨਬਿਲਟ ਇੰਟੈਲੀਜੈਂਸ ਦਿੱਤੀ ਹੈ। ਉਹਨੂੰ ਪਤਾ ਹੈ, ਉਹਨੂੰ ਸਮਝ ਹੈ ਕਿ ਮੈਂ ਜੋ ਖੁਰਾਕ ਲੈ ਰਿਹਾ ਇਹਨੂੰ ਡਾਈਜੈਸਟ ਕਰਨ ਲਈ ਮੈਨੂੰ ਹੱਥ ਪੈਰ ਮਾਰਨੇ ਪੈਣੇ ਆ ਜੀ। ਔਰ ਮੈਂ ਇੱਥੇ ਥੋੜਾ ਜਿਹਾ ਮਾਫੀ ਚਾਹੂੰਗੀ ਜੀ, ਮੈਨੂੰ 2-3 ਵਾਰ ਕਾਲ ਆ ਰਹੀ ਹੈ। ਗੁਰਦਿੱਤਾ ਸੰਧੂ ਸਾਹਿਬ ਸਾਡੇ ਬਾਪੂ ਜੀ, ਮੈਨੂੰ ਲੱਗਦਾ ਉਹ ਸਪੈਸ਼ਲ ਇਸ ਤੇ ਕੁਝ ਕਹਿਣਾ ਚਾਹੁੰਦੇ ਆ। 1 ਮਿੰਟ ਦੇ ਲਈ ਮੈਂ ਤੁਹਾਨੂੰ ਰੋਕੂੰਗੀ ਤੇ ਥੋੜਾ ਜਿਹਾ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ। ਹਾਂਜੀ ਬਾਪੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਤੁਹਾਡੀ ਕਾਲ ਮਿਲ ਚੁੱਕੀ ਹੈ ਜੀ ਗੁਰਦਿੱਤਾ ਸੰਧੂ ਸਾਹਿਬ। ਸੋ ਕੁਛ ਤੁਹਾਡੀ ਕਾਲ ਦੇ ਵਿੱਚ ਹੈ ਜੀ।
ਚਲੋ ਸੁਣ ਲੈਂਦੇ ਆ। ਵੈਸੇ ਤਜਰਬੇ ਸੋਨਮ ਜੀ ਬੜੇ ਨੇ ਤੁਹਾਡੇ, ਬੜਾ ਕੁਝ ਤੁਸੀਂ ਸੱਚੀ ਦੱਸਿਆ ਤੇ ਮੈਂ ਇਸੇ ਲਈ ਤੁਹਾਨੂੰ ਸਾਰਿਆਂ ਨੂੰ ਹਸਾਇਆ ਵੀ ਦੂਜਿਆਂ ਤੇ ਹੱਸ ਕੇ ਮਰਨ ਵਾਲਿਓ ਆਪਦੇ ਹਾਸਿਆਂ ਤੇ ਮਾਰਨਾ ਵੀ ਕਿਸੇ ਨੂੰ ਸਿੱਖੋ। ਹਾਂਜੀ ਬਾਪੂ ਜੀ ਸਤਿ ਸ਼੍ਰੀ ਅਕਾਲ, ਪਹੁੰਚੋ ਜੀ, ਸਵਾਗਤ ਹੈ। ਮਨਜੀਤ ਬੇਟੀ ਤੁਹਾਨੂੰ, ਮਾਣਾ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਰੇਡੀਓ ਹੁਣੇ ਲਾਇਆ ਸੀਗਾ ਤੇ ਗੱਲ ਹਾਸੇ ਦੀ ਚੱਲ ਰਹੀ ਸੀ। ਹਾਂਜੀ ਅੱਜ ਸਾਡੇ ਡਾਕਟਰ ਸਾਹਿਬ ਦਾ ਸੈਗਮੈਂਟ ਹੁੰਦਾ ਹੈ ਜੀ, ਨੈਚੁਰੋਪੈਥੀ ਦੇ ਵਿੱਚ ਅਸੀਂ ਬੜੇ ਸਾਰੇ ਇਲਾਜ ਕਰਦੇ ਹਾਂ ਤੇ ਅੱਜ ਅਸੀਂ ਹਾਸੇ ਤੇ ਰੋਣਿਆਂ ਤੇ ਇੱਕ ਟੌਪਿਕ ਚਲਾਇਆ ਹੋਇਆ ਹੈਗਾ ਕਿ ਕਿੰਨੇ ਜ਼ਰੂਰੀ ਨੇ ਸਾਡੀ ਸਿਹਤ ਦੇ ਲਈ। ਹਾਸੇ ਤੇ ਗੱਲ ਕਰੀਏ ਜਲਦੀ ਦੇ ਨਾਲ, ਕਿਉਂਕਿ ਇੱਕ ਟੌਪਿਕ ਉਧਰ ਡਾਕਟਰ ਸਾਹਿਬ ਦੇ ਨਾਲ ਚੱਲ ਰਿਹਾ। ਤੁਸੀਂ ਮੈਂ ਸੋਚਿਆ ਤੁਸੀਂ ਪ੍ਰੋਗਰਾਮ ਸੁਣ ਕੇ ਕੋਈ ਵਿਊ ਲੈ ਕੇ ਆਏ ਹੋ। ਛੋਟਾ ਜਿਹਾ ਹੀ ਹੈ ਬਸ। ਹਾਂਜੀ ਹਾਂਜੀ ਜ਼ਰੂਰ ਜੀ, ਵੈਲਕਮ ਹੈ ਜੀ। ਇੱਕ ਅੜਬ ਕੁੜੀ ਨੇ ਮਤਲਬ ਨਾ ਮੁੰਡੇ ਨਾਲ ਆਪ ਵੀ ਦੇਖਿਆ ਇੱਕ ਦੂਜੇ ਨੂੰ। ਅੱਛਾ। ਤੇ ਉਹ ਨਾਲ ਸਹੇਲੀ ਨੂੰ ਲੈ ਗਈ। ਮੇਰਾ ਜਿਹੜਾ ਹੋਣ ਵਾਲਾ ਪਤੀ ਹੈ ਉਹਦੇ ਬਾਰੇ ਆਪਾਂ ਫੈਸਲਾ ਕਰਨਾ ਹੈ। ਹਾਂਜੀ। ਇੱਕ ਕੁੜੀ ਨੇ ਕਿਹਾ ਸਹੇਲੀਏ ਵੇਖ ਮੰਗੇਤਰ ਮੇਰਾ, ਇੱਕ ਕੁੜੀ ਨੇ ਕਿਹਾ ਸਹੇਲੀਏ ਵੇਖ ਮੰਗੇਤਰ ਮੇਰਾ, ਸੋਹਣਾ ਹੈ ਕਿ ਨਹੀਂ ਦੱਸ ਤੂੰ ਕੀ ਫੈਸਲਾ ਤੇਰਾ। ਰੱਖ ਜੀ। ਉਹ ਕਹਿੰਦੀ ਕੱਦ ਕਾਠ ਤੇ ਰੰਗ ਠੀਕ ਹੈ, ਦੱਸਾਂ ਨੁਕਸ ਹੈ ਕਿਹੜਾ, ਦੰਦ ਜਮਾਂ ਨਹੀਂ ਸੋਹਣੇ ਇਹਦੇ, ਹੱਸਦਾ ਲੱਗਦਾ ਭੈੜਾ। ਅੱਗੋਂ ਕਈ ਕਹਿੰਦੀ ਪਤਾ, ਉਹ ਕਹਿੰਦੀ ਨਹੀਂ ਇਹ ਤਾਂ ਕੋਈ ਖਾਸ ਗੱਲ ਨਹੀਂ, ਇਹ ਤਾਂ ਕੋਈ ਖਾਸ ਨਹੀਂ, ਐਵੇਂ ਨਾ ਜਾ ਨਿੰਦੀ, ਮੇਰਾ ਇੱਕ ਵਾਰੀ ਇਹਦੇ ਨਾਲ ਵਿਆਹ ਹੋ ਜਾਣ ਦੇ, ਮੈਂ ਸਾਰੀ ਉਮਰ ਹੱਸਣ ਨਹੀਂ ਦਿੰਦੀ। ਬਾਪੂ ਜੀ ਦੇਖੋ ਅਸੀਂ ਤੁਹਾਨੂੰ ਬਾਪੂ ਕਿਹਾ, ਕਹਿਣ ਦਾ ਭਾਵ ਟੱਬਰ ਦਾ ਮੋਢੀ ਗਿਣਿਆ ਤੁਹਾਨੂੰ, ਤੇ ਜੇ ਬਾਪੂ ਹੀ ਸਾਨੂੰ ਸਾਰਿਆਂ ਨੂੰ ਏਦਾਂ ਡਰਾਈ ਜਾਣਗੇ ਤੇ ਕਈ ਇੱਥੇ ਜਿਹੜੇ ਉਹ ਮੰਗੇਤਰ ਬਣੇ ਹੋਏ ਨੇ ਜਾਂ ਮੰਗੇਤਰ ਬਣਨ ਜਾ ਰਹੇ ਨੇ, ਡਰਾਓ ਨਾ ਉਹਨਾਂ ਦੇ ਹਾਸਿਆਂ ਨੂੰ। ਆਪਾਂ ਬਾਹਰ ਕੱਢ ਰਹੇ ਤੇ ਤੁਸੀਂ ਕਹਿੰਦੇ ਕਿ ਗਾਂ ਸ਼ੇਰਨੀ ਆਉਣ ਵਾਲੀ ਹੱਸਣੀ ਨਹੀਂ ਦਿੰਦੀ, ਔਖਾ ਹੋ। ਮੈਂ ਤੁਹਾਨੂੰ ਸੱਚਾਈ ਦੱਸਦੀ ਹਾਂ, ਤੁਸੀਂ ਹਾਲੇ ਨਾ ਤੁਸੀਂ ਕਰ ਦੇਣਾ ਗਾਹ ਵਾਸਤੇ। ਠੀਕ ਹੈ ਡਾਕਟਰ ਸਾਹਿਬ ਦੂਜੀ ਲਾਈਨ ਤੇ ਆ, ਮੈਂ ਇਹੀ ਸਵਾਲ ਉਹਨਾਂ ਨੂੰ ਕਰੂੰਗੀ, ਤੁਸੀਂ ਜ਼ਰੂਰ ਸੁਣਿਓ। ਚਲੋ ਠੀਕ ਹੈ ਜੀ, ਧੰਨਵਾਦ ਜੀ, ਜਿਉਂਦੇ ਵਾਸਤੇ ਰਹੋ, ਖੁਸ਼ ਰਹੋ, ਸਤਿ ਸ਼੍ਰੀ ਅਕਾਲ। ਸੋ ਇਹ ਤਾਂ ਕੰਮ ਥੋੜਾ ਜਿਹਾ ਗੁੰਝਲਦਾਰ ਹੋ ਗਿਆ ਭਾਈ, ਹੁਣ ਕੀ ਕਰੀਏ। ਡਾਕਟਰ ਸਾਹਿਬ ਤੁਸੀਂ ਸ਼ਾਇਦ ਨਹੀਂ ਸੁਣ ਪਾਉਂਗੇ ਕਿਉਂਕਿ ਮੈਂ ਉਧਰੋਂ ਲਾਈਨ ਕੱਟ ਕਰਤੀ ਸੀਗੀ। ਹਾਂਜੀ ਹਾਂਜੀ ਬਾਪੂ ਜੀ ਇੱਕ ਗੱਲ ਲੈ ਕੇ ਆਏ ਸੀ, ਕਹਿੰਦੇ ਨਾ ਕੋਈ ਕੁੜੀ ਆਪਣੇ ਮੰਗੇਤਰ ਨੂੰ ਮਿਲਣ ਗਈ ਤੇ ਆਪਣੀ ਸਹੇਲੀ ਨੂੰ ਨਾਲ ਲੈ ਗਈ। ਚਲੋ ਉਹਨਾਂ ਨੇ ਤਾਂ ਤਰਨੁਮ ਦੇ ਵਿੱਚ ਗਾਇਆ ਸੀਗਾ ਤੇ ਕਹਿੰਦੇ ਉਹਨੇ ਪੁੱਛਿਆ ਵੀ ਦੇਖ ਮੇਰਾ ਘਰ ਵਾਲਾ ਵੀ ਇਹਦੇ ਚ ਕਿੰਨੇ ਗੁਣ ਨੇ, ਕੀ ਹੈ ਇਹ ਸਹੀ ਹੈ ਨਾ, ਪਰਫੈਕਟ ਹੈ ਮੇਰੇ ਲਈ। ਤੇ ਉਹਨੇ ਵਿਚਾਰੀ ਨੇ ਸਾਰਾ ਕੁਝ ਦੱਸਿਆ ਵੀ ਓਵਰਆਲ ਵੀ ਠੀਕ ਹੈ, ਹੋਰ ਕੁਝ ਨਹੀਂ, ਬਸ ਇੱਕ ਹੈ ਵੀ ਕੱਢਣ ਪਾਉਣ ਨੂੰ ਇਹਦੇ ਦੰਦਾਂ 'ਚ ਕੁਝ ਨਹੀਂ ਹੈਗਾ। ਉਹ ਹੱਸਿਆ ਹੋਊਗਾ ਵਿਚਾਰਾ, ਠੀਕ ਹੈ, ਹੱਸਦਾ ਹੋਊਗਾ ਮੇਰੇ ਵਾਂਗੂ ਦੰਦ ਕੱਢ ਕੱਢ ਕੇ, ਤੇ ਉਹ ਕਹਿੰਦੀ ਮਾਸਾ ਵੀ ਇਹਦੇ ਮਾੜੇ ਨਹੀਂ, ਮਤਲਬ ਸੋਹਣੇ ਨਹੀਂ ਹੈਗੇ। ਅੱਗੋਂ ਉਹ ਜਿਹੜੀ ਸ਼ੇਰਨੀ ਸੀ ਜਿਹੜੀ ਉਹਦੇ ਨਾਲ ਮੰਗਣ ਜਾ ਰਹੀ ਸੀ, ਉਹ ਕਹਿੰਦੀ ਕੋਈ ਗੱਲ ਨਹੀਂ, ਏਡੀ ਵੱਡੀ ਕੋਈ ਗੱਲ ਨਹੀਂ, ਟੈਨਸ਼ਨ ਨਹੀਂ ਲੈਣੀ, ਬਸ ਮੇਰਾ ਇੱਕ ਵਾਰੀ ਇਹਦੇ ਨਾਲ ਵਿਆਹ ਹੋ ਲੈਣ ਦੇ, ਮਜ਼ਾਲ ਹੈ ਇਹ ਦੰਦ ਦੁਨੀਆ 'ਚ ਕਿਸੇ ਨੂੰ ਦਿਖਾਉਣ ਜੋਗਾ ਰਹਿ ਜਾਊਗਾ, ਇਹਨੂੰ ਮੈਂ ਹੱਸਣ ਨਹੀਂ ਦੇਣਾ। ਠੀਕ ਹੈ। ਇਹੋ ਜਿਹੇ ਵੀ ਕਈ ਜਿਹੜੇ ਟੋਟਕੇ ਸਾਡੇ ਹਾਸਿਆਂ ਤੇ ਪਏ ਨੇ, ਕਈ ਇਹਨਾਂ ਨੂੰ ਚਲੋ ਫਨੀ ਵੇ 'ਚ ਲੈ ਜਾਣਗੇ, ਕਈ ਸੀਰੀਅਸ ਹੋ ਜਾਣਗੇ ਵੀ ਸੱਚੀ ਯਾਰ ਮੇਰੀ ਤਾਂ ਜ਼ਿੰਦਗੀ ਜਿੱਦਾਂ ਦੀ ਇਹ ਆਈ ਹੈ ਨਾ, ਸਿਆਪਾ ਹੀ ਮਾਰਿਆ ਪਿਆ, ਮੈਨੂੰ ਕਿਸੇ ਨਾਲ ਵਰਤਣ ਨਹੀਂ ਦਿੰਦੀ, ਮੈਨੂੰ ਹੱਸਣ ਨਹੀਂ ਦਿੰਦੀ, ਮੈਨੂੰ ਖੇਡਣ ਨਹੀਂ ਦਿੰਦੀ। ਸੱਚੀ ਡਾਕਟਰ ਸਾਹਿਬ ਜੇ ਸੀਰੀਅਸਲੀ ਕਿਸੇ ਨੂੰ ਪੁੱਛਣਾ ਹੋਵੇ ਤਾਂ ਇਦਾਂ ਦੇ ਸਿਆਪੇ ਬੜੇ ਨੇ ਸਾਡੇ ਆਲੇ ਦੁਆਲੇ। ਹਾਂਜੀ ਜੀ ਦੇਖੋ ਹੁਣ ਆਪਾਂ, ਮੈਨੂੰ ਲੱਗਦਾ ਸਮਾਂ ਨੇੜੇ ਹੋਣ ਲੱਗਾ ਤੇ ਆਪਾਂ ਇਹਨੂੰ ਗੱਲ ਨੂੰ ਕਨਕਲੂਡ ਕਰੀਏ। ਸਮੇਂ ਨੇ ਤਾਂ ਆਪਾਂ ਹੀ ਨੇੜੇ ਹੋਣਾ ਜੀ ਜਦੋਂ ਅਸੀਂ ਹਸਾਈ ਜਾਂਦੇ ਸਾਰਿਆਂ ਨੂੰ, ਹੈ ਨਾ, ਇਹਨੂੰ ਕਨਕਲੂਡ ਕਰੀਏ ਗੱਲ ਨੂੰ। ਤਾਂ ਗੱਲ ਅਸਲ ਦੇ ਵਿੱਚ ਸਾਨੂੰ ਇਹ ਸਮਝਣੀ ਚਾਹੀਦੀ ਹੈ, ਦੋ ਤਿੰਨ ਚੀਜ਼ਾਂ ਨੂੰ ਆਪਾਂ ਨੂੰ ਰੂਲ ਬਣਾਉਣਾ ਚਾਹੀਦਾ ਜ਼ਿੰਦਗੀ 'ਚ, ਵੀ ਸਾਡੇ ਮਨ ਦੇ ਅੰਦਰ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਆਪਾਂ, ਦੇਖੋ ਇਹ ਸਮਝਣ ਦੀ ਗੱਲ ਹੁੰਦੀ ਹੈ। ਅਗਰ ਪਤੀ ਪਤਨੀ ਇੱਕ ਦੂਜੇ ਨੂੰ ਦੋਸਤਾਂ ਵਾਂਗੂ ਸਮਝ ਲੈਣ ਤਾਂ ਉਹ ਆਪਸ ਗੱਲਾਂ ਸ਼ੇਅਰ ਕਰ ਸਕਦੇ ਨੇ ਜੀ। ਹਰ ਦੁੱਖ ਸੁੱਖ ਹਰ ਗੱਲ, ਬਹੁਤ ਵਾਰ ਪਤਾ ਕੀ ਹੁੰਦਾ ਹੈ ਵੀ ਪਤੀ ਬਾਹਰੋਂ ਦਫ਼ਤਰੋਂ ਆਉਂਦਾ ਤੇ ਘਰ ਵਾਲੀ ਕਹਿੰਦੀ ਵੀ ਦਫ਼ਤਰ ਵਾਲੀਆਂ ਗੱਲਾਂ ਦਫ਼ਤਰ ਹੀ ਰੱਖ ਕੇ ਆਇਆ ਕਰ, ਮੈਨੂੰ ਨਹੀਂ ਪਤਾ ਤੂੰ ਦਫ਼ਤਰ ਦੀ ਟੈਨਸ਼ਨ ਇੱਥੇ ਕਿਉਂ ਲੈ ਕੇ ਆਉਣਾ ਜੀ, ਹੈ ਨਾ। ਤਾਂ ਜਿਹੜਾ ਪਤੀ ਦਫ਼ਤਰੋਂ ਆਉਂਦਾ ਤੇ ਪਤਨੀ ਦੱਸਦੀ ਆ ਬੱਚਾ ਵੇਖੋ ਜੀ ਨਿਆਣਾ ਇਲਤਾ ਕਰੀ ਜਾਂਦਾ, ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਤੂੰ ਸਾਹਿਬ, ਮੈਨੂੰ ਦਫ਼ਤਰ ਦੀਆਂ ਬਹੁਤ ਟੈਨਸ਼ਨਾਂ ਨੇ। ਤਾਂ ਅਸਲ ਦੇ ਵਿੱਚ ਇਹ ਤਰੀਕਾ ਸਹੀ ਨਹੀਂ ਹੈ। ਅਸਲ ਦੇ ਵਿੱਚ ਇਹ ਹੈ ਵੀ ਸਾਡੇ ਕੋਲੇ ਹਮੇਸ਼ਾ
ਸਾਡਾ ਦੇਖੋ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਾਡੇ ਕੋਲ ਹਮੇਸ਼ਾ ਇੱਕ ਸਰਕਲ ਇਹੋ ਜਿਹਾ ਹੋਣਾ ਚਾਹੀਦਾ ਹੈ। ਉਹ ਭੈਣਾਂ ਭਰਾਵਾਂ ਦਾ ਹੋ ਸਕਦਾ ਹੈ, ਉਹ ਪਰਿਵਾਰ ਦਾ ਹੋ ਸਕਦਾ ਹੈ, ਉਹ ਦੋਸਤਾਂ ਦਾ ਹੋ ਸਕਦਾ। ਇੱਕ ਸਰਕਲ ਇਹੋ ਜਿਹਾ ਹੋਣਾ ਚਾਹੀਦਾ ਜਿੱਥੇ ਅਸੀਂ ਖੁੱਲ੍ਹ ਕੇ ਹੱਸ ਸਕੀਏ, ਖੁੱਲ੍ਹ ਕੇ ਰੋ ਸਕੀਏ, ਖੁੱਲ੍ਹ ਕੇ ਆਪਣੇ ਦੁੱਖ ਦਰਦ ਸਾਂਝੇ ਕਰ ਸਕੀਏ ਜੀ। ਹੈਲਦੀ ਲਾਈਫ ਦੇ ਲਈ ਇਹ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਇਹ ਮਤ ਸਮਝੋ ਕਿ ਤੁਹਾਡੀ ਸਿਹਤ ਦੇ ਉੱਤੇ ਇਹ ਗੱਲਾਂ ਪ੍ਰਭਾਵ ਨਹੀਂ ਪਾਉਣਗੀਆਂ ਜੇ ਤੁਸੀਂ ਕਿਸੇ ਗੱਲ ਨੂੰ ਮਨ 'ਚ ਦੱਬ ਕੇ ਬੈਠੇ ਹੋ, ਇਕੱਲੇ ਹੀ ਸੋਚੀ ਜਾਂਦੇ ਹੋ। ਨਾ ਤਾਂ ਤੁਹਾਨੂੰ ਉਹਦਾ ਕੋਈ ਰਸਤਾ ਲੱਭਣਾ ਉਹ ਤੋਂ ਸਮੱਸਿਆ ਤੋਂ ਬਾਹਰ ਨਿਕਲਣ ਦਾ ਜੀ, ਤੇ ਨਾ ਹੀ ਦੂਜੀ ਗੱਲ ਉਹ ਸਮੱਸਿਆ ਤੁਹਾਡੇ ਸਬਕੌਂਸ਼ੀਅਸ ਮਾਈਂਡ ਤੇ ਭਾਰੂ ਹੋ ਜਾਏਗੀ ਤੇ ਹੌਲੀ ਹੌਲੀ ਤੁਸੀਂ ਮਾਨਸਿਕ ਰੋਗੀ ਬਣ ਸਕਦੇ ਹੋ ਜੀ ਜੀ ਜੀ। ਇਸ ਕਰਕੇ ਜਦੋਂ ਹੀ ਅਸੀਂ ਕਿਸੇ ਚੀਜ਼ ਨੂੰ ਕਿਸੇ ਨਾਲ ਸ਼ੇਅਰ ਕਰਦੇ ਆ ਤਾਂ ਉਹਦਾ ਹੋ ਸਕਦਾ ਤੁਹਾਡੇ 10 ਦਿਨ ਤੋਂ ਤੁਸੀਂ ਸੋਚ ਰਹੇ ਹੋ, ਤੁਹਾਨੂੰ ਰਸਤਾ ਨਹੀਂ ਲੱਭ ਰਿਹਾ ਉਹਦੇ ਚੋਂ ਬਾਹਰ ਨਿਕਲਣ ਦਾ, ਤੇ ਤੁਸੀਂ ਇੱਕ ਦੋਸਤ ਨਾਲ ਸ਼ੇਅਰ ਕਰਦੇ ਹੋ, ਉਸੇ ਵੇਲੇ ਉਹ ਰਸਤਾ ਤੁਹਾਡੇ ਸਾਹਮਣੇ ਕੱਢ ਕੇ ਰੱਖਦਾ ਵੀ ਆਹ ਏਦਾਂ ਕਰ ਲੈ। ਸੱਚੀ ਗੱਲ ਹੈ ਜੀ, ਕਈ ਮਿੰਟੋ ਮਿੰਟ ਇਸ ਚੀਜ਼ ਦਾ ਰਸਤਾ ਲੱਭ ਦਿੰਦੇ, ਵਾਕਈ ਸਹੀ। ਹਾਂ, ਤੁਸੀਂ ਆਪਣੀ ਸਮੱਸਿਆ ਤੋਂ ਨਿਜਾਤ ਪਾ ਸਕਦੇ ਹੋ। ਤਾਂ ਕੋਈ ਵੀ ਗੱਲ ਆਪਣੇ ਅੰਦਰ ਲੁਕੋ ਕੇ ਰੱਖਣ ਦਾ 1% ਵੀ ਸਰੀਰ ਨੂੰ, ਸਿਹਤ ਨੂੰ ਕੋਈ ਲਾਭ ਨਹੀਂ ਹੋਣਾ ਜੀ। ਉਹਨੂੰ ਅੰਦਰੋਂ ਬਾਹਰ ਕੱਢ ਦਿਓ। ਕਿੱਥੇ ਕੱਢਣਾ ਇਹ ਤੁਸੀਂ ਤੈਅ ਕਰਨਾ, ਤੁਹਾਡਾ ਸਰਕਲ ਕਿਹੜਾ ਹੋਵੇ। ਇਹ ਸੱਚ ਗੱਲ ਹੈ, ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਤੁਹਾਡੀਆਂ ਕਮਜ਼ੋਰੀਆਂ ਜਿਹੜੀਆਂ ਨੇ ਉਹਨਾਂ ਨੂੰ ਕੋਈ ਬਲੈਕਮੇਲ ਨਾ ਕਰੇ ਜੀ, ਉਹਨਾਂ ਦਾ ਕੋਈ ਨਜਾਇਜ਼ ਫਾਇਦਾ ਨਾ ਉਠਾਵੇ ਜੀ। ਇਸ ਗੱਲ ਦਾ ਫਰਕ ਸਾਨੂੰ ਕਰਨਾ ਹੀ ਪਊਗਾ ਜੀ। ਕੁਛ ਲੋਕ ਹੁੰਦੇ ਨੇ ਜਿਹੜੇ ਹਰ ਬੰਦੇ ਸਾਹਮਣੇ ਰੋਈ ਜਾਂਦੇ ਨੇ, ਨਹੀਂ ਜੀ ਮੇਰੀ ਨੂੰਹ ਤੰਗ ਕਰਦੀ ਹੈ, ਮੇਰਾ ਜੀ ਆਹ ਕਰਦਾ ਹੈ, ਮੇਰੇ ਪੁੱਤ ਬੱਚੇ ਕਹਿਣਾ ਨਹੀਂ ਮੰਨਦੇ। ਮਤਲਬ ਐ ਨਹੀਂ ਹੈ ਕਿ ਤੁਸੀਂ ਹਰ ਜਿਹੜਾ ਮਿਲਦਾ ਉਹਦੇ ਸਾਹਮਣੇ ਉਹਨੇ ਰੋਈ ਜਾਓ ਜੀ। ਮਤਲਬ ਇੱਕ ਸਰਕਲ ਹੋਣਾ ਚਾਹੀਦਾ। ਤੁਹਾਨੂੰ ਸਿਲੈਕਟਡ ਲੋਕ ਚੁਣਨੇ ਪੈਣਗੇ ਜਿਨ੍ਹਾਂ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕੋ, ਜਿਹੜੇ ਇਮਾਨਦਾਰੀ ਨਾਲ ਤੁਹਾਡੀ ਉਸ ਸਮੱਸਿਆ ਤੋਂ ਬਾਹਰ ਨਿਕਲਣ 'ਚ ਮਦਦ ਕਰ ਸਕਣ ਜੀ। ਬਿਲਕੁਲ ਬਹੁਤ ਜ਼ਰੂਰੀ ਹੈ ਜੀ। ਹਰ ਇਨਸਾਨ ਮਤਲਬ ਆਮ ਤੌਰ ਤੇ ਸਾਡੀ ਵੱਡੀ ਆਬਾਦੀ ਜਿਹੜੀ ਹੈ ਉਹ ਆਪਣੇ ਆਪ ਨੂੰ ਫੇਲਿਅਰ ਸਮਝਦੀ ਰਹਿੰਦੀ ਹੈ ਜੀ। ਇੱਕ ਇਨਫੀਰੀਅਰਟੀ ਕੰਪਲੈਕਸ ਹਮੇਸ਼ਾ ਲੋਕਾਂ ਦੇ ਮਨ 'ਚ ਬਣਿਆ ਰਹਿੰਦਾ ਵੀ ਮੈਂ ਕਾਮਯਾਬ ਨਹੀਂ ਹੋ ਸਕਿਆ, ਮੈਂ ਲੋਕਾਂ 'ਚ ਮੈਂ ਕਮਾ ਨਹੀਂ ਰਿਹਾ, ਮੈਂ ਮਤਲਬ ਉਹਨਾਂ ਸਕਸੈਸ ਨਹੀਂ ਹੋ ਪਾਇਆ। ਇਹ ਕੰਪਲੈਕਸ ਜਿਹੜਾ ਇਹ ਹਮੇਸ਼ਾ ਦਿਮਾਗ ਤੋਂ ਬਾਹਰ ਕੱਢ ਦੇਣਾ ਚਾਹੀਦਾ ਜੀ, ਕਿਉਂਕਿ ਜੇ ਤੁਸੀਂ ਆਪਣੀਆਂ ਕਾਮਯਾਬੀਆਂ ਗਿਣਨ ਲੱਗ ਪਾਓ ਨਾ, ਸਾਡਾ ਧਿਆਨ ਹੀ ਨਹੀਂ ਜਾਂਦਾ ਉੱਧਰ। ਅਸੀਂ ਕਦੀ ਇਹਦਾ ਐਨਾਲਾਈਸਿਸ ਕਰਦੇ ਨਹੀਂ ਹੈਗੇ। ਜਦੋਂ ਤੁਸੀਂ ਤੁਰਨਾ ਸਿੱਖਿਆ, ਕਿੰਨੀ ਵਾਰ ਡਿੱਗੇ ਹੋ ਜੀ, ਉਦੋਂ ਤੁਹਾਡਾ ਡ੍ਰੀਮ ਸੀ ਤੁਰਨਾ, ਤੁਹਾਡਾ ਇੱਕੋ ਹੀ ਨਿਸ਼ਾਨਾ ਸੀ ਕਿ ਤੁਰਨਾ ਸਿੱਖਣਾ ਹੈ। ਤੁਸੀਂ ਵਾਰ-ਵਾਰ ਡਿੱਗੇ ਲੇਕਿਨ ਉਹਦੇ ਬਾਵਜੂਦ ਤੁਸੀਂ ਤੁਰਨਾ ਸਿੱਖਿਆ। ਪਹਿਲੀ ਸਫਲਤਾ ਤੁਹਾਡੀ ਜ਼ਿੰਦਗੀ ਦੀ ਇਹ ਹੈ ਕਿ ਇਹਦੇ ਲਈ ਆਪਣੇ ਆਪ ਨੂੰ ਸ਼ਾਬਾਸ਼ ਦਿਓ। ਫਿਰ ਤੁਸੀਂ ਸਾਈਕਲ ਚਲਾਉਣਾ ਸਿੱਖਿਆ। ਹਾਂਜੀ, ਤੁਹਾਨੂੰ ਕਈਆਂ ਨੇ ਕਿਹਾ ਹੋਊਗਾ ਤੈਨੂੰ ਨਹੀਂ ਆਉਣਾ, ਇਹ ਨਹੀਂ ਆਉਣਾ। ਬਿਲਕੁਲ, ਕਿੰਨੀ ਵਾਰ ਤੁਸੀਂ ਡਿੱਗੇ ਹੋਵੋਗੇ, ਲੇਕਿਨ ਫਿਰ ਤੁਸੀਂ ਸਾਈਕਲ ਚਲਾਉਣਾ ਜਿੱਦਣ ਸਿੱਖਿਆ, ਜਿੱਦਣ ਤੁਸੀਂ ਚਲਾਉਣ ਲੱਗ ਪਏ, ਉਹ ਸੈਲੀਬ੍ਰੇਸ਼ਨ ਦਾ ਸਮਾਂ ਸੀ ਕਿ ਤੁਸੀਂ ਇੱਕ ਕਾਮਯਾਬੀ ਜ਼ਿੰਦਗੀ 'ਚ ਹੋਰ ਹਾਸਲ ਕੀਤੀ ਜੀ। ਜਿੱਦਣ ਤੁਸੀਂ ਕਾਰ ਚਲਾਉਣੀ ਸਿੱਖੀ, ਯਕੀਨ ਕਰਿਓ ਜੀ, ਜਿੱਦਣ ਮੈਂ ਨਵੀਂ ਕਾਰ ਖਰੀਦੀ, ਮੈਂ ਕੰਪਨੀ 'ਚ ਕੰਮ ਕਰਦਾ ਸੀ, ਉਹਨਾਂ ਨੇ ਮੇਰਾ ਇੱਕ ਸੈਲੀਬ੍ਰੇਸ਼ਨ ਫੰਕਸ਼ਨ ਰੱਖਤਾ, ਕਹਿੰਦੇ ਸੀ ਗੱਡੀ ਲੈਣੀ ਹੈ, ਡੇਟ ਰੱਖ ਕੇ ਗੱਡੀ ਮੈਂ ਖਰੀਦ ਲਈ, ਮੈਨੂੰ ਚਲਾਉਣੀ ਆਉਂਦੀ ਨਹੀਂ ਸੀ ਜੀ। ਇੱਕ ਦਿਨ ਮੈਂ ਆਪਣੇ ਦੋਸਤ ਨਾਲ ਗੱਡੀ, ਮੈਂ ਕਿਹਾ ਚੱਲ ਮੈਨੂੰ ਸਿਖਾ, ਮੈਨੂੰ ਇਹਨੇ ਚਲਾਉਣ ਨੂੰ ਫੜਾਤੀ ਤੇ ਬਾਅਦ 'ਚ ਕਹਿੰਦਾ ਬਈ ਤੇਜਪਾਲ ਤੂੰ ਤਾਂ ਮੈਨੂੰ ਲੱਗਦਾ 2 ਸਾਲ ਨਹੀਂ ਗੱਡੀ ਸਿੱਖ ਸਕਦਾ। ਓ ਮਾਈ ਗॉड। ਮੈਂ ਤੈਅ ਕਰ ਲਿਆ ਕਿ ਮੈਂ ਇੱਕ ਡਰਾਈਵਰ ਰੱਖੂਗਾ ਜੀ, ਮੈਨੂੰ ਸਾਰੀ ਜ਼ਿੰਦਗੀ ਗੱਡੀ ਨਹੀਂ ਚਲਾਉਣੀ ਆਉਣੀ। ਲੇਕਿਨ ਮੈਂ ਇੱਕ ਦੂਜੇ ਦੋਸਤ ਨਾਲ ਗੱਲ ਕੀਤੀ, ਉਹਨੇ ਮੈਨੂੰ ਨਾਲ ਬਿਠਾਇਆ, ਮੈਂ 5-7 ਕਿਲੋਮੀਟਰ ਗੱਡੀ ਚਲਾਈ, ਕਹਿੰਦਾ ਗੱਡੀ ਤੈਨੂੰ ਆਉਂਦੀ ਹੈ ਜੀ। ਮਤਲਬ ਇਹਨਾਂ ਦੋਵੇਂ ਗੱਲਾਂ 'ਚ ਫਰਕ ਦੇਖ ਲਓ। ਇੱਕ ਨੇ ਕਿਹਾ ਵੀ, ਜਦੋਂ ਉਹਨੇ ਕਿਹਾ ਵੀ ਤੈਨੂੰ ਤਾਂ ਆ ਹੀ ਨਹੀਂ ਸਕਦੀ ਗੱਡੀ, ਤਾਂ ਮੈਂ ਆਪਣਾ ਦਿਲ ਛੱਡ ਬੈਠਾ। ਬਿਲਕੁਲ ਜੀ। ਦੂਜੇ ਨੇ ਕਿਹਾ ਵੀ ਤੈਨੂੰ ਤਾਂ ਆਉਂਦੀ ਹੈ, ਤੂੰ ਹੋਰ ਕੀ ਸਿੱਖਣਾ, ਬੜਾ ਸੋਹਣਾ ਮੈਂ ਚਲਾ ਰਿਹਾ। ਉਹਨਾਂ ਨੇ ਮੇਰਾ ਹੌਸਲਾ ਵੱਧ ਕੇ ਮੈਂ ਗੱਡੀ ਸਿੱਖ ਲਈ। ਉਹ ਮੇਰੀ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਕਾਮਯਾਬੀ ਸੀ। ਅਸਲ 'ਚ ਅਸੀਂ ਆਪਣੀਆਂ ਕਾਮਯਾਬੀਆਂ ਨੂੰ ਲੱਭ ਹੀ ਨਹੀਂ ਪਾਉਂਦੇ। ਅਸੀਂ ਕਾਮਯਾਬੀ ਸਿਰਫ ਪੈਸੇ ਨੂੰ ਸਮਝਦੇ ਹਾਂ। ਪੈਸਾ ਕਾਮਯਾਬੀ ਨਹੀਂ ਹੁੰਦਾ। ਮਤਲਬ ਤੁਹਾਨੂੰ ਕੀ ਲੱਗਦਾ ਕਿਸੇ ਬੰਦੇ 2 ਕਰੋੜ ਦੀ ਲਾਟਰੀ ਨਿਕਲੀ ਉਹ ਕਾਮਯਾਬ ਹੋ ਗਿਆ? ਜੇ ਕਿਸੇ ਨੂੰ ਘਰ ਦੀਆਂ ਨੀਆਂ ਪੱਟ ਦੇ ਸੋਨੇ ਦਾ ਘੜਾ ਲੱਭ ਗਿਆ ਉਹ ਕਾਮਯਾਬ ਹੋ ਗਿਆ? ਕਾਮਯਾਬੀ ਉਹ ਨਹੀਂ ਹੁੰਦੀ।
ਕਾਮਯਾਬੀ ਹੁੰਦੀ ਹੈ ਤੁਸੀਂ ਕਿਸੇ ਕੰਮ ਨੂੰ ਸ਼ੁਰੂ ਕਰਦੇ ਹੋ ਜ਼ੀਰੋ ਤੋਂ, ਇੱਕ ਲਕਸ਼ ਬਣਾਉਂਦੇ ਹੋ, ਇੱਕ ਨਿਸ਼ਾਨਾ ਬਣਾਉਂਦੇ ਹੋ ਤੇ ਲਗਾਤਾਰ ਡਿੱਗਦੇ ਢਹਿੰਦੇ ਬਾਰ-ਬਾਰ ਡਿੱਗ ਕੇ ਬਾਰ-ਬਾਰ ਉੱਠ ਕੇ ਉਸ ਨਿਸ਼ਾਨੇ ਤੱਕ ਪਹੁੰਚਦੇ ਹੋ, ਉਹਨੂੰ ਕਾਮਯਾਬੀ ਕਹਿੰਦੇ ਨੇ। ਕੀ ਬਾਤ ਹੈ। ਤੇ ਅਸੀਂ ਜ਼ਿੰਦਗੀ 'ਚ ਬਹੁਤ ਸਾਰੀਆਂ ਕਾਮਯਾਬੀਆਂ ਹਾਸਲ ਕੀਤੀਆਂ ਨੇ, ਬਸ ਅਸੀਂ ਉਹਨੂੰ ਸੈਲੀਬ੍ਰੇਟ ਨਹੀਂ ਕੀਤਾ। ਅਸੀਂ ਕਦੀ ਆਪਣੇ ਆਪ ਨੂੰ ਸ਼ਾਬਾਸ਼ ਨਹੀਂ ਦਿੱਤੀ। ਇਸੇ ਕਰਕੇ ਸਾਡੇ ਮਨ ਦੇ ਅੰਦਰ ਹਮੇਸ਼ਾ ਫੇਲਿਅਰ ਭਰਿਆ ਰਹਿੰਦਾ, ਹਮੇਸ਼ਾ ਸਾਨੂੰ ਲੱਗਦਾ ਰਹਿੰਦਾ ਮੈਂ ਕਿਸੇ ਕੰਮ ਦਾ ਨਹੀਂ, ਮੈਂ ਤਾਂ ਜ਼ਿੰਦਗੀ 'ਚ ਫੇਲ ਹੋ ਗਿਆ, ਮੇਰੇ ਕੋਲੇ ਅਚੀਵਮੈਂਟਸ ਨਹੀਂ ਹੈਗੀਆਂ। ਬਹੁਤ ਸਾਰੀਆਂ ਅਚੀਵਮੈਂਟਸ ਨੇ ਤੁਹਾਡੇ ਕੋਲ। ਸਭ ਤੋਂ ਵੱਡੀ ਅਚੀਵਮੈਂਟ ਇਹ ਹੈ ਕਿ ਤੁਸੀਂ ਮਨੁੱਖ ਹੋ, ਤੁਹਾਨੂੰ ਇੱਕ ਹਿਊਮਨ ਬਾਡੀ ਮਿਲੀ ਹੈ, ਇਹ ਸਭ ਤੋਂ ਵੱਡੀ ਅਚੀਵਮੈਂਟ ਹੈ ਤੁਹਾਡੀ। ਤੁਸੀਂ ਤੰਦਰੁਸਤ ਹੋ, ਬਹੁਤ ਵੱਡੀ ਅਚੀਵਮੈਂਟ ਹੈ। ਮੈਂ ਇਹ ਕਹਿੰਦਾ ਜੀ ਜਿਹੜਾ ਵਿਅਕਤੀ ਹੈਲਦੀ ਹੈ, ਤੰਦਰੁਸਤ ਹੈ, ਉਹਦੇ ਕੋਲ 1 ਰੁਪਈਆ ਵੀ ਹੈ ਨਹੀਂ, ਉਹ ਆਪਣੇ ਆਪ 'ਚ ਕਰੋੜਪਤੀ ਹੈ। ਕਿਉਂਕਿ ਸਿਹਤ ਤੇ ਜਿਹੜਾ ਕਰੋੜਪਤੀ ਹੈ ਉਹਦੇ ਕੋਲ ਹੈਲਥ ਹੈ ਨਹੀਂ ਤਾਂ ਉਹ ਜ਼ੀਰੋ ਹੈ। ਬਿਲਕੁਲ ਜੀ। ਇਸ ਕਰਕੇ ਹੱਸਣਾ ਰੋਣਾ ਇਹ ਸਾਰਾ ਕੁਝ ਸਾਡੇ ਸਿਹਤ ਨਾਲ ਜੁੜਿਆ ਹੋਇਆ। ਜੇ ਰੋਣਾ ਆਉਂਦਾ ਤਾਂ ਰੋ ਲਓ, ਜੇ ਹਾਸਾ ਨਹੀਂ ਆਉਂਦਾ ਤਾਂ ਜ਼ਬਰਦਸਤੀ ਹੱਸ ਲਓ। ਤੇ ਇਸ ਕਰਕੇ ਇਹਨੂੰ ਦਬਾਉਣਾ ਨਹੀਂ ਚਾਹੀਦਾ। ਇਹ ਫੀਲਿੰਗਸ ਨੇ, ਇਹਨਾਂ ਫੀਲਿੰਗ ਨੂੰ ਬਾਹਰ ਆਉਣ ਦੇਣਾ ਚਾਹੀਦਾ। ਬਾਹਰ ਆਉਣ ਨਾਲ ਜਿਹੜਾ ਕੋਈ ਬੁਰਾਈ ਨਹੀਂ ਹੈ, ਕੋਈ ਤੁਹਾਡਾ ਮਜ਼ਾਕ ਨਹੀਂ ਉਡਾਏਗਾ। ਪਹਿਲਾਂ ਹੀ ਉਹੀ ਲੱਗਦਾ ਰਹਿੰਦਾ ਸਾਨੂੰ ਅੰਦਰੋਂ ਕਿ ਮੈਂ ਆਹ ਕੀਤਾ ਤਾਂ ਲੋਕ ਕੀ ਕਹਿਣਗੇ। ਕੁਝ ਨਹੀਂ ਕਹਿੰਦੇ ਲੋਕ, ਲੋਕਾਂ ਕੋਲ ਇੰਨਾ ਟਾਈਮ ਨਹੀਂ। ਤੁਸੀਂ ਇਹ ਗੱਲ ਮੰਨ ਲਓ, ਕੋਈ ਬੰਦਾ ਜਦੋਂ ਘਰੋਂ ਕਿਸੇ ਬਾਹਰ ਫੰਕਸ਼ਨ ਲਈ ਜਾਂਦਾ ਉਹਨੂੰ ਐ ਲੱਗਦਾ ਵੀ ਪਤਾ ਨਹੀਂ ਸਾਰਿਆਂ ਨੇ ਮੇਰੇ ਵੱਲ ਨੂੰ ਦੇਖਣਾ। ਜੇ ਕੋਈ ਲੇਟ ਆ ਜੇ ਨਾ, ਮੇਰੇ ਕੱਪੜੇ, ਜੇ ਕਿਸੇ ਫੰਕਸ਼ਨ ਪਹਿਲਾਂ ਸ਼ੁਰੂ ਹੋਇਆ ਪਿਆ ਹੋਵੇ ਤੇ ਮੇਰੇ ਵਰਗਾ ਕੋਈ ਆਪਣੀ ਸ਼ਕੀਨੀ ਲਾਉਂਦਾ ਲੇਟ ਆ ਜੇ, ਸਾਰੇ ਉਹਦੇ ਵੱਲ ਝਾਕਦੇ ਵੀ ਹੁਣ ਆ ਗਿਆ, ਚੱਕ ਕੇ ਮੂੰਹ ਹੁਣ ਖਾਣ ਆਇਆ ਹੈ, ਹੁਣ ਇਹਨੇ ਬਸ ਖਾਣ ਪੀਣ ਕਰਨਾ ਹੈ ਤੇ ਇੱਥੋਂ ਡੰਡੀ ਲੱਗਣਾ। ਏਦਾਂ ਹੀ ਸਾਡਾ ਅੱਜ ਇੱਕ ਮੁੰਡਾ ਲੇਟ ਹੋ ਗਿਆ, ਇਕਬਾਲ, ਇਹਦੇ ਮਗਰ ਪਏ ਹੋਏ ਆ ਸਾਰੇ, ਕਹਿੰਦੇ ਹੁਣ ਆਇਆ ਤੂੰ, ਹੁਣ ਆਇਆ। ਉਹ ਹਾਲ ਹੋਊਗਾ ਬਸ ਹੁਣ ਸਾਰਿਆਂ ਦਾ ਧਿਆਨ। ਪਰ ਇੱਥੇ ਹਾਸਿਆਂ ਦਾ ਲੰਗਰ ਜ਼ਰੂਰ ਲੱਗਦਾ ਤੇ ਉਹ ਹਾਸਿਆਂ ਦੇ ਲੰਗਰ ਚੋਂ ਇਹ ਥੋੜੇ ਜਿਹਾ ਲੇਟ ਹੋ ਗਏ। ਚੰਗਾ ਵਰਤਾਰਾ ਜਿਹੜਾ ਉਹ ਵਰਤ ਗਿਆ, ਹੁਣ ਤਾਂ ਰਹਿਣ ਖੂਨ ਬਚੂਗੀ ਕਿਉਂਕਿ 9:18 ਹੋਏ ਪਏ, ਇੱਥੇ ਮਿੰਟ ਹੀ 10 ਰਹਿ ਗਏ ਜੀ। ਤੇ ਇਸ ਕਰਕੇ ਸਾਨੂੰ ਮਤਲਬ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਆਪਾਂ ਨੂੰ ਆਪਸ 'ਚ, ਮੈਂ ਕਹਿੰਦਾ ਵੀ ਪਰਿਵਾਰ ਇੱਕ ਬਹੁਤ ਸੋਹਣਾ ਪਲੇਟਫਾਰਮ ਮਿਲਿਆ ਤੁਹਾਨੂੰ, ਜਿੱਥੇ ਤੁਹਾਨੂੰ ਕਵਿਤਾਵਾਂ ਵੀ ਸੁਣਾਈਆਂ ਜਾਂਦੀਆਂ ਨੇ, ਜਿੱਥੇ ਤੁਹਾਡੀ ਸ਼ਾਇਰੋ ਸ਼ਾਇਰੀ ਵੀ ਹੁੰਦੀ ਹੈ, ਜਿੱਥੇ ਤੁਹਾਨੂੰ ਹਸਾਇਆ ਵੀ ਜਾਂਦਾ ਹੈ, ਜਿੱਥੇ ਤੁਹਾਨੂੰ ਸਿਹਤ ਸੰਬੰਧੀ ਜਾਣਕਾਰੀਆਂ ਵੀ ਦਿੱਤੀਆਂ ਜਾਂਦੀਆਂ, ਹੋਮਿਓਪੈਥੀ ਦੀਆਂ ਜਾਣਕਾਰੀਆਂ ਵੀ ਦਿੱਤੀਆਂ ਜਾਂਦੀਆਂ। ਮਤਲਬ ਇਹ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿੱਥੇ ਤੁਸੀਂ ਇਹਦੇ ਨਾਲ ਜੁੜ ਜਾਓਗੇ ਤਾਂ ਬਹੁਤ ਕੁਝ ਹਾਸਲ ਕਰ ਸਕਦੇ ਹੋ। ਹਰ ਮੰਗਲਵਾਰ ਅਸੀਂ ਇੱਕ ਵਿਆਹ ਨਵੇੜੀ ਦਾ ਜੀ, ਇੱਥੇ ਲੰਬੀ ਹੇਕ ਦੇ ਗੀਤ ਵੀ ਗਾ ਲੈਂਦੇ ਆ। ਜਿਹਦੇ ਆਲੇ ਦੁਆਲੇ ਖੁਸ਼ੀ ਆ ਉਹ ਖੁਸ਼ੀ 'ਚ ਨੱਚ ਲੈਂਦੇ ਆ, ਗਾ ਲੈਂਦੇ ਆ। ਪੁੱਛੋ ਨਾ ਜੀ, ਅਸੀਂ ਸਾਰਾ ਰੰਗ ਰੱਖੇ ਹੋਏ ਆ। ਬਸ ਹੋਮੋਪੈਥੀ ਸਾਡੀ ਲੇਟ ਸੀ, ਉਹ ਵੀ ਅਸੀਂ ਲੈ ਆਂਦੀ। ਹੁਣ ਅਸੀਂ ਜਾਂਦਾ ਹਫਤਾ ਵੀ ਸਾਰਿਆਂ ਦਾ ਚੈੱਕਅਪ ਕਰਵਾ ਕੇ ਘਰੇ ਭੇਜਦੇ ਆ ਤੇ ਇਹ ਸੋਮਵਾਰ ਆਉਂਦੇ ਹੈਗੇ, ਡਿੱਗਦੇ ਢਹਿੰਦੇ ਤੇ ਆਉਂਦਿਆਂ ਨੂੰ ਹੋਮੋਪੈਥੀ ਬੈਠਾ ਹੁੰਦਾ ਇੱਥੇ ਡਾਕਟਰ ਸਾਹਿਬ ਸਾਡਾ, ਉਹ ਸਾਂਭ ਲੈਂਦਾ ਜੀ ਸਾਰਿਆਂ ਨੂੰ ਵੀ ਆ ਜਾਓ ਜਵਾਖੋ, ਹੁਣ ਦੱਸੋ ਤੁਹਾਡਾ ਕੀ ਹਾਲ ਚਾਲ ਹੈ। ਮਤਲਬ ਇਹ ਤਾਂ ਸਰੋਤੇ ਫਸ ਗਏ ਜੀ। ਇਹ ਤਾਂ ਹੁਣ ਜਿਵੇਂ ਕਹਿੰਦੇ ਨੇ ਆਉਂਦਿਆਂ ਨੂੰ ਵੀ ਚਾਹ ਪਾਣੀ ਦੀ ਸੇਵਾ ਤੇ ਜਾਂਦਿਆਂ ਨੂੰ ਵੀ ਚਾਹ ਪਾਣੀ ਦੀ ਸੇਵਾ। ਇਹ ਤਾਂ ਵਿਚਾਰੇ ਵਿੱਚ ਵਿਚਾਲੇ ਜੀ ਇੱਕ ਦੂਜੇ ਦੇ ਵਿੱਚ ਵੱਜਣ ਜੋਗੇ ਰਹਿ ਗਏ। ਹਫਤਾ ਦਾ ਪੂਰਾ ਹੀ ਇਹਨਾਂ ਦਾ ਜਿਵੇਂ ਕਹਿੰਦੇ ਨਾ ਘਮੇਰੀਆਂ ਵਾਲਾ ਹੀ ਹੁੰਦਾ ਕਿ ਘੁੰਮਣ ਘੇਰੀਆਂ 'ਚ ਹੀ ਰਹਿੰਦੇ ਨੇ ਜੀ। ਹਾਂਜੀ, ਤੇ ਇਹ ਜ਼ਰੂਰੀ ਹੈ ਵੀ ਇਸ ਪਰਿਵਾਰ ਨੂੰ ਵੱਡਾ ਕੀਤਾ ਜਾਵੇ ਜੀ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਸ਼ੇਅਰ ਕਰਿਆ ਕਰੋ, ਦੂਜੇ ਲੋਕਾਂ ਨੂੰ ਪਰਿਵਾਰ ਦੇ ਪ੍ਰੋਗਰਾਮ ਦਾ ਬਾਰੇ ਜ਼ਰੂਰ ਜਾਣਕਾਰੀ ਦਿਆ ਕਰੋ ਤਾਂ ਕਿ ਹੋਰ ਲੋਕ ਵੀ ਇਹਦੇ ਨਾਲ ਜੁੜ ਕੇ ਹੱਸ ਸਕਣ, ਆਪਣੀ ਜ਼ਿੰਦਗੀ ਨੂੰ ਮਾਣ ਸਕਣ, ਜੀਵਨ ਦੇ ਅਸਲੀ ਮਾਇਨੇ ਜਿਹੜੇ ਆ ਉਹਨਾਂ ਨੂੰ ਸਮਝ ਸਕਣ। ਬਿਲਕੁਲ ਜੀ। ਤੇ ਇਹ ਪੱਕੀ ਗੱਲ ਹੈ ਕਿ ਅਗਰ ਅਵਤਾਰ ਪਾਸ਼ ਨੇ ਉਹ 4 ਲਾਈਨਾਂ ਨੇ ਸਾਰੇ ਤਾਂ ਜਾਣਦੇ ਹੋਣੇ ਆ। ਉਹ ਕਹਿੰਦਾ ਵੀ ਉਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਮਿਹਨਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ਘਰਾਂ ਤੋਂ ਨਿਕਲਣਾ ਕੰਮ ਤੇ, ਕੰਮ ਤੋਂ ਘਰ ਆਣਾ। ਇੱਕ
ਇੱਕ ਹੋਰ ਸ਼ਬਦ ਲਾਈਨ ਉਹਦੀ ਵੀ ਨਾ ਹੋਣਾ ਤੜਪ ਦਾ ਸਭ ਸਹਿਣ ਕਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ਸਾਡੇ ਕੋਲ ਬਹੁਤ ਸੋਹਣੇ ਹਸੀਨ ਸੁਪਨੇ ਸਿਰਜਣ ਦਾ ਕੁਦਰਤ ਨੇ ਸਾਨੂੰ ਬਖਸ਼ਿਆ, ਹੁਨਰ ਬਖਸ਼ਿਆ, ਤੇ ਅਸੀਂ ਅਗਰ ਸਿਰਫ ਘਰ ਤੋਂ ਕੰਮ ਤੋਂ ਘਰ ਤੋਂ ਕੰਮ ਇਸੇ ਗਦੀ ਗੇੜ 'ਚ ਫਸੇ ਰਹਿੰਦੇ ਹਾਂ ਤਾਂ ਇਹ ਜੀਵਨ ਜਿਹੜਾ ਨਾ ਨੀਰਸ ਹੋ ਜਾਂਦਾ, ਉਕਾਊ ਹੋ ਜਾਂਦਾ, ਉਬਾਊ ਹੋ ਜਾਂਦਾ। ਬਹੁਤ ਸਾਰੇ ਲੋਕ ਤੁਹਾਨੂੰ ਇਹੋ ਜਿਹੇ ਮਿਲ ਜਾਣਗੇ ਜਿਹੜੇ ਕਹਿਣਗੇ ਕੀ ਰੱਖਿਆ ਜੀ, ਕੀ ਰੱਖਿਆ ਇਸ ਜੀਵਨ 'ਚ ਕੀ ਰੱਖਿਆ, ਹਾਂਜੀ, ਹੈ ਨਾ। ਲੇਕਿਨ ਇਸ ਜੀਵਨ ਇੰਨਾ ਖੂਬਸੂਰਤ ਹੈ, ਇਹਨੂੰ ਖੂਬਸੂਰਤ ਬਣਾਉਣਾ ਕਿ ਨੀਰਸ ਬਣਾਉਣਾ, ਇਹ ਸਿਰਫ ਤੇ ਸਿਰਫ ਤੁਹਾਡੇ ਹੱਥ 'ਚ ਹੈ। ਸੱਚ ਹੈ ਜੀ। ਇੱਕੋ ਹੀ ਚੀਜ਼, ਇੱਕੋ ਹੀ ਵਿਅਕਤੀ ਤੁਹਾਨੂੰ, ਤੁਸੀਂ ਹੱਸਦੇ ਰਹਿਣਾ, ਤੁਸੀਂ ਰੋਂਦੇ ਰਹਿਣਾ, ਕੌਣ ਤੈਅ ਕਰੇਗਾ? ਤੁਸੀਂ ਖੁਦ ਤੈਅ ਕਰੋਗੇ। ਤੁਸੀਂ ਕਾਮਯਾਬ ਹੋਣਾ, ਤੁਸੀਂ ਨਾਕਾਮਯਾਬ ਰਹਿਣਾ, ਕੌਣ ਤੈਅ ਕਰੇਗਾ? ਤੁਸੀਂ ਖੁਦ ਤੈਅ ਕਰੋਗੇ। ਤੁਸੀਂ ਗਰੀਬ ਰਹਿਣਾ, ਤੁਸੀਂ ਅਮੀਰ ਬਣਨਾ, ਕੌਣ ਤੈਅ ਕਰੇਗਾ? ਤੁਸੀਂ ਖੁਦ ਤੈਅ ਕਰੋਗੇ। ਤਾਂ ਇਹਦੇ ਲਈ ਤਿਆਰ ਰਹਿਣਾ ਚਾਹੀਦਾ ਸਾਨੂੰ। ਹਰ ਤਰ੍ਹਾਂ ਦੇ ਚੈਲੰਜ ਲੈਣ ਲਈ ਜ਼ਿੰਦਗੀ 'ਚ ਵੱਡੇ ਲਕਸ਼ ਤੈਅ ਕਰੋ, ਵੱਡੀਆਂ ਮੰਜ਼ਿਲਾਂ ਨੂੰ ਤੈਅ ਕਰੋ ਕਿ ਮੈਂ ਆਸ ਮੰਜ਼ਿਲ ਤੇ ਪਹੁੰਚਣਾ। ਮੰਜ਼ਿਲਾਂ ਨੂੰ ਟਿਕ ਕਰੋ ਕਿ ਮੈਂ ਇਸ ਮੰਜ਼ਿਲ ਤੇ ਜਾਣਾ ਹੈ, ਤੇ ਉਸ ਮੰਜ਼ਿਲ ਤੱਕ ਪਹੁੰਚਣ ਦੀ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ, ਉਹ ਮੰਜ਼ਿਲ ਕੁਝ ਵੀ ਹੋ ਸਕਦੀ ਹੈ, ਤੁਹਾਡੀ ਆਪਣੀ ਹੋਏਗੀ। ਕੋਈ ਤੁਹਾਨੂੰ ਕੋਈ ਡ੍ਰੀਮ ਨਹੀਂ ਦੇ ਸਕਦਾ, ਤੁਹਾਡਾ ਖੁਦ ਆਪਣਾ ਡ੍ਰੀਮ ਹੋ ਸਕਦਾ, ਤੁਹਾਡਾ ਆਪਣਾ ਜਿਹੜਾ ਨਿਸ਼ਾਨਾ ਹੋ ਸਕਦਾ। ਨਿਸ਼ਾਨੇ ਤੈਅ ਕਰੋ, ਉਹਨਾਂ ਤੱਕ ਪਹੁੰਚਣ ਲਈ ਮਿਹਨਤ ਕਰੋ, ਤੇ ਕਦੀ ਵੀ, ਕਿਉਂਕਿ ਸਕਸੈਸ ਦਾ, ਕਾਮਯਾਬੀ ਦਾ, ਖੁਸ਼ੀ ਦਾ ਇਹਨਾਂ ਦੇ ਕੋਈ ਸ਼ਾਰਟਕਟ ਨਹੀਂ ਹੁੰਦੇ, ਇਹ ਸਾਨੂੰ ਅਚੀਵ ਕਰਨੀਆਂ ਪੈਂਦੀਆਂ ਨੇ। ਹਾਂਜੀ, ਬਿਲਕੁਲ ਜੀ, ਬਿਲਕੁਲ। ਤਾਂ ਇਹਦੇ ਲਈ ਗਿਆਨ ਜਿਹੜਾ ਹੈ ਉਹ ਮਤਲਬ ਇੰਨਾ ਜ਼ਰੂਰੀ ਹੈ। ਜਿੰਨੀ ਪੜ੍ਹਾਈ ਅਸੀਂ ਸਕੂਲਾਂ 'ਚ ਕੀਤੀ ਹੈ, ਜਿੰਨੀਆਂ ਕਿਤਾਬਾਂ ਅਸੀਂ ਪੇਪਰ ਦੇਣ ਲਈ ਪੜ੍ਹੀਆਂ ਨੇ, ਉਹ ਸਾਰੇ ਗਿਆਨ ਦਾ ਬਹੁਤ ਅੰਸ਼ ਮਾਤਰ ਹੈ। ਕਿਸੇ ਨੇ ਕਿੱਡੀ ਵੀ ਡਿਗਰੀ ਕੀਤੀ ਹੈ, ਉਸ ਤੋਂ ਬਹੁਤ ਜ਼ਿਆਦਾ ਗਿਆਨ ਜਿਹੜਾ ਬਾਹਰ ਪਿਆ, ਕਿਤਾਬਾਂ ਹੋਰ ਬਹੁਤ ਸਾਰੀਆਂ 'ਚ ਪਿਆ, ਬਹੁਤ ਸਾਰਾ ਗਿਆਨ ਜਿਹੜਾ ਉਹ ਹਾਸਲ ਕਰਨ ਵਾਲਾ ਹੈ। ਆਪਣੇ ਆਪ ਨੂੰ ਗੁਣਵਾਨ ਬਣਾਓ, ਗਿਆਨੀ ਬਣਾਓ, ਲਗਾਤਾਰ ਪੜ੍ਹਦੇ ਰਹੋ, ਲਗਾਤਾਰ ਸਿੱਖਦੇ ਰਹੋ, ਤੇ ਹੱਸਦੇ ਰਹੋ, ਖੁਸ਼ ਰਹੋ, ਜ਼ਿੰਦਗੀ ਨੂੰ ਮਾਣੋ। ਇਹੀ ਜ਼ਿੰਦਗੀ ਦਾ ਅਸਲ ਮਕਸਦ ਹੈ। ਸਭ ਤੋਂ ਵੱਡੀ ਗੱਲ ਕਿ ਦੂਜਿਆਂ ਲਈ ਕੁਝ ਕਰਨ ਦਾ ਹਮੇਸ਼ਾ ਆਪਣੇ ਮਨ 'ਚ ਭਾਵਨਾ ਰੱਖੋ, ਕਿਉਂਕਿ ਜਦੋਂ ਤੁਸੀਂ ਦੂਜਿਆਂ ਲਈ ਕੁਝ ਕਰਦੇ ਹੋ ਤਾਂ ਉਹ ਖੁਸ਼ੀ ਜਿਹੜੀ ਤੁਹਾਨੂੰ ਮਿਲਦੀ ਹੈ ਉਹ ਹੋਰ ਕਿਤੋਂ ਨਹੀਂ ਮਿਲ ਸਕਦੀ। ਬਿਲਕੁਲ ਜੀ। ਔਰ ਆਪਣਾ ਸਮਾਂ 9:22 ਦਾ ਹੈ, ਔਰ ਇੱਕ ਨਾ ਛੋਟਾ ਜਿਹਾ ਸਵਾਲ ਤੁਹਾਡੇ ਲਈ ਆਏਗਾ। ਇੱਕ ਟੌਪਿਕ ਸੋਨਮ ਕੰਗ ਜੀ ਨੇ ਅੱਜ ਬੜੀ ਸੋਹਣੀ ਨਾਲ ਸਾਡੇ ਚੱਲਦੇ ਪ੍ਰੋਗਰਾਮ ਸਾਨੂੰ ਜਾਣਕਾਰੀ ਦਿੱਤੀ ਹੈ ਜੀ। ਇਹ ਕਹਿੰਦੇ ਨਾ, ਕਦੇ ਇਸ ਗੱਲ ਤੇ ਜ਼ਰੂਰ ਤੁਸੀਂ ਵਿਚਾਰ ਚਰਚਾ ਕਰਿਓ, ਮਾਸਪੇਸ਼ੀ ਤਣਾਅ ਕੀ ਹੁੰਦਾ ਜੀ? ਮਾਸਪੇਸ਼ੀ ਤਣਾਅ, ਮਾਸਪੇਸ਼ੀਆਂ ਦਾ ਤਣਾਅ ਕੀ ਹੁੰਦਾ, ਇਸ ਤੇ ਥੋੜਾ ਜਿਹਾ ਵਿਚਾਰ ਚਰਚਾ ਕਹਿੰਦੇ ਜਿੱਦਣ ਟਾਈਮ ਲੱਗਿਆ ਜ਼ਰੂਰ ਕਰਿਓ। ਸੋ ਇਹ ਵੀ ਜ਼ਰੂਰੀ ਹੈ ਜੀ। ਤਣਾਅ ਜਿਹੜੇ ਨੇ ਕਈ ਤਰ੍ਹਾਂ ਦੇ ਹੁੰਦੇ ਨੇ। ਆਪਾਂ ਅੱਜ ਸਿਰਫ ਹੱਸਣ ਤੇ ਰੋਣ ਦੀ ਗੱਲ ਕੀਤੀ ਹੈਗੀ। ਸੋ ਜੇ ਹੋ ਸਕਿਆ ਕੋਸ਼ਿਸ਼ ਕਰਾਂਗੇ ਜੀ ਅਗਲੇ ਹਫ਼ਤੇ। ਡਾਕਟਰ ਸਾਹਿਬ, ਜੇ ਹੋ ਸਕਦਾ ਹੋਇਆ ਤਾਂ ਯਸ ਸਰ ਨੂੰ ਜ਼ਰੂਰ ਸਾਨੂੰ ਦੱਸਿਓ। ਜ਼ਰੂਰ ਜੀ, ਜ਼ਰੂਰ, ਕੋਈ ਗੱਲ ਨਹੀਂ, ਆਪਾਂ ਇਹਦੇ ਤੇ ਕਰ ਲਾਂਗੇ। ਹੋਰ ਵੀ ਬਹੁਤ ਸਾਰੇ ਟੌਪਿਕ ਨੇ, ਹੋਰ ਵੀ ਬਹੁਤ ਸਾਰੇ ਮੁੱਦੇ ਨੇ। ਮੈਂ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਜੀ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇੱਕ ਬੜੀ ਉਲਝਣ ਫਸੀ ਹੋਈ ਹੈ। ਉਹ ਫਸੀ ਹੁੰਦੀ ਹੈ ਕਿ ਅਸੀਂ ਡਾਕਟਰ ਜਿਹੜਾ ਹੈ ਨਾ, ਉਸੇ ਬੰਦੇ ਨੂੰ ਸਮਝਦੇ ਆ ਜਿਹਨੇ MBBS MD ਕੀਤੀ ਹੋਈ ਹੈ। ਜੀ 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 ਜੀ। ਇਸੇ ਕਰਕੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਆਉਂਦਾ ਕਿ ਅਸੀਂ ਆਪਣੇ ਡਾਕਟਰ ਆਪ ਕਿੱਦਾਂ ਬਣ ਸਕਦੇ ਹਾਂ। ਹਾਂਜੀ, ਵੀ ਡਾਕਟਰੀ ਲਈ ਤਾਂ ਇੱਕ ਬਹੁਤ ਵੱਡੀ, ਬਹੁਤ ਲੰਬੀ ਪੜ੍ਹਾਈ ਕਰਨੀ ਪੈਂਦੀ ਹੈ। ਅਸਲ ਦੇ ਵਿੱਚ ਡਾਕਟਰ ਉਹ ਹੁੰਦਾ ਹੈ ਜਿਹੜਾ ਇਲਾਜ ਕਰਦਾ ਹੈ ਜੀ। ਉਹ ਜ਼ਰੂਰੀ ਨਹੀਂ ਕਿ ਐਲੋਪੈਥੀ ਦਾ MD ਹੀ, MBBS MD ਹੀ ਇਲਾਜ ਕਰ ਸਕਦਾ ਹੈ। ਇਲਾਜ ਤੁਸੀਂ ਆਪਣਾ ਖੁਦ ਵੀ ਕਰ ਸਕਦੇ ਹੋ। ਜੇ ਤੁਸੀਂ ਆਪਣਾ ਇਲਾਜ ਖੁਦ ਕਰਦੇ ਹੋ ਤੁਸੀਂ ਵੀ ਡਾਕਟਰ ਹੋ ਜੀ। ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਸਮਝਾਉਣੀ ਚਾਹੁੰਦਾ, ਦੱਸਣੀ ਚਾਹੁੰਦਾ, ਜਿੱਦਣ ਤੁਸੀਂ ਘਰ ਬਣਾਇਆ ਸੀ, ਹਾਂਜੀ, ਰਾਜ ਮਿਸਤਰੀ ਤੋਂ ਪੁੱਛਿਆ ਸੀ ਤੇਰੇ ਕੋਲ ਕਿਹੜੀ ਡਿਗਰੀ ਹੈ? ਹਾਂ, ਉਹ ਕਿੰਨੇ ਸੋਹਣੇ ਡਿਜ਼ਾਈਨ ਪਾ ਕੇ ਗਿਆ ਤੁਹਾਡੇ ਘਰ ਤੇ, ਕਿੰਨਾ ਵਧੀਆ ਘਰ, ਤੁਹਾਡੇ ਡ੍ਰੀਮ ਹਾਊਸ ਬਣਾ ਕੇ ਗਿਆ।
ਲੇਕਿਨ ਉਹਦੇ ਕੋਲ ਪਤਾ ਨਹੀਂ ਕੋਈ ਡਿਗਰੀ ਸੀ ਕਿ ਨਹੀਂ। ਜਦੋਂ ਪਲੰਬਰ ਦਾ ਕੰਮ ਕਰਾਇਆ ਸੀ ਤੁਸੀਂ, ਉਦੋਂ ਪਲੰਬਰ ਨੂੰ ਪੁੱਛਿਆ ਸੀ ਡਿਗਰੀ ਹੈ ਕਿ ਨਹੀਂ? ਨਹੀਂ ਪੁੱਛਿਆ ਸੀ ਜੀ। ਕਾਰ ਆਪਣੀ ਗੱਡੀ ਮਕੈਨਿਕ ਕੋਲ ਲੈ ਕੇ ਜਾਂਦੇ, ਤੁਸੀਂ ਮਕੈਨਿਕ ਨੂੰ ਪੁੱਛਦੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ ਕਿ ਨਹੀਂ? ਤਾਂ ਨਹੀਂ ਪੁੱਛਦੇ ਜੀ। ਇਸ ਕਰਕੇ ਇਲਾਜ ਕਰਨ ਵਾਲਾ ਵਿਅਕਤੀ ਜਿਹੜਾ ਲੋਕਾਂ ਨੂੰ ਠੀਕ ਕਰ ਰਿਹਾ, ਉਹਦੇ ਤੋਂ ਡਿਗਰੀ ਪੁੱਛਣ ਦੀ ਲੋੜ ਨਹੀਂ ਹੈ। ਜੀ ਜੀ ਜੀ। ਇਸ ਕਰਕੇ ਕਿਉਂਕਿ ਮੈਂ ਇਸ ਤੋਂ ਅੱਗੇ ਵੱਧ ਕੇ ਗੱਲ ਕਰਨੀ ਚਾਹੁੰਦਾ ਵੀ ਸੱਚਿਓ ਤੁਸੀਂ ਕਿਸੇ ਡਿਗਰੀ ਕੀਤੇ ਹੋਏ ਬੰਦੇ ਨੂੰ ਕਹਿ ਕੇ ਦੇਖੋ ਤੂੰ ਮੇਰੀ ਗੱਡੀ ਠੀਕ ਕਰ ਦੇ। ਜੀ। ਤੁਸੀਂ ਕਿਸੇ ਡਿਗਰੀ ਕੀਤੇ ਹੋਏ ਬੰਦੇ ਨੂੰ ਕਹਿ ਕੇ, ਮਤਲਬ ਇੱਕ ਇਲੈਕਟ੍ਰੀਕਲ ਇੰਜੀਨੀਅਰ ਦੀ ਡਿਗਰੀ ਕਰਨ ਵਾਲਾ ਬੱਚਾ ਜਿਹੜਾ ਹੈ ਉਹਨੂੰ ਉਹਦੇ ਸਾਹਮਣੇ ਪੱਖਾ ਖੋਲ ਕੇ ਰੱਖ ਦੇ, ਉਹਨੂੰ ਫਿੱਟ ਕਰਕੇ ਦਿਖਾ। ਤੇ ਇੱਕ 8 ਪੜ੍ਹਿਆ ਮੁੰਡਾ, ਇੱਕ 5 ਪੜ੍ਹਿਆ ਬੱਚਾ ਜਿਹੜਾ ਉਹਨੂੰ ਠੀਕ ਕਰ ਦਿੰਦਾ, ਫਿੱਟ ਕਰ ਦਿੰਦਾ। ਤਾਂ ਇਹ ਕੋਈ ਮੁੱਦਾ ਨਹੀਂ ਹੈਗਾ ਕਿ ਕਿਹਦੇ ਕੋਲ ਕਿਹੜੀ ਡਿਗਰੀ ਹੈ। ਸਵਾਲ ਇਹ ਹੈ ਵੀ ਉਸ ਕਿੱਤੇ ਦੇ ਉੱਤੇ ਦੀ ਮੁਹਾਰਤ ਕਿੰਨੀ ਹੈ। ਜੀ ਜੀ। ਤਾਂ ਤੁਸੀਂ ਜਦੋਂ ਲਗਾਤਾਰ ਇਹ ਸਾਰੀਆਂ ਚੀਜ਼ਾਂ ਸਿੱਖ ਜਾਓਗੇ, ਲਗਾਤਾਰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਲੈ ਲਓਗੇ, ਤੁਸੀਂ ਆਪਣੇ ਡਾਕਟਰ ਖੁਦ ਬਣ ਸਕਦੇ ਹੋ। ਇਸ ਗੱਲ ਦਾ ਭਰੋਸਾ ਕਰੋ ਜੀ। ਠੀਕ ਹੈ। ਤੇ ਮੈਂ ਦੱਸਣਾ ਚਾਹੁੰਦਾ ਜੀ, ਇਹਦੇ ਲਈ ਬਕਾਇਦਾ ਮੇਰਾ ਇੱਕ ਟ੍ਰੇਨਿੰਗ ਪ੍ਰੋਗਰਾਮ ਹੈ ਜਿਹੜਾ 1 ਮਹੀਨੇ ਦਾ ਆਨਲਾਈਨ ਟ੍ਰੇਨਿੰਗ ਹੈ। ਉਹਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਨੂੰ ਇੰਨੀ ਵਧੀਆ ਤਰੀਕੇ ਨਾਲ ਸਮਝਾ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਤੁਸੀਂ ਡਾਕਟਰ ਬਣ ਸਕਦੇ ਹੋ, ਖੁਦ ਆਪਣੇ ਪਰਿਵਾਰ ਦਾ ਇਲਾਜ ਆਪਣੇ ਘਰ ਕਰ ਸਕਦੇ ਹੋ। ਇਹਦੇ ਨਾਲ ਹੀ 27 ਦਸੰਬਰ ਨੂੰ ਜੀ ਇੱਕ ਟ੍ਰੇਨਿੰਗ ਸ਼ੁਰੂ ਕਰ ਰਿਹਾ ਮੈਂ ਜੀ। 27 ਦਸੰਬਰ ਨੂੰ 1 ਹਫ਼ਤੇ ਦੀ ਟ੍ਰੇਨਿੰਗ ਹੈ ਆਨਲਾਈਨ। ਉਹ ਸਿਰਫ ਕਿਡਨੀ ਦੇ ਮਰੀਜ਼ਾਂ ਲਈ ਹੈ ਜੀ। ਉਹ ਲੋਕ ਜਿਨ੍ਹਾਂ ਦੀ ਕਿਡਨੀ ਖਰਾਬ ਹੋ ਚੁੱਕੀ ਹੈ, ਜਿਨ੍ਹਾਂ ਨੂੰ ਡਾਕਟਰ ਕਹਿ ਰਿਹਾ ਕਿ ਤੁਹਾਡੀ ਕਿਡਨੀ ਬਦਲਣੀ ਪੈਣੀ ਹੈ। ਹਾਂਜੀ। ਉਹ ਲੋਕ ਜਿਨ੍ਹਾਂ ਦਾ ਡਾਇਲਿਸਿਸ ਹੋ ਰਿਹਾ ਲਗਾਤਾਰ ਜੀ, ਤੇ ਡਾਇਲਿਸਿਸ ਤੋਂ ਬਾਅਦ ਹੋਰ ਕੋਈ ਰਸਤਾ ਨਹੀਂ ਹੈ, ਕਿਡਨੀ ਬਦਲਣੀ ਹੀ ਪੈਂਦੀ ਹੈ ਜੀ। ਉਹਨਾਂ ਲੋਕਾਂ ਲਈ 5 ਦਿਨ ਦੀ ਟ੍ਰੇਨਿੰਗ ਹੈ ਜਿਹਦੇ ਚ ਸਿਖਾਵਾਂਗੇ ਕਿ ਤੁਹਾਡੀ ਪੁਰਾਣੀ ਕਿਡਨੀ ਹੀ ਕਿਵੇਂ ਕੰਮ ਕਰਨਾ ਸ਼ੁਰੂ ਕਰ ਸਕਦੀ ਹੈ। ਤੁਹਾਨੂੰ ਘਰ ਚ ਕੀ ਕਰਨਾ ਪਊਗਾ ਜਿਸ ਨਾਲ ਤੁਸੀਂ ਕਿਡਨੀ ਬਦਲਣ ਤੋਂ ਬਚ ਸਕਦੇ ਹੋ, ਤੁਹਾਡਾ ਡਾਇਲਿਸਿਸ ਵੀ ਬੰਦ ਹੋ ਸਕਦਾ ਹੈ ਜੀ। ਤੇ 27 ਦਸੰਬਰ ਤੋਂ ਸਟਾਰਟ ਹੋਏ ਤੇ ਉਹਦੀ ਫੀਸ ਸਿਰਫ 1500 ਰੁਪਏ ਹੈ ਜੀ। ਓਕੇ, ਠੀਕ ਹੈ। ਮੇਰੇ ਇਸੇ ਮੋਬਾਈਲ ਨੰਬਰ ਦੇ ਉੱਤੇ ਕੋਈ ਵੀ ਅਗਰ ਉਸ ਟ੍ਰੇਨਿੰਗ ਸ਼ਾਮਲ ਹੋਣਾ ਚਾਹੁੰਦਾ, ਮੇਰੇ ਇਸ ਮੋਬਾਈਲ ਨੰਬਰ ਤੇ ਪੇਟੀਐਮ ਹੈ, ਫੋਨ ਪੇ ਹੈ, ਗੂਗਲ ਪੇ ਹੈ, 500 ਰੁਪਇਆ ਪੇ ਕਰਕੇ ਤੁਸੀਂ ਰਜਿਸਟਰ ਕਰ ਸਕਦੇ ਹੋ। ਤੇ 27 ਤਰੀਕ ਤੋਂ ਪਹਿਲਾਂ ਬਾਕੀ ਦਾ 1000 ਰੁਪਇਆ ਪੇ ਕਰਨਾ ਹੋਏਗਾ। ਇਸ ਟ੍ਰੇਨਿੰਗ ਨੂੰ ਲੈਣ ਤੋਂ ਬਾਅਦ ਤੁਹਾਨੂੰ ਸੱਚੇ ਹਸਪੀਟਲ ਜਾ ਕੇ ਦਾਖਲ ਹੋਣ ਦੀ ਲੋੜ ਨਹੀਂ ਪਏਗੀ, ਘਰ ਦੇ ਵਿੱਚ ਹੀ ਤੁਸੀਂ ਆਪਣੀ ਕਿਡਨੀ ਦਾ ਇਲਾਜ ਕਰ ਸਕਦੇ। ਇਹਦੇ ਲਈ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਵਾਂਗੀ ਜੀ, ਰਿਕੁਐਸਟ ਹੈ ਜੀ, ਮੈਂ ਦੇਖ ਹੀ ਰਹੀ ਸੀ ਕੈਲੰਡਰ ਦੇ ਵਿੱਚ 26 ਤਰੀਕ ਦਾ ਆਪਣਾ ਐਤਵਾਰ ਬਣਦਾ ਹੈ ਔਰ 27 ਦਾ ਸੋਮਵਾਰ ਬਣਦਾ ਹੈ। ਸੋ ਇਸ ਕਰਕੇ ਤੁਸੀਂ 24-25 ਨੂੰ ਜਸਟ ਅਗਰ ਤੁਸੀਂ ਇੱਕ ਅਨਾਉਂਸਮੈਂਟ ਦੇ ਲਈ ਆਉਣਾ ਚਾਹੁੰਦੇ ਹੋ ਤਾਂ ਆਇਓ ਜ਼ਰੂਰ, ਕਿਉਂਕਿ ਹਾਂਜੀ ਮੈਨੂੰ ਇੱਕ ਅਨਾਉਂਸਮੈਂਟ ਕਰ ਦਿਓ ਜੀ ਤਾਂ ਕਿ ਉਹ ਸੇਮ ਡੇ ਤੁਹਾਡੇ ਨਾਲ ਹੈ ਜਿਹੜੇ ਸਾਡੇ ਪੇਸ਼ੈਂਟ ਹੈ ਇਸ ਬਿਮਾਰੀ ਦੇ ਨਾਲ। ਮੈਂ WhatsApp ਮੈਸੇਜ ਕਰ ਦਾਂਗਾ ਜੀ। ਬਿਲਕੁਲ ਜੀ, ਮੈਂ ਹਾਂਜੀ ਉਸ ਨੂੰ ਸ਼ੇਅਰ ਕਰ ਲਵਾਂਗੀ ਜੀ। ਸੋ ਚੱਲੀਏ ਜੀ, ਪਹਿਲਾਂ ਮੈਂ ਤੁਹਾਨੂੰ WhatsApp ਮੈਸੇਜ ਕਰ। ਹਾਂਜੀ, ਸਮਾਂ ਆਪਣਾ ਸਮਾਪਤੀ ਵੱਲ ਹੈ ਜੀ। ਮਿੰਟ ਆਪਣੇ ਕੋਲੇ ਸਾਰੇ ਜਿਹੜੇ ਉਹ 6 ਮਿੰਟ ਰਹਿ ਗਏ ਨੇ ਜੀ। ਠੀਕ ਹੈ ਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਧੰਨਵਾਦ, ਤੁਸੀਂ ਸਮਾਂ ਕੱਢਿਆ ਔਰ ਇਹਨੂੰ ਸ਼ੇਅਰ ਕਰੋ। ਇਸ ਲਾਈਵ ਨੂੰ ਬਹੁਤ ਜ਼ਰੂਰੀ ਹੈ ਕਿ ਹੋਰ ਲੋਕਾਂ ਤੱਕ ਵੀ ਪਹੁੰਚੇ ਤੇ ਹੱਸਦੇ ਰਹੋ ਜੀ। ਜ਼ਿੰਦਗੀ ਜ਼ਿੰਦਾਬਾਦ ਜੀ, ਜ਼ਿੰਦਾਬਾਦ ਜੀ ਜ਼ਿੰਦਗੀ। ਔਰ ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਦਿਨ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਔਰ ਬਹੁਤ ਅਹਿਮ ਜਾਣਕਾਰੀ ਸਾਰਿਆਂ ਨੂੰ ਦਿੱਤੀ। ਸੋ ਸਰੋਤਿਓ, ਹੁਣ ਸਮਾਂ ਸਮਾਪਤੀ ਵੱਲ ਹੈ। ਸੋ ਅੱਜ ਦਾ ਇੱਕ ਅਹਿਮ ਟੌਪਿਕ ਸਾਡੇ ਨਾਲ ਰਿਹਾ ਜੀ, ਹਾਸੇ ਤੇ ਰੋਣੇ ਸਾਡੀ ਜ਼ਿੰਦਗੀ ਦੇ ਉੱਤੇ ਕਿੰਨਾ ਅਸਰ ਕਰ ਦਿੰਦੇ ਨੇ, ਹਨਾ। ਤੋ ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਹੈ ਜੀ।